श्री नानक प्रकाश ग्रंथ। दोहरा श्री गुर पद नख क्रांत जो चिंता मन है समान चितवे मंगल सर्वदा विघ्न दुख गनहान। वाहिगुरु जी का खालसा वाहिगुरु जी की फतेह। श्री गुर पद नख क्रांत जो चिंता मन है समान। सो कवि संतोख सिंह जी इस अध्याय दे अध्याय 49 ਦੇ ਸ਼ੁਰੂ ਵਿੱਚ ਮੰਗਲ ਕਰਦੇ ਹਨ ਕਿ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਜੋ ਚਰਨ ਹਨ, ਉਹ ਚਰਨਾਂ ਦੇ ਜਿਹੜੀਆਂ ਉਂਗਲੀਆਂ ਹਨ, ਉਹ ਫਿੰਗਰਸ ਦੇ ਨੇਲਸ ਜਿਹੜੇ ਹਨ ਜਾਂ ਜਿਹੜੇ ਨੌ ਜਿਹੜੇ ਹਨ ਮਹਾਰਾਜ ਦੇ ਚਰਨਾਂ ਦੀਆਂ ਉਂਗਲੀਆਂ ਦੇ ਚਿੰਤਾਮਨ ਸਮਾਨ। ਕਹਿਣ ਲੱਗੇ ਉਹ ਚਿੰਤਾਮਨ ਜਿਵੇਂ ਚਿੰਤਾਮਣੀ ਹੁੰਦੀ ਹੈ ਜੋ ਸਵਰਗ ਦੀ ਡਾਇਮੰਡ ਮੰਨਿਆ ਹੈ। ਸੋ ਉਹ ਡਾਇਮੰਡ ਦਾ ਇਹ ਮੰਨਣਾ ਹੈ ਕਿ ਹੈਵਨ ਵਿੱਚ ਹੁੰਦਾ ਹੈ ਤੇ ਚਿੰਤਾਮਨ ਕੀ ਕਰਦਾ ਹੈ, ਉਹ ਡਾਇਮੰਡ ਦੇ ਜਿਹੜਾ ਦਰਸ਼ਨ ਕਰ ਲੈਂਦਾ ਹੈ, ਜਿਹੜੀ ਉਹਦੀ ਮਨ ਦੀ ਇੱਛਾ ਹੁੰਦੀ ਹੈ ਦੇਖਣ ਵਾਲੀ ਦੀ, ਉਹ ਪੂਰੀ ਹੋ ਜਾਂਦੀ ਹੈ। ਸੋ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਪੈਰਾਂ ਦੇ ਉਂਗਲੀਆਂ ਦੇ ਜੋ ਨੇਲਸ ਹਨ ਉਹ ਚਿੰਤਾਮਨ ਹਨ। ਜਿਹੜਾ ਵੀ ਸਿੱਖ ਮਹਾਰਾਜ ਨੂੰ ਮੱਥਾ ਟੇਕਦਾ ਹੈ, ਮਹਾਰਾਜ ਦੇ ਚਰਨਾਂ ਦੇ ਦਰਸ਼ਨ ਕਰਦਾ ਹੈ, ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਹਨ। चितवे मंगल सर्वदा विघ्न दुख गनहान। ਕਹਿਣਗੇ ਚਿਤਵਨ ਐਸਾ ਜਿਹੜਾ ਹੈ ਜੋ ਚਿਤਵਨ ਜੋ ਮਹਾਰਾਜ ਦੇ ਚਰਨਾਂ ਨੂੰ ਆਪਣੇ ਧਿਆਨ ਵਿੱਚ ਲੈਂਦਾ ਹੈ, ਜੋ ਸਤਿਗੁਰਾਂ ਦੇ ਚਰਨਾਂ ਦਾ ਕਨਸੈਂਟਰੇਸ਼ਨ ਕਰਦਾ ਹੈ, ਮੰਗਲ ਸਰਬਦਾ ਉਹਨੂੰ ਸਾਰੇ ਪ੍ਰਕਾਰ ਦੇ ਖੁਸ਼ੀਆਂ ਉਹਨੂੰ ਮਿਲਦੀਆਂ ਹਨ ਤੇ ਵਿਘਨ ਦੋਖ ਗਨਹਾਨ। ਜਿਹੜੇ ਵਿਘਨ ਹੁੰਦੇ ਹਨ, ਦੁੱਖ ਜਿਹੜੇ ਹੁੰਦੇ ਹਨ, ਉਹ ਸਾਰੇ ਹੀ ਨਾਸ ਹੋ ਜਾਂਦੇ ਹਨ। ਉਹਨਾਂ ਦਾ ਕੋਈ ਵੀ ਦੁੱਖ ਨਹੀਂ ਰਹਿ ਜਾਂਦਾ। ਬਹੁਤ ਸਾਰੇ ਦੁੱਖ, ਬਹੁਤ ਜਨਮਾਂ ਜਨਮਾਂਤਰਾਂ ਦੇ ਦੁੱਖ ਦੂਰ ਹੋ ਜਾਂਦੇ ਹਨ। श्री बाला संतुर वाच चौबई सुन कर श्री गुर को उपदेशा। ਸੋ ਆਪ ਜੀ ਨੇ ਪਿਛਲੇ ਅਧਿਆਏ ਵਿੱਚ ਸਰਵਣ ਕੀਤਾ ਕਿ ਰਾਜਾ ਸ਼ਿਵਨਾਭ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਯੋਗ ਗਿਆਨ ਦਿੱਤਾ ਕਿ ਯੋਗਾ ਦਾ ਗਿਆਨ ਕੀ ਹੈ। ਦੋ ਤਰ੍ਹਾਂ ਦੇ ਸਨ, ਇੱਕ ਸਨ ਕਸ਼ਟ ਯੋਗ ਜਿਹਨੂੰ ਹਠ ਯੋਗ ਵੀ ਕਹਿੰਦੇ ਹਾਂ, ਤੇ ਦੂਜਾ ਸੀ ਭਗਤ ਯੋਗ। ਸੋ ਉਹਨਾਂ ਦੇ ਜਿਹੜੇ ਹਨ 8 ਉਹਨਾਂ ਦੇ ਜਿਹੜੇ ਡਿਟੇਲਿੰਗ ਸਨ ਉਹ ਆਪ ਜੀ ਨੇ ਪਿਛਲੀ ਕਥਾ ਵਿੱਚ ਸਰਵਣ ਕੀਤੇ। ਤੇ ਰਾਜਾ ਸ਼ਿਵਨਾਭ ਨੇ ਜਦੋਂ ਇਹ ਸਾਰਾ ਹੀ ਗਿਆਨ ਗੁਰੂ ਨਾਨਕ ਮਹਾਰਾਜ ਤੋਂ ਸੁਣਿਆ, हाथ बंद है कहत नरेशा। ਰਾਜਾ ਸ਼ਿਵਨਾਭ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਹਾ, मन निर्मल के मार्ग दो। ਕਹਿਣਗੇ ਮਹਾਰਾਜ ਜਿਵੇਂ ਆਪ ਜੀ ਨੇ ਦੱਸਿਆ ਹੈ, ਮਨ ਮਾਈਂਡ ਨੂੰ ਪਿਊਰੀਫਾਈ ਕਰਨ ਵਾਸਤੇ ਦੋ ਤਰੀਕੇ ਹਨ, ਦੋ ਰਸਤੇ ਹਨ ਜੋ ਆਪ ਜੀ ਨੇ ਦੱਸੇ ਹਨ। करना कर बख्शो दुख खो। ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੋਨੋਂ ਮਾਰਗ ਬਖਸ਼ ਦਿਓ। ਗਿਵ ਮੀ ਬਲੇਸਿੰਗ ਸੋ ਦੈਟ ਆਈ ਕੈਨ ਫੋਲੋ ਦ ਬੋਥ ਪਾਥ। ਸੋ ਕਸ਼ਟ ਯੋਗ ਵੀ ਮੈਂ ਕਰ ਸਕਾਂ ਤੇ ਭਗਤ ਯੋਗ ਵੀ ਮੈਂ ਕਰ ਸਕਾਂ ਜੋ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ। करहो सर्व मम देश निहाला। ਮਹਾਰਾਜ ਮੇਰੇ ਦੇਸ਼ ਨੂੰ ਨਿਹਾਲ ਕਰੋ ਪਲੀਜ਼, ਜਿਹੜਾ ਹਨ ਬਲੈਸ ਮਾਈ ਕੰਟਰੀ। ਸੋ ਮੇਰੇ ਕੰਟਰੀ ਨੂੰ ਨਿਹਾਲ ਕਰੋ, ਮੇਰੇ ਜਿਹੜੇ ਹਨ ਇਹ ਸੰਗਲਾ ਦੀਪ ਨੂੰ ਆਪ ਜੀ ਕਿਰਪਾ ਕਰਕੇ ਸਾਰੀ ਕੰਟਰੀ ਨੂੰ ਹੀ ਬਲੈਸ ਕਰ ਦਿਓ। तुम समान नहयान कृपाला। ਮਹਾਰਾਜ ਤੁਹਾਡੇ ਸਮਾਨ ਤੁਹਾਤੋਂ ਵੱਡਾ ਕੋਈ ਕਿਰਪਾ ਦਾ ਘਰ ਨਹੀਂ ਹੈਗਾ ਕੋਈ। करो सदीव बास मुझ बदना। ਮਹਾਰਾਜ ਹਮੇਸ਼ਾ ਹੀ ਜਿਹੜਾ ਹੈ ਤੁਸੀਂ ਇੱਥੇ ਹੀ ਵਾਸਾ ਕਰੋ, ਤੁਸੀਂ ਪਰਮਨੈਂਟਲੀ ਇੱਥੇ ਹੀ ਮੇਰੇ ਕੋਲ ਰਹੋ। ਮੁਝ ਬਦਨਾ ਮਹਾਰਾਜ ਮੇਰੀ ਬੰਦਨਾ ਹੈ। ਮੈਂ ਆਪ ਜੀ ਨੂੰ ਮੱਥਾ ਟੇਕ ਕੇ ਇਹੀ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਥੇ ਰਹਿਣਾ ਕਰੋ, ਕਿਤੇ ਨਾ ਜਾਓ, ਸੰਗਲਾ ਦੀਪ ਨੂੰ ਆਪਣਾ ਘਰ ਬਣਾ ਲਓ। हरखों हेर कमल सम बदना। ਮਹਾਰਾਜ ਤੁਹਾਡੇ ਕਮਲ ਵਰਗਾ ਜਿਹੜਾ ਸੁੰਦਰ ਸਰੀਰ ਹੈ, ਮਹਾਰਾਜ ਉਹਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਜਾਇਆ ਕਰਾਂਗਾ, ਹਰ ਰੋਜ਼ ਮੈਨੂੰ ਖੁਸ਼ੀ ਹੋਇਆ ਕਰੇਗੀ। जिस प्रकार तुम कितने कोसा। ਮਹਾਰਾਜ ਜਿਸ ਪ੍ਰਕਾਰ ਜਿਸ ਤਰ੍ਹਾਂ ਆਪ ਜੀ ਕਈ ਕੋਸ਼ ਮਤਲਬ ਹੰਡਰਡਸ ਆਫ ਮਾਈਲਸ ਤੋਂ ਆਪ ਜੀ ਚੱਲ ਕੇ ਆਏ ਹੋ ਇੱਥੇ। चल आए निज देन भरोसा। ਮਹਾਰਾਜ ਆਪਣਾ ਭਰੋਸਾ ਦੇਣ ਵਾਸਤੇ ਜਾਂ ਮੇਰਾ ਭਰੋਸਾ ਰੱਖਣ ਵਾਸਤੇ, ਕਿਉਂ ਮੈਂ ਤੁਹਾਡੀ ਉਡੀਕ ਕਰ ਰਿਹਾ ਸਾਂ। ਯੂ ਟੁਕ ਦ ਟਰਬਲ ਟੂ ਕਮ ਥਾਊਜ਼ੈਂਡਸ ਆਫ ਮਾਈਲਸ ਅਵੇ ਫਰੋਮ ਪੰਜਾਬ। ਹਾਂਜੀ, ਤੂੰ ਪੰਜਾਬ ਤੋਂ ਤੁਸੀਂ ਇੱਥੇ ਚੱਲ ਕੇ ਆਏ ਹੋ ਮੇਰੇ ਵਾਸਤੇ, ਮੇਰਾ ਭਰੋਸਾ ਰੱਖਣ ਵਾਸਤੇ। किसी प्रकार रहन अब कीजै। ਮੈਂ ਕਿਹਾ ਜਿਵੇਂ ਆਪ ਜੀ ਕਿਰਪਾ ਕਰਕੇ ਇੱਥੇ ਚੱਲ ਕੇ ਆਏ ਹੋ ਨਾ, ਇੰਨੀ ਕਿਰਪਾ ਹੋਰ ਕਰ ਦਿਓ ਮਹਾਰਾਜ, ਮੇਰੇ ਕੋਲ ਰਹੋ ਪਲੀਜ਼, ਸਟੇ ਵਿਥ ਮੀ ਹੇਅਰ। ਹਾਂਜੀ सर्व देश उपदेश है दीजै। ਮਹਾਰਾਜ ਸਾਰੇ ਦੇਸ਼ ਨੂੰ ਤੁਸੀਂ ਉਪਦੇਸ਼ ਦਿਓ, ਆਪਣੇ ਸਿੱਖ ਬਣਾ ਲਓ।
ਸਾਰੇ ਦੇਸ਼ ਨੂੰ, ਸਾਰੀ ਕੰਟਰੀ ਨੂੰ ਆਪਣਾ ਸਿੱਖ ਬਣਾ ਲਓ। ਪ੍ਰੇਮ ਬਿਨੈ ਸਨ ਬਾਣੀ ਸੁਨ ਕੈ। ਇਹ ਪ੍ਰੇਮ ਵਿੱਚ ਭਿੱਜੀ ਹੋਈ ਬਾਣੀ ਜਾਂ ਪ੍ਰੇਮ ਜਿਹੜਾ ਬਹੁਤ ਪਿਆਰ ਦੇ ਨਾਲ ਰਾਜਾ ਸ਼ਿਵਨਾਮ ਨੇ ਇਹ ਬੇਨਤੀ ਕੀਤੀ, ਇਹ ਬਾਣੀ ਸੁਣ ਕੇ, ਉਹਦੀ ਬੇਨਤੀ ਨੂੰ ਸੁਣ ਕੇ ਪਗ ਪਾਹੁਲ ਦੀਨੀ ਸਿੱਖ ਗੁਣ ਕੈ। ਗੁਰੂ ਨਾਨਕ ਮਹਾਰਾਜ ਨੇ ਆਪਣੇ ਚਰਨਾਂ ਦਾ ਗੁੱਠਾ ਜਿਹੜਾ ਸੀਗਾ ਨਾ, ਟੋ ਪਾਣੀ ਵਿੱਚ ਪਾ ਕੇ ਐਨ ਚਰਨਾਮ੍ਰਿਤ ਵਾਸ ਪ੍ਰੀਪੇਅਰਡ, ਸੋ ਅੰਮ੍ਰਿਤ ਜਿਹੜਾ ਤਿਆਰ ਕਰਕੇ, ਚਰਨਾਮ੍ਰਿਤ ਤਿਆਰ ਕਰਕੇ ਉਹ ਰਾਜੇ ਨੂੰ ਪਿਲਾਇਆ ਤੇ ਮਹਾਰਾਜ ਨੇ ਰਾਜਾ ਸ਼ਿਵਨਾਮ ਨੂੰ ਆਪਣਾ ਸਿੱਖ ਬਣਾਇਆ। ਧਰਮਸਾਲ ਮੈਂ ਕੀਨ ਬਸੇਰਾ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧਰਮਸਾਲਾ ਨੂੰ ਚਲੇ ਗਏ। ਜੋ ਧਰਮਸਾਲ ਨਵੀਂ ਬਣੀ ਹੋਈ ਸੀ ਨਾ, ਮਹਾਰਾਜ ਉਹ ਧਰਮਸਾਲ ਵਿੱਚ ਚਲੇ ਗਏ ਹੁਣ ਰਹਿਣ ਵਾਸਤੇ। ਸਰਬ ਦੇਸ਼ ਹੋਵਤ ਭਾਚੀਰਾ। ਹੁਣ ਸਾਰਾ ਹੀ ਦੇਸ਼, ਸਾਰਾ ਸੰਗਲਾ ਦੀਪ ਗੁਰੂ ਮਹਾਰਾਜ ਦੀ ਸਿੱਖੀ ਨੂੰ ਪ੍ਰਾਪਤ ਹੋਇਆ। ਸਾਰਿਆਂ ਨੇ ਸਿੱਖੀ ਨੂੰ ਜਿਹੜਾ ਹੈ ਐਕਸੈਪਟ ਕੀਤਾ। ਭੂਪਤ ਯੋਗ ਦੇਨ ਕੇ ਕਾਜਾ। ਹੁਣ ਭੂਪਤ ਯੋਗ ਦੇਣ ਕੇ ਕਾਜਾ, ਸੋ ਇਹ ਜਿਹੜੇ ਰਾਜੇ ਨੂੰ ਯੋਗ ਦੀ ਹੋਰ ਵਿਦਿਆ ਦੇਣ ਵਾਸਤੇ, ਇਹ ਯੋਗ ਜਾਂ ਯੋਗਾ ਜਿਹੜਾ ਹੈ ਇਹਦੀ ਵਿਦਿਆ, ਇਹਦਾ ਨੌਲੇਜ ਦੇਣ ਵਾਸਤੇ ਪ੍ਰਾਨ ਸੰਗਲੀ ਗ੍ਰੰਥ ਸੋ ਸਾਜਾ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਬਹਿ ਕਰਕੇ ਰਾਜਾ ਸ਼ਿਵਨਾਮ ਦੇ ਨਾਲ ਜੋ ਚਰਚਾ ਕੀਤੀ ਯੋਗ ਦੀ, ਉੱਥੇ ਇੱਕ ਗ੍ਰੰਥ ਤਿਆਰ ਹੋਇਆ ਜਿਹਦਾ ਨਾਮ ਹੈ ਪ੍ਰਾਨ ਸੰਗਲੀ। ਸੋ ਪ੍ਰਾਨ ਸੰਗਲੀ ਗ੍ਰੰਥ ਤਿਆਰ ਹੋਇਆ। ਸੋ ਇਹ ਗ੍ਰੰਥ ਜਿਹੜਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋ ਡਾਇਲੌਗ ਸੀਗਾ ਰਾਜਾ ਸ਼ਿਵਨਾਮ ਦੇ ਨਾਲ, ਜੋ ਯੋਗਾ ਦੇ ਅੰਗ ਜਾਂ ਯੋਗਾ ਦੇ ਤਰੀਕੇ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਕਰਨੀ ਹੈ, ਉਹ ਸਾਰੀਆਂ ਹੀ ਚੀਜ਼ਾਂ ਇਹਦੇ ਵਿੱਚ ਲਿਖੀਆਂ ਹੋਈਆਂ ਹਨ। ਸੋ ਇਹ ਪ੍ਰਾਨ ਸੰਗਲੀ ਗ੍ਰੰਥ ਤਿਆਰ ਹੋਇਆ। 113 ਧਿਆਏ ਬਖਾਨੇ। ਹੁਣ ਪ੍ਰਾਨ ਸੰਗਲੀ ਦੇ ਵਿੱਚ 113 ਚੈਪਟਰਸ ਹਨ ਸਾਰੇ। ਸੋ 113 ਚੈਪਟਰਸ, 113 ਚੈਪਟਰ ਪ੍ਰਾਨ ਸੰਗਲੀ ਦੇ ਹਨ। ਜੇ ਪੜ ਯੋਗ ਕਲਾ ਸਭ ਜਾਣੇ। ਕਹਿੰਗੇ ਜੋ ਵੀ ਇਹਨੂੰ ਪੜਦਾ ਹੈ ਨਾ, ਜੋ ਪ੍ਰਾਨ ਸੰਗਲੀ ਨੂੰ ਪੜੇਗਾ, 113 ਜਿਹੜੇ ਹਨ ਇਹਦੇ ਚੈਪਟਰ ਪੜੇਗਾ, ਉਹਨੂੰ ਸਾਰੀ ਯੋਗ ਵਿਦਿਆ ਪ੍ਰਾਪਤ ਹੋ ਜਾਏਗੀ। ਉਹਨੂੰ ਇਹ ਜਿਹੜਾ A to Z ਅਬਾਊਟ ਯੋਗਾ ਉਹਨੂੰ ਪਤਾ ਲੱਗ ਜਾਏਗਾ। ਦੇ ਕਰ ਸੋ ਸੌਂਪਿਓ ਅਵਨੀਪਾ। ਕਹਿਣ ਲੱਗੇ ਉਹ ਜਿਹੜੀ ਕਿਤਾਬ ਤਿਆਰ ਹੋਈ, ਉਹ ਗ੍ਰੰਥ ਜਿਹੜਾ ਤਿਆਰ ਹੋਇਆ ਪ੍ਰਾਨ ਸੰਗਲੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਾਪਸ ਰਾਜਾ ਸ਼ਿਵਨਾਮ ਨੂੰ ਦੇ ਦਿੱਤਾ। ਸੋ ਇਹ ਜੋ ਗ੍ਰੰਥ ਤਿਆਰ ਹੋਇਆ, ਜਿਵੇਂ ਮਹਾਰਾਜ ਨੇ ਉਪਦੇਸ਼ ਦਿੱਤਾ, ਇੱਕ ਲਿਖਾਰੀ ਨੇ ਲਿਖ ਦਿੱਤਾ, ਲਿਖ ਕੇ ਉਹ ਗ੍ਰੰਥ ਜੋ ਤਿਆਰ ਹੋਇਆ ਮਹਾਰਾਜ ਨੇ ਰਾਜਾ ਸ਼ਿਵਨਾਮ ਨੂੰ ਰੱਖਣ ਵਾਸਤੇ ਉਹ ਦੇ ਦਿੱਤਾ। ਬੋਲੇ ਪੁਨ ਬੇਦੀ ਕੁਲ ਦੀਪਾ। ਫਿਰ ਮਹਾਰਾਜ ਜੀ ਇਹ ਗ੍ਰੰਥ ਦੇ ਕੇ ਰਾਜਾ ਸ਼ਿਵਨਾਮ ਨੂੰ ਇਹ ਉਪਦੇਸ਼ ਦਿੱਤਾ, ਆਦੇਸ਼ ਦਿੱਤਾ, ਉਹਨੂੰ ਕੋਈ ਇੰਸਟਰਕਸ਼ਨਸ ਦਿੱਤੇ। ਜਬ ਸਿੱਖ ਕੋ ਆਵਹਿ ਹਮ ਦੇਸ਼ੂ। ਸੋ ਕਹਿੰਦੇ ਜਦੋਂ ਮੇਰਾ ਕੋਈ ਸਿੱਖ ਆਏਗਾ ਇੱਥੇ ਤੇਰੇ ਦੇਸ਼ ਦੇ ਵਿੱਚ, ਜਾਚਹਿ ਤੁਮ ਪੈ ਦੇਹੋ ਨਰੇਸੂ। ਕਹਿਣ ਲੱਗੇ ਉਸ ਵੇਲੇ ਉਹ ਆ ਕੇ ਤੇ ਤੋਂ ਮੰਗੇਗਾ ਤੇ ਤੂੰ ਇਹ ਗ੍ਰੰਥ ਦੇਣਾ। ਸੋ ਇਹ ਜਿਹੜੀ ਸਾਖੀ ਹੈ, ਪਾਰੋ ਜੁਲਕਾ ਜਿਹੜਾ ਸੀਗਾ ਸਿੱਖ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਦ ਗ੍ਰੰਥ ਦੀ ਕੰਪਾਈਲੇਸ਼ਨ ਕੀਤੀ, ਤਾਂ ਉਸ ਵੇਲੇ ਪਾਰੋ ਜੁਲਕਾ ਨੂੰ ਮਹਾਰਾਜ ਨੇ ਭੇਜਿਆ ਸੀਗਾ। ਸੋ ਰਾਹ ਮੁਕਾਮ ਇੱਕ ਬਾਣੀ ਹੈ ਜਿਹੜੀ ਕਿ ਪੁਰਾਣੇ ਹੱਥ ਲਿਖ ਗ੍ਰੰਥਾਂ ਵਿੱਚ ਲਿਖੀ ਹੋਈ ਸੀਗੀ। ਸੋ ਮਹਾਰਾਜ ਨੇ ਉੱਥੇ ਇੰਸਟਰਕਸ਼ਨਸ ਦਿੱਤੇ ਪਾਰੋ ਜੁਲਕਾ ਨੂੰ ਵੀ ਤੂੰ ਸੰਗਲਾ ਦੀਪ ਕਿਵੇਂ ਜਾਣਾ ਹੈ, ਰਸਤੇ ਵਿੱਚ ਕਿਹੜਾ ਰਸਤਾ ਲੈਣਾ ਹੈ, ਕਿਵੇਂ ਉੱਥੇ ਕੀ ਹੋਊਗਾ। ਕਹਿੰਦੇ ਉਸ ਵੇਲੇ ਤ੍ਰਿਆ ਰਾਜ ਸੀਗਾ। ਸੋ ਇਹ ਰਾਹ ਮੁਕਾਮ ਜਿਹੜੀ ਬਾਣੀ ਹੈ ਉਹਦੇ ਵਿੱਚ ਸਾਰੇ ਉਹ ਰਾਹ ਦੇ ਰਸਤੇ ਦੱਸੇ ਹੋਏ ਨੇ ਵੀ ਰਸਤੇ 'ਚ ਕੀ ਆਏਗਾ, ਕਿਹੜਾ ਪੁੱਟ ਆਏਗਾ, ਕਿਹੜੇ ਪੁੱਟ ਤੋਂ ਪਾਰ ਹੋ ਕੇ ਤੂੰ ਸਮੁੰਦਰ ਪਾਰ ਕਰਕੇ ਕਿਹੜੇ ਪਾਸੇ ਜਾਣਾ ਹੈ। ਸੋ ਇਹ ਸਾਰਾ ਜਿਹੜਾ ਪਾਰੋ ਜੁਲਕਾ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਨੇ ਭੇਜਿਆ। ਤੇ ਉਹ ਗ੍ਰੰਥ ਜਿਵੇਂ ਹੁਣ ਗੁਰੂ ਨਾਨਕ ਦੱਸ ਰਿਹਾ ਹੈ ਨਾ ਰਾਜਾ ਸ਼ਿਵਨਾਮ ਨੂੰ, ਮੇਰਾ ਇੱਕ ਸਿੱਖ ਆਏਗਾ ਤੇ ਇਹ ਗ੍ਰੰਥ ਤੂੰ ਉਹਦੇ ਹਵਾਲੇ ਕਰਨਾ ਹੈ, ਪਲੀਜ਼ ਗਿਵ ਇਟ ਟੂ ਹਿਮ। ਸੋ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਪਾਰੋ ਜੁਲਕਾ ਨੂੰ ਭੇਜਿਆ ਸੀਗਾ ਉਹ ਗ੍ਰੰਥ ਲੈਣ ਵਾਸਤੇ। ਉਹ ਸੰਗਲਾ ਦੀਪ ਨੂੰ ਗਿਆ ਸੀ ਜੀ। ਚਿਰੰਕਾਲ ਪੁਨ ਕੀਨ ਬਸੇਰਾ। ਕਹਿ ਲਗੇ ਚਿਰੰਕਾਲ ਪੁਨ ਕੀਨ ਬਸੇਰਾ। ਸੋ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਜਬ ਸਿੱਖ ਕੋ ਆਵੇ ਹਮ ਦੇਸ਼ੂ ਜਾਚੇ ਤੁਮ ਪੈ ਦੇਹੋ ਨਰੇਸ਼ੂ। ਸੋ ਇਹ ਗ੍ਰੰਥ ਉਹ ਸਿੱਖ ਨੂੰ ਦੇ ਦੀ ਜਦੋਂ ਆਇਆ ਲੈਣ ਵਾਸਤੇ। ਸੋ ਗੁਰੂ ਨਾਨਕ ਮਹਾਰਾਜ ਦੇ ਸਮੇਂ ਤੋਂ ਲੈ ਕੇ ਹੁਣ ਗੁਰੂ ਅਰਜਨ ਦੇਵ ਜੀ ਦਾ ਸਮਾਂ ਆਇਆ ਤੋ ਜਿਹੜਾ ਹੈ ਕਾਫੀ ਸਮਾਂ ਬੀਤ ਗਿਆ ਜੀ। ਫਿਰ ਪਇਓ ਸੋ ਦੇਸ਼ ਨਿਹਾਲ ਕਨੇਰਾ। ਸੋ ਇਹ ਦੇਸ਼ ਜਿਹੜਾ ਹੈ ਬੜਾ ਨਿਹਾਲ ਹੋਇਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ, ਮਹਾਰਾਜ ਦੇ ਦਰਸ਼ਨਾਂ ਨੂੰ ਪਾ ਕੇ ਸਾਰਾ ਦੇਸ਼ ਬੜੀ ਖੁਸ਼ੀ ਵਿੱਚ ਹੋਇਆ। ਭਗਤ ਯੋਗ ਹਠ ਯੋਗ ਜੋ ਦੋ। ਸੋ ਭਗਤ ਯੋਗ ਤੇ ਹਠ ਯੋਗ ਇਹ ਦੋ ਜਿਹੜੇ ਤਰੀਕੇ ਦੱਸੇ ਸਨ ਯੋਗਾ ਦੇ ਗੁਰੂ ਨਾਨਕ ਸਾਹਿਬ ਜੀ ਨੇ। ਕੀਏ ਪਰਪੱਕ ਭੂਪ ਮਨਸੂ। ਸੋ ਰਾਜਾ ਸ਼ਿਵਨਾਮ ਨੇ ਇਹਨੂੰ ਪੱਕਿਆਂ ਕੀਤਾ।
ਸੋ ਇਹ ਦੋ ਤਰੀਕੇ ਜਿਹੜੇ ਹਨ ਉਹਨੇ ਆਪਣੇ ਜ਼ਿੰਦਗੀ ਦਾ ਅੰਗ ਬਣਾਇਆ, ਹੀ ਮੇਡ ਹਿਸ ਰੂਟੀਨ। ਸੋ ਉਹਨਾਂ ਨੂੰ ਫੋਲੋ ਕੀਤਾ, ਵਰਡ ਬਾਈ ਵਰਡ ਆਪਣੀ ਜ਼ਿੰਦਗੀ ਵਿੱਚ ਪ੍ਰੈਕਟਿਸ ਕੀਤੀ ਰਾਜਾ ਸ਼ਿਵਨਾਭ ਜੀ ਨੇ। ਸੋ ਇਹ ਜਿਹੜੀ ਸਾਖੀ ਹੈ ਨਾ, ਜਿਹੜੀ ਪ੍ਰਾਣ ਸੰਗਲੀ ਵਾਲੀ ਹੈ, ਪਾਰੋ ਜੁਲਕਾ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਤੂੰ ਇਹ ਗ੍ਰੰਥ ਲੈ ਕੇ ਜਦੋਂ ਆਏਗਾ ਇਹਨੂੰ ਪੜ੍ਹਨਾ ਨਹੀਂਗਾ, ਤੂੰ ਨਹੀਂ ਪੜ੍ਹਨਾ, ਸੋ ਇਹਨੂੰ ਪੜ੍ਹਨਾ ਨਹੀਂਗਾ। ਸੋ ਜਿਵੇਂ ਉਹ ਬੰਦ ਹੋਏਗਾ ਉਸ ਤਰ੍ਹਾਂ ਹੀ ਤੂੰ ਲੈ ਕੇ ਵਾਪਸ ਆਉਣਾ ਹੈ। ਸੋ ਜਿਹੜਾ ਹੈ ਪਾਰੋ ਜੁਲਕਾ ਲੈ ਕੇ ਆਇਆ ਤੇ ਰਸਤੇ ਦੇ ਵਿੱਚ ਉਹਨੇ ਪੜ੍ਹ ਲਿਆ। ਸੋ ਕੀ ਹੋਇਆ, ਜਦੋਂ ਵਾਪਸ ਗੁਰੂ ਅਰਜਨ ਦੇਵ ਜੀ ਕੋਲ ਆਇਆ, ਮਹਾਰਾਜ ਨੇ ਉਹ ਗ੍ਰੰਥ ਪ੍ਰਾਣ ਸੰਗਲੀ ਨੂੰ ਲੈ ਕੇ ਕਹਿੰਦੇ ਜਾ ਕੇ ਮਹਾਰਾਜ ਨੇ ਰੀਵਰ ਦੇ ਵਿੱਚ ਪ੍ਰਵਾਹ ਕਰ ਦਿੱਤਾ। ਸੋ ਇਸ ਤਰ੍ਹਾਂ ਕਰਕੇ ਉਹ ਸਾਖੀ ਇਸ ਤਰ੍ਹਾਂ ਆਉਂਦੀ ਹੈ ਤੇ ਅੱਜ ਕੱਲ੍ਹ ਵੀ ਪ੍ਰਾਣ ਸੰਗਲੀ ਗ੍ਰੰਥ ਮਿਲਦਾ ਹੈ। ਸੋ ਇਹ ਮੰਨਿਆ ਜਾਂਦਾ ਹੈ ਵੀ ਰਸਤੇ ਵਿੱਚ ਆਉਂਦਿਆਂ ਜਾਂ ਕਿਸ ਤਰ੍ਹਾਂ ਸਿੱਖਾਂ ਨੇ ਪਹਿਲਾਂ ਉਹਦਾ ਉਤਾਰਾ ਕਰ ਲਿਆ ਸੀਗਾ। ਸੋ ਉਹਦਾ ਉਤਾਰਾ ਹੋ ਚੁੱਕਿਆ ਸੀਗਾ, ਕਈ ਇਸ ਤਰ੍ਹਾਂ ਮੰਨਦੇ ਹਨ। ਸੋ ਬਟ ਇਹਦੇ ਵਿੱਚ ਖੋਜ ਕਰਨ ਦੀ ਬਹੁਤ ਲੋੜ ਆ ਹਜੇ, ਪ੍ਰਾਣ ਸੰਗਲੀ ਗ੍ਰੰਥ ਨੂੰ ਖੋਜਣ ਦੀ ਹਜੇ ਬਹੁਤ ਲੋੜ ਆ। ਪਰ ਇਸ ਦੇ ਜਿਹੜੇ ਮੈਨੂਸਕ੍ਰਿਪਟਸ ਹਨ, ਹੈਂਡ ਰਿਟਨ ਮੈਨੂਸਕ੍ਰਿਪਟਸ ਮਿਲਦੇ ਹਨ। ਸੋ ਜਿਹੜੇ ਕਿ ਤਕਰੀਬਨ 200 ਸਾਲ ਪੁਰਾਣੇ ਹੋਣਗੇ, 250 ਸਾਲ ਪੁਰਾਣੇ ਹੋਣਗੇ, ਉਹ ਮਿਲਦੇ ਹਨ ਮੈਨੂਸਕ੍ਰਿਪਟ। ਸੋ ਉਹ ਗੱਲ ਵੱਖਰੀ ਹੈ ਵੀ ਉਹ ਕਿਵੇਂ ਲਿਖੇ, ਕਿਸ ਤਰ੍ਹਾਂ ਉਹ ਗ੍ਰੰਥ ਉਹਨਾਂ ਦੇ ਹੱਥ ਆਇਆ, ਉਹ ਹਜੇ ਖੋਜ ਦੀ ਲੋੜ ਹੈ ਸਾਰੀ। ਸਿੱਖੀ ਪ੍ਰਗਟੀ ਦੇ ਸਮਝਾਰੇ, ਕਹਿਣਗੇ ਸਿੱਖੀ ਜਿਹੜੀ ਹੈ ਸੰਗਲਾਦੀਪ ਦੇਸ਼ ਦੇ ਵਿੱਚ ਪ੍ਰਗਟ ਹੋਈ। ਸ੍ਰੀ ਸਤਿਗੁਰੂ ਕੋ ਜਾਪ ਉਚਾਰੇ, ਸ੍ਰੀ ਗੁਰੂ ਨਾਨਕ ਮਹਾਰਾਜ ਦਾ ਜਾਪ ਜਾਂ ਵਾਹਿਗੁਰੂ ਦਾ ਜਾਪ, ਸਾਰਾ ਸੰਗਲਾਦੀਪ, ਸਾਰਾ ਸਿਲੋਨ ਉਸ ਦੇ ਨਾਲ ਜੁੜ ਗਿਆ। ਸੋ ਸਾਰੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗੇ। ਪਾ ਸ਼ਿਵਨਾਭ ਅਧਿਕ ਪ੍ਰਤਾਪਾ, ਕਹਿਣਗੇ ਪਾ ਸ਼ਿਵਨਾਭ, ਸ਼ਿਵਨਾਭ ਦਾ ਪ੍ਰਤਾਪ ਬਹੁਤ ਵੱਡਾ ਹੋਇਆ ਕਿਉਂਕਿ ਸਪਿਰਿਚੁਅਲੀ ਉਹ ਅਪਲਿਫਟਡ ਹੋ ਗਿਆ ਤੇ ਸਪਿਰਿਚੁਅਲੀ ਤਾਂ ਉਹ ਅਪਲਿਫਟਡ ਹੋਇਆ, ਨਾਲ ਉਹਦੇ ਕੋਲ ਪਾਵਰ ਵੀ ਸੀਗਾ ਐਸ ਅ ਕਿੰਗ। ਸੋ ਇਸ ਕਰਕੇ ਉਹਦਾ ਜਿਹੜਾ ਗਲੋਰੀਅਸ ਹੋਇਆ ਜੀ, ਬਹੁਤ ਗਲੋਰੀ ਉਹਦੀ ਵਧੀ। ਚੜ ਕਰ ਸਭ ਸ਼ਤਰਨ ਕੋ ਖਾਪਾ, ਕਹਿਣ ਲੱਗੇ ਜਦੋਂ ਵੀ ਕੋਈ ਦੁਸ਼ਮਣ ਆਉਂਦਾ ਸੀ ਜਾਂ ਜਿੱਥੇ ਵੀ ਇਹ ਅਟੈਕ ਕਰਦਾ ਸੀ ਰਾਜਾ ਸ਼ਿਵਨਾਭ ਇਹ ਜਿੱਤਦਾ ਸੀਗਾ, ਹੀ ਵਿਕਟੋਰੀਅਸ ਹੋ ਗਿਆ ਜੀ। ਜਿੱਥੇ ਵੀ ਜਾਂਦਾ ਸੀ ਜਿੱਤ ਕੇ ਹੀ ਆਉਂਦਾ ਸੀ। ਧਰਮਸਾਲ ਮਹਿ ਦੇਗ ਵਿਸਾਲਾ, ਸੋ ਧਰਮਸਾਲ ਦੇ ਵਿੱਚ ਦੇਗ ਚੱਲਦੀ ਹੈ। ਦੇਗ ਦਾ ਦੋ ਮਤਲਬ ਹੁੰਦੇ ਨੇ, ਇੱਕ ਤਾਂ ਕੜਾ ਪ੍ਰਸ਼ਾਦ ਹੈ, ਇੱਕ ਲੰਗਰ ਹੈ। ਸੋ ਇਹ ਦੋਵੇਂ ਧਰਮਸ਼ਾਲਾ ਵਿੱਚ ਚੱਲਦੇ ਸਨ। ਕਰਵਾਵੇ ਹੈ ਸਤਿਗੁਰੂ ਕਿਰਪਾਲਾ, ਸੋ ਸਤਿਗੁਰੂ ਨਾਨਕ ਮਹਾਰਾਜ ਜੀ ਇਹ ਖਾਸ ਧਿਆਨ ਨਾਲ ਉੱਥੇ ਲੋਕਾਂ ਨੂੰ ਕਹਿੰਦੇ ਹਨ ਵੀ ਜਰੂਰ ਲੰਗਰ ਕਰਨਾ ਹੈ ਤੇ ਜਰੂਰ ਕੜਾ ਪ੍ਰਸ਼ਾਦ ਬਣਾਉਣਾ ਹੈ। ਸੋ ਇਹ ਦੋ ਚੀਜ਼ਾਂ ਜਰੂਰ ਮਹਾਰਾਜ ਨੇ ਉੱਥੇ ਜਿਹੜੀਆਂ ਕਰਾਈਆਂ ਤੇ ਉਹਨਾਂ ਵਿੱਚ ਇਹ ਪ੍ਰੈਕਟਿਸ ਨੂੰ ਪਾਇਆ ਕਿ ਲੰਗਰ ਤਿਆਰ ਕਰਨੇ ਨੇ, ਲੋੜਵੰਦਾਂ ਨੂੰ ਫ੍ਰੀ ਛਕਾਉਣਾ ਹੈ। ਫਿਰ ਮਨ 21 ਜਹ ਲੋਨ ਮਿਲਾਏ, ਕਹਿਣ ਲੱਗੇ ਮਨ 21 ਜਨ ਲੋਨ ਮਿਲਾਏ। ਸੋ ਇੱਥੇ ਇੱਕ ਗਿਣਤੀ ਦੱਸੀ ਹੈ ਵੀ ਇੰਨਾ ਲੂਣ ਜਿਹੜਾ ਸੀਗਾ, ਇੰਨਾ ਸਾਲਟ ਜਿਹੜਾ ਸੀਗਾ ਉਹ ਲੰਗਰਾਂ ਵਿੱਚ ਵਰਤਾਇਆ ਜਾਂਦਾ ਸੀਗਾ। 21 ਮਨ। ਸੋ ਹੁਣ ਜੇ ਮਨ ਲਈਏ, ਮਨ ਇੱਕ ਹੁੰਦਾ 40 ਕਿਲੋਜ਼ ਦਾ ਜਾਂ 37.6 ਕਿਲੋਗ੍ਰਾਮਸ ਦਾ ਇੱਕ ਮਨ ਬਣਦਾ ਹੈ। ਸੋ ਇੱਥੇ ਲਿਖਿਆ ਹੈ ਕਿ ਲੂਣ ਜਿਹੜਾ ਹੈ 21 ਮਨ। ਸੋ ਮਤਲਬ ਤੁਸੀਂ ਹੁਣ ਹਿਸਾਬ ਕਰੋ 37 ਕਿਲੋਜ਼ ਮਲਟੀਪਲਾਈ ਬਾਈ 21, ਇੰਨਾ ਲੂਣ ਵਰਤਿਆ ਜਾਂਦਾ ਸੀਗਾ ਲੰਗਰਾਂ ਦੇ ਵਿੱਚ। ਸੋ ਉਹਦੇ ਹਿਸਾਬ ਨਾਲ ਜੇ ਚੱਲੀਏ ਤਾਂ ਇਹ ਆਪਾਂ ਦੇਖਾਂਗੇ ਕਿ ਕਿੰਨਾ ਕੁ ਲੰਗਰ ਤਿਆਰ ਹੁੰਦਾ ਹੋਗਾ। ਹੁਣ ਤੁਸੀਂ ਹਿਸਾਬ ਕਰੋ ਵੀ ਜੇ 1 ਕਿਲੋ ਦਾਲ ਹੈ ਉਹਦੇ ਵਿੱਚ ਕਿੰਨਾ ਕੁ ਜਿਹੜਾ ਹੈ ਲੂਣ ਪੈਂਦਾ ਹੈ। ਸੇ ਜੇ ਜਿਹੜਾ ਹੈ 1 ਕਿਲੋ ਦੇ ਵਿੱਚ ਸੇ ਤੁਸੀਂ ਕਹੋਗੇ 100 ਗ੍ਰਾਮਸ, ਬਹੁਤ ਜ਼ਿਆਦਾ ਹੈ। 50 ਗ੍ਰਾਮਸ, 20 ਗ੍ਰਾਮਸ, ਹਾਂ 20 ਗ੍ਰਾਮਸ ਲਾ ਲਓ। ਹੁਣ 20 ਗ੍ਰਾਮਸ ਨੂੰ ਤੁਸੀਂ ਦੇਖੋ ਇਹ ਹੈਗਾ ਹੈ ਜੀ ਕਿੰਨੇ ਕਿਲੋ ਹੋ ਗਿਆ ਜੀ, 37 ਟਾਈਮਸ 21। ਤੇ ਹੁਣ ਕਿੰਨੀ ਕੁ ਦਾਲ, ਕਿੰਨੀ ਕੁ ਭਾਜੀ ਬਣਦੀ ਹੋਊਗੀ, ਇੰਨਾ ਲੂਣ ਵਰਤਿਆ ਜਾਂਦਾ। ਮਤਲਬ ਸੰਗਤ ਬਹੁਤ ਜ਼ਿਆਦਾ ਸੀਗੀ, ਬਹੁਤ ਸਾਰੀ ਵੱਧ ਗਈ ਜੀ ਉੱਥੇ ਸੰਗਤ। ਇੱਕੋ ਆਹਾਰ ਹੋਏ ਸਭ ਖਾਏ, ਕਹਿਣਗੇ ਇੱਕੋ ਆਹਾਰ, ਕਹਿਣਗੇ ਇੱਕੋ ਹੀ ਤਰ੍ਹਾਂ ਦਾ ਲੰਗਰ ਸਾਰੇ ਉੱਥੇ ਬਰਾਬਰ ਛਕਦੇ ਸਨ। ਕੀਰਤਨ ਸਤਨਾਮ ਕੋ ਹੋਵੇ, ਕਿ ਕੀਰਤਨ ਉੱਥੇ ਹੋਇਆ ਕਰਦਾ ਸੀਗਾ, ਸਤਨਾਮ ਵਾਹਿਗੁਰੂ ਦਾ ਜਾਪ ਉੱਥੇ ਹੋਇਆ ਕਰਦਾ ਸੀ। ਜੋ ਬਹੁ ਜਨ ਮਨ ਕਲਮਲ ਖੋਵੇ, ਜੋ ਜਿਹੜਾ ਵੀ ਕੋਈ ਉਹ ਸੰਗਤ ਵਿੱਚ ਆਉਂਦਾ ਸੀ ਸਿਮਰਨ ਕਰਦੇ ਸਨ ਤਾਂ ਉਹਨਾਂ ਦੇ ਬੜੇ ਸਾਰੇ ਪਾਪ ਧੋਤੇ ਜਾਂਦੇ ਸਨ। ਦਿਨ ਪ੍ਰਤ ਚਲਨ ਚਹਿਤ ਜਗਦੀਸ਼ਾ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਗਲਾਦੀਪ ਤੋਂ ਅੱਗੇ ਚੱਲਣਾ ਚਾਹੁੰਦੇ ਨੇ, ਅੱਗੇ ਹੁਣ ਜਾਣਾ ਚਾਹੁੰਦੇ ਹਨ। ਟੂ ਕੰਟੀਨਿਊ ਹਿਸ ਜਰਨੀ। ਮਹਾਰਾਜ ਜੀ ਹੁਣ ਅੱਗੇ ਜਾਣਾ ਚਾਹੁੰਦੇ ਹਨ। ਕਰਹਿ ਭਾਉ ਬਹੁ ਰਖੈ ਨਰੇਸ਼ਾ, ਕਹਿਣਗੇ ਕਰਹਿ ਭਾਉ, ਪਰ ਕਹਿੰਦੇ ਉਹ ਰਾਜਾ ਸ਼ਿਵ ਨਾਲ ਇੰਨਾ ਪਿਆਰ ਕਰਦੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕਿ ਉਹ ਜਾਣ ਨਹੀਂ ਦਿੰਦੇ ਸਨ।
ਉਹ ਜਿਹੜਾ ਹਨ ਹਰ ਰੋਜ਼ ਆ ਕੇ ਬੇਨਤੀ ਕਰਦੇ ਸਨ, ਮਹਾਰਾਜ ਜੀ ਰਹੋ ਸਾਡੇ ਕੋਲ, ਤੁਸੀਂ ਸਾਨੂੰ ਛੱਡ ਕੇ ਨਹੀਂ ਜਾਣਾ। ਕਰੀ ਪਰਪੱਕ ਸਿੱਖੀ ਕੀ ਰੀਤਾ। ਰਾਜਾ ਸ਼ਿਵ ਨਾਮ ਨੇ ਬਿਨਾਂ ਕੋਈ ਸ਼ੰਕਾ ਬਿਨਾਂ ਕੋਈ ਡਾਊਟ ਤੋਂ ਸਿੱਖੀ ਜੋ ਵੀ ਗੁਰੂ ਨਾਨਕ ਨੇ ਸਿਖਾਈ, ਹੀ has taken ਜਿਹੜਾ ਹੈ A to Z everything, he didn't even doubt 1% or 0.1%, ਕੋਈ ਵੀ ਉਹਨੂੰ ਡਾਊਟ ਨਹੀਂ ਸੀਗਾ। ਜੋ ਗੁਰੂ ਨਾਨਕ ਨੇ ਕਹਿਤਾ ਸੋ ਰਾਜਾ ਸ਼ਿਵਨਾਥ ਜੀ ਕਰਦੇ ਸਨ। ਨਿਤ ਪ੍ਰਤ ਵਧੈ ਭਜਨ ਮਹਿ ਪ੍ਰੀਤਾ। ਨਿਤ ਪ੍ਰਤ ਹਰ ਰੋਜ਼ ਉਹਦਾ ਮਨ ਜਿਹੜਾ ਭਜਨ ਪਰਮਾਤਮਾ ਦੇ ਸਿਮਰਨ ਵਿੱਚ ਜੁੜਦਾ ਜਾਂਦਾ ਹੈ। ਕਰਿਓ ਗਿਆਨ ਮਹਿ ਪੂਰਨ ਰਾਉ। ਹੁਣ ਗਿਆਨ ਦੇ ਵਿੱਚ ਪੂਰਨ ਹੋ ਗਏ ਜੀ ਰਾਜਾ ਸ਼ਿਵਨਾਥ। ਸੰਪੂਰਨ ਗਿਆਨ ਮਤਲਬ ਅਲਟੀਮੇਟ ਗਿਆਨ ਜਾਂ ਬ੍ਰਹਮ ਗਿਆਨ ਦੇ ਵਿੱਚ ਲੀਨ ਹੋ ਗਏ। ਸ੍ਰੀ ਨਾਨਕ ਜੀ ਦਿਆਲੂ ਸੁਭਾਉ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁਭਾਅ ਜਿਹੜਾ ਹੈ ਬੜਾ ਦਇਆ ਵਾਲਾ ਹੈ। ਦਿਆਲੂ ਸੁਭਾਅ ਮਤਲਬ ਮਰਸੀ ਵਾਲਾ ਹੈ, ਹਮੇਸ਼ਾ ਤਰਸ ਕਰਕੇ ਸਭ ਕੁਝ ਦਿੰਦੇ ਹਨ। ਬਹੁਰੂ ਮੰਜੀ ਪਰ ਬੈਸਾਰਾ। ਕਹਿਣਗੇ ਫਿਰ ਉੱਥੇ ਰਾਜਾ ਸ਼ਿਵਨਾਥ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਰਮ ਦਾ ਹਿੱਟ ਬਣਾਇਆ। ਸੋ ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ 22 ਮੰਜੀਆਂ ਦਿੱਤੀਆਂ ਸਨ, 22 ਮੰਜੀਆਂ 22 ਡਿਸਟ੍ਰਿਕਟ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸ਼ਿਵਨਾਥ ਦਾ ਪ੍ਰਚਾਰ ਵਾਸਤੇ ਨਾ ਰਾਜਾ ਸ਼ਿਵਨਾਥ ਨੂੰ ਨਿਰੁਕਤ ਕੀਤਾ ਕਿ ਜਿੱਥੇ ਅਸੀਂ ਬਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਦਾ ਤੂੰ ਬੈਠਿਆ ਕਰ ਉੱਥੇ। ਹੁਣ ਯੂ ਬਿਕਮ ਦ ਰਿਲੀਜੀਅਸ ਲੀਡਰ, ਯੂ ਗਾਈਡ ਜਿਹੜਾ ਹੈ ਬੰਦਿਆਂ ਨੂੰ ਗਾਈਡ ਕਰੋ ਰਿਲੀਜੀਅਸਲੀ। ਸੋ ਉਹਨੂੰ ਉੱਥੇ ਬਿਠਾਤਾ ਸਿਮਰਨ ਕਰਾਉਣ ਵਾਸਤੇ, ਪਰਮਾਤਮਾ ਦਾ ਨਾਲ ਬੰਦਿਆਂ ਨੂੰ ਜੋੜਨ ਵਾਸਤੇ ਉਹਦੀ ਡਿਊਟੀ ਲਾ ਦਿੱਤੀ। ਕਿਉ ਪੂਜ ਤਹਿ ਦੇਸ ਮਝਾਰਾ। ਕਹਿੰਦਾ ਕਿਉ ਪੂਜ ਤਹਿ ਦੇਸ਼ ਮਝਾਰਾ। ਫਿਰ ਰਾਜਾ ਸ਼ਿਵਨਾਥ ਦੀ ਪੂਜਾ ਕੀਤੀ ਸਾਰੇ ਦੇਸ਼ ਨੇ। ਸਾਰਾ ਦੇਸ਼ ਰਾਜਾ ਸ਼ਿਵਨਾਥ ਨੂੰ ਗੁਰੂ ਮੰਨਦਾ ਸੀਗਾ। ਸੋ ਉਹਨਾਂ ਦਾ ਗੁਰੂ ਬਣਾ ਕੇ ਮਹਾਰਾਜ ਨੇ ਉਹਨੂੰ ਥਾਪ ਦਿੱਤਾ। ਆਪ ਗਮਨ ਕੀ ਕੀਨੀ ਤੇ ਤਿਆਰੀ। ਮਹਾਰਾਜ ਆਪ ਅੱਗੇ ਚੱਲਣ ਦੀ ਤਿਆਰੀ ਕੀਤੀ। ਇਸੇ ਕਰਕੇ ਜਿਹੜਾ ਸੀਗਾ ਨਾ ਜਿਹੜਾ ਆਪਣਾ ਸੰਗਲਾਦੀਪ ਸੀਗਾ ਨਾ, ਰਾਜਾ ਸ਼ਿਵਨਾਥ ਬਣ ਗਿਆ ਜੀ, ਉਹਨੂੰ ਗੱਦੀ ਤੇ ਬਹਿ ਗਿਆ, ਉਹ ਰਿਲੀਜੀਅਸ ਲੀਡਰ ਬਣ ਗਿਆ, ਹੈਡ ਆਫ ਰਿਲੀਜਨ। ਸੋ ਉਹ ਪ੍ਰਚਾਰਕ ਬਣ ਗਿਆ ਤੇ ਉਹਦੀ ਰਾਣੀ ਨੇ ਟੇਕ ਓਵਰ ਕੀਤਾ ਰਾਜ। ਸੋ ਜਦੋਂ ਤੱਕ ਗੁਰੂ ਅਰਜਨ ਦੇਵ ਜੀ ਨੇ ਭਾਈ ਪਾਰੋ ਜੀ ਨੂੰ ਭੇਜਿਆ ਸੀ ਨਾ ਸੰਗਲਾਦੀਪ, ਉਦੋਂ ਤੱਕ ਰਾਣੀ ਦਾ ਰਾਜ ਹੋਇਆ ਕਰਦਾ ਸੀ, ਕੁਈਨ ਦਾ ਰਾਜ ਹੋਇਆ ਕਰਦਾ ਸੀਗਾ। ਸੰਗਲਾਦੀਪ ਦੇ ਵਿੱਚ ਹਮੇਸ਼ਾ ਕੁਈਨ ਰਾਜ ਕਰਦੀ ਸੀਗੀ। ਚਹਿਤ ਨਾ ਵਿਛਰਿਓ ਨ੍ਰਿਪ ਬ੍ਰਿਹੋ ਭਾਰੀ। ਪਰ ਹੁਣ ਗੁਰੂ ਨਾਨਕ ਤਿਆਰੀ ਕਰਦੇ ਨੇ ਜਾਣ ਦੀ ਅੱਗੇ, ਪਰ ਰਾਜਾ ਸ਼ਿਵਨਾਥ ਆ ਕੇ ਮਹਾਰਾਜ ਨੂੰ ਬੇਨਤੀਆਂ ਕਰਦਾ, ਵਿਛੜਨਾ ਨਹੀਂ ਚਾਹੁੰਦਾ ਗੁਰੂ ਨਾਨਕ ਸਾਹਿਬ ਤੋਂ। ਮਹਾਰਾਜ ਨੂੰ ਕਹਿੰਦਾ ਤੁਸੀਂ ਇੱਥੇ ਹੀ ਰਹੋ, ਤੁਸੀਂ ਮੈਨੂੰ ਛੱਡ ਕੇ ਨਾ ਜਾਓ। ਕਮਲ ਬਦਨ ਪੁਨ ਬਚਨ ਬਖਾਨੇ। ਫਿਰ ਗੁਰੂ ਨਾਨਕ ਮਹਾਰਾਜ ਨੇ ਸਮਝਾਇਆ ਰਾਜਾ ਸ਼ਿਵਨਾਥ ਨੂੰ। ਸੁਨ ਰਾਜਨ ਭੋ ਪਰਮ ਸਿਆਣੇ। ਕਹਿਣਗੇ ਹੇ ਰਾਜਨ ਤੂੰ ਬਹੁਤ ਸਿਆਣਾ ਹੈ, ਤੂੰ ਬਹੁਤ ਸਮਝਦਾਰ ਹੈ। ਅਬ ਤੁਝ ਪੂਰਨ ਭਇਓ ਵਿਵੇਕਾ। ਕਹਿਣਗੇ ਦੇਖ ਹੁਣ ਤੇਰਾ ਵਿਵੇਕ ਤੇਰਾ ਗਿਆਨ ਪੂਰਾ ਹੋ ਗਿਆ, ਹੁਣ ਤੂੰ ਨਿਪੁੰਨ ਹੋ ਗਿਆ ਗਿਆਨ ਦੇ ਵਿੱਚ। ਹਮ ਕਰਨੇ ਹੈ ਕਾਜ ਅਨੇਕਾ। ਕਹਿਣਗੇ ਅਸੀਂ ਹਜੇ ਬਹੁਤ ਕਾਰਜ ਕਰਨੇ ਨੇ ਦੁਨੀਆ ਵਿੱਚ ਜਾ ਕੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਜੇ ਅਸੀਂ ਬਹੁਤ ਥਾਵਾਂ ਤੇ ਜਾਣਾ ਹੈ। ਆਈ ਹੈਵ ਟੂ ਟਰੈਵਲ ਟੂ ਦ ਐਂਟਾਇਰ ਗਲੋਬ। ਮੈਂ ਬਹੁਤ ਥਾਵਾਂ ਤੇ ਜਾਣਾ ਚਾਹੁੰਦਾ ਹਾਂ। ਹਜੇ ਬਹੁਤ ਲੋਕ ਉਡੀਕ ਰਹੇ ਨੇ, ਬਹੁਤ ਲੋਕ ਦੁਖੀ ਨੇ ਇਸ ਸੰਸਾਰ ਵਿੱਚ। ਤਰੋ ਧਿਆਨ ਮੈਂ ਸਦਾ ਸੰਮੀਪਾ। ਮਹਾਰਾਜ ਨੇ ਉਹਨੂੰ ਇੱਕ ਬਚਨ ਕੀਤਾ ਰਾਜਾ ਸ਼ਿਵਨਾਥ ਨੂੰ, ਕਹਿੰਦੇ ਧਰੋ ਧਿਆਨ। ਜਦੋਂ ਵੀ ਤੂੰ ਸਾਡਾ ਧਿਆਨ ਧਰੇਂਗਾ, ਜਦੋਂ ਵੀ ਤੇਰਾ ਫੋਕਸ ਸਾਡੇ ਤੇ ਹੋਵੇਗਾ, ਤੇਰਾ ਕਨਸੈਂਟਰੇਸ਼ਨ ਹੋਵੇਗਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਸਦਾ ਸਮੀਪਾ, ਮੈਂ ਹਮੇਸ਼ਾ ਤੇਰੇ ਨੇੜੇ ਹਾਂ। ਉਸੇ ਵੇਲੇ ਮੈਂ ਪ੍ਰਗਟ ਹੋਵਾਂਗਾ, ਜਦੋਂ ਵੀ ਤੂੰ ਮੈਨੂੰ ਯਾਦ ਕਰੇਗਾ ਮੈਂ ਤੇਰੇ ਕੋਲ ਆਵਾਂਗਾ। ਅਸ ਸੁਨ ਗਦ ਗਦ ਭਾ ਅਵਨੀਪਾ। ਇਹ ਬਚਨ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਰਾਜਾ ਸ਼ਿਵਨਾਥ ਗਦ ਗਦ ਹੋ ਗਿਆ, ਇਹਨੂੰ ਪ੍ਰੇਮ ਆ ਗਿਆ, ਇੰਨਾ ਪ੍ਰੇਮ ਆਇਆ ਕਿ ਬੋਲ ਨਾ ਸਕਿਆ ਉਸ ਵੇਲੇ। ਸਰਬ ਪ੍ਰਕਾਰ ਦੀਨ ਤਹਿ ਧੀਰਾ। ਉਹਨੂੰ ਬਹੁਤ ਤਰ੍ਹਾਂ ਦੀ ਧੀਰਜ ਦੇ ਕੇ, ਉਹਨੂੰ ਹੌਸਲਾ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਗਮਨ ਕੀਓ ਪੁਨ ਗੁਨੀ ਗਹੀਰਾ। ਮਹਾਰਾਜ ਨੇ ਫਿਰ ਉੱਥੋਂ ਚਾਲੇ ਪਾਏ ਸੰਗਲਾਦੀਪ ਤੋਂ। ਹੁਣ ਅਗਲੇ ਨਿਕਲ ਗਏ। ਪੂਜਾ ਨ੍ਰਿਪ ਕੀ ਸ੍ਰੀ ਗੁਰੂ ਪਾਛੇ। ਕਹਿਣਗੇ ਫਿਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿੰਨਾ ਵੀ ਸੰਗਲਾਦੀਪ ਸੀਗਾ, ਰਾਜਾ ਸ਼ਿਵਨਾਥ ਨੂੰ ਗੁਰੂ ਨਾਨਕ ਦਾ ਰੂਪ ਕਰਕੇ ਪੂਜਦੇ ਸਨ, ਉਹਨੂੰ ਗੁਰੂ ਨਾਨਕ ਦਾ ਹੀ ਰੂਪ ਜਾਣਦੇ ਸਨ। ਸਰਬ ਦੇਸ਼ ਕਰਹੀ ਵਿਦ ਪਾਛੇ। ਸੋ ਸਾਰੀ ਉਹ ਦੇਸ਼ ਦੀ ਵਿਧੀ ਉਸੇ ਤਰ੍ਹਾਂ ਹੀ ਚੱਲੀ ਜਿਵੇਂ ਗੁਰੂ ਨਾਨਕ ਨੇ ਸਿੱਖਿਆ ਦਿੱਤੀ, ਉਵੇਂ ਸ਼ਿਵਨਾਥ ਨੇ ਅੱਗੇ ਪ੍ਰਚਾਰ ਕੀਤਾ। ਬਰ ਪਾਵਹਿ ਜੋ ਜਹ ਮਨ ਭਾਨਾ। ਸੋ ਦੇਖੋ ਰਾਜਾ ਸ਼ਿਵਨਾਥ 'ਚ ਇੰਨੀ ਜਿਹੜੀ ਹੈ ਕਿਰਪਾ ਸੀਗੀ ਗੁਰੂ ਨਾਨਕ ਸਾਹਿਬ ਜੀ ਦੀ, ਜੋ ਵੀ ਕੋਈ ਇੱਛਾ ਕਰਦਾ ਸੀ ਨਾ ਉਹਦੀ ਇੱਛਾ ਪੂਰੀ ਹੋ ਜਾਂਦੀ ਸੀ। ਸੋ ਇਸ ਕਰਕੇ ਜਿਹੜਾ ਰਾਜਾ ਸ਼ਿਵਨਾਥ ਨੂੰ ਲੋਕ ਬਹੁਤ ਪੂਜਣ ਲੱਗੇ ਸਨ। ਕਰਹਿ ਸਦਾ ਸਤ ਸੰਗ ਸੁਹਾਵਾ। ਸੋ ਹਮੇਸ਼ਾ ਉੱਥੇ ਸਤ ਸੰਗ ਚੱਲਣ ਲੱਗ ਪਿਆ, ਹਮੇਸ਼ਾ ਸਤ ਸੰਗ ਹੁੰਦਾ ਹੈ।
ਹੁਣ ਦੇਖੋ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਵੀ ਰਾਜਾ ਸ਼ਿਵਨਾਥ ਵਿੱਚ ਇੰਨੀਆਂ ਬਰਕਤਾਂ ਆ ਗਈਆਂ, ਇੰਨੀਆਂ ਸ਼ਕਤੀਆਂ ਆ ਗਈਆਂ, ਉਹ ਗਾਂ ਲੋਕਾਂ ਦੀਆਂ ਇੱਛਾ ਪੂਰੀਆਂ ਕਰਨ ਲੱਗ ਗਿਆ। ਸੋ ਇਹ ਆ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਤਾਂ ਹੈਗੇ ਜੋ ਹੈਗੇ ਨੇ, ਪਰ ਜਿਹਨੂੰ ਕਿਤੇ ਹੱਥ ਲਾ ਦਿੰਦੇ ਨੇ ਨਾ, ਜਿਹਨੂੰ ਮਹਾਰਾਜ ਦੀ ਸ਼ੋਅ ਪ੍ਰਾਪਤ ਹੋ ਜਾਂਦੀ ਹੈ, ਉਹ ਵੀ ਜਿਹੜਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਸਵਈਆ ਦੇਸ ਤਿਸੀ ਜਗਤੇਸ਼ ਗਏ ਜਹ। ਕਹਿਣਗੇ ਦੇਸ਼ ਤਿਸੀ ਜਗਤੇਸ਼ ਗਏ ਤਹਿ। ਜਗਤੇਸ਼ ਵਿੱਚ ਜਗਤ ਦੇ ਏਸ਼, ਜਗਤ ਦੇ ਮਾਲਕ, ਜਗਤ ਦੇ ਸੁਆਮੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣ ਉਹ ਦੇਸ਼ ਗਏ। ਅੰਗਨਾ ਰਾਜ ਕਰੈ ਪੁਰ ਮਾਹੀ। ਉਹ ਥਾਂ ਤੇ ਗਏ ਜਿੱਥੇ ਕਿ ਇਸਤਰੀ ਰਾਜ ਸੀਗਾ, ਜਿੱਥੇ ਇਸਤਰੀਆਂ ਰਾਜ ਕਰਦੀਆਂ ਸਨ। ਸੋ ਹੁਣ ਤੁਸੀਂ ਦੇਖੋਗੇ ਨਾ ਹਿਸਟਰੀ ਦੇ ਵਿੱਚ ਆਪਾਂ ਕਈ ਥਾਂ ਤੇ ਇਹ ਗੱਲਾਂ ਆਪਾਂ ਪੜਾਂਗੇ। ਉਸ ਸਮੇਂ ਦੇ ਵਿੱਚ ਕਿੰਨੇ ਰਾਜ ਸੀਗੇ ਦੁਨੀਆ ਦੇ ਜਿਹੜੀਆਂ ਇਸਤਰੀਆਂ ਕਰਦੀਆਂ ਸਨ। ਸੋ ਅੱਜ ਲੋਕ ਕਹਿੰਦੇ ਜੀ ਜੈਂਡਰ ਜਿਹੜਾ ਹੈ ਕਰਨਾ ਚਾਹੀਦਾ ਜੀ, ਮਾਈਆਂ ਨੂੰ ਮੂਹਰੇ ਕਰਨਾ ਚਾਹੀਦਾ ਜੀ, ਔਰਤਾਂ ਤਾਂ ਪਹਿਲਾਂ ਤੋਂ ਹੀ ਮੂਹਰੇ ਸੀਗੀਆਂ। ਹਾਂਜੀ, ਪਿੱਛੇ ਤਾਂ ਅੰਗਰੇਜ਼ਾਂ ਨੇ ਆ ਕੇ ਕੀਤੀਆਂ ਥੋੜੀਆਂ ਬਹੁਤੀਆਂ। ਹਾਂਜੀ, ਹੁਣ ਅੰਗਰੇਜ਼ੀ ਰੌਲਾ ਪਾਉਂਦੇ ਆ ਜੀ ਇਕੁਅਲਨ ਚਾਹੀਦਾ ਜੀ, ਇਹ ਚਾਹੀਦਾ ਜੀ, ਆਪੇ ਪੌੜੇ ਪਾ ਕੇ ਤੇ ਆਪੇ ਫਿਰ ਸਵਾਰਨ ਲੱਗ ਜਾਂਦੇ ਆ। ਹਾਂਜੀ, ਸਾਰੇ ਤਾਂ ਪੌੜੇ ਇਹਨਾਂ ਦੇ ਪਾਏ ਹੋਏ ਹਨ। ਦੇਖੋ ਹੁਣ ਇੰਡੀਅਨ ਫਿਲਾਸਫੀ ਦੇ ਵਿੱਚ ਔਰਤ ਨੂੰ ਕੁਈਨ ਬਣਾਇਆ ਜਾਂਦਾ ਸੀ ਉਸ ਵੇਲੇ। ਹਾਂਜੀ, ਜੇ ਕੁਈਨ ਰਾਜ ਕਰਦੀਆਂ ਰਹੀਆਂ ਨੇ, ਕਿੰਨੀਆਂ ਰਾਣੀਆਂ ਨੇ ਰਾਜ ਕੀਤਾ ਹੈ, ਕੋਈ ਪ੍ਰੋਬਲਮ ਨਹੀਂ ਸੀਗਾ। ਹਾਂਜੀ, ਸੋ ਇਸੇ ਤਰ੍ਹਾਂ ਹੀ ਹੈ, ਇਹ ਆਪੇ ਪਹਿਲਾਂ ਪ੍ਰੋਬਲਮ ਬਣਾਉਂਦੇ ਨੇ, ਫਿਰ ਪ੍ਰੋਬਲਮ ਸੋਲਵ ਕਰਕੇ ਆਪੇ ਮਾਰਵਲਸ ਮੂਵੀ ਬਣਾ ਕੇ ਆਪੇ ਹੀਰੋ ਬਣ ਜਾਂਦੇ ਨੇ, ਫਿਰ ਕਹਿੰਦੇ ਅਭੀ ਸੇਵ ਦ ਵਰਲਡ। ਹਾਂਜੀ, ਆਪੇ ਪਹਿਲਾਂ ਦੁਨੀਆ ਨੂੰ ਖਤਮ ਕਰਦੇ ਨੇ, ਫਿਰ ਸੇਵ ਦ ਵਰਲਡ ਬਣ ਜਾਂਦੇ ਨੇ। ਸੋ ਇਸ ਤਰ੍ਹਾਂ ਕਰਕੇ ਜਿਹੜਾ ਇਹ ਸਾਰਾ ਡੋਂਗ ਹੈ ਜੀ, ਇਹ ਸਾਰਾ ਇਹਨਾਂ ਦਾ ਡਰਾਮਾ ਹੀ ਹੈ ਕੁਛ। ਮੈਂ ਮਰਦਾਨਾ ਦੂ ਪਛਚਾਤ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸਤਰੀ ਰਾਜ ਵਾਲੇ ਸ਼ਹਿਰ ਵਿੱਚ ਗਏ ਤੇ ਉੱਥੇ ਕੀ ਹੈ, ਕਹਿੰਦੇ ਹਕੀਕਤ ਰਾਹ ਮੁਕਾਮ ਦੇ ਵਿੱਚ ਨਾ ਇਹ ਜ਼ਿਕਰ ਵੀ ਆਉਂਦਾ ਹੈ, ਤ੍ਰਿਆ ਰਾਜ ਹੈ ਤਹਾਂ ਵੀ ਬਾਬੇ ਕਾ ਦਿਹਰਾ ਹੈ। ਸੋ ਉੱਥੇ ਦੱਸਿਆ ਸੀਗਾ ਵੀ ਉੱਥੇ ਤ੍ਰਿਆ ਰਾਜ ਹੈ, ਸ਼ਿਵਨਾਥ ਰਾਜੇ ਦੇ ਜਿਹੜਾ ਉਹ ਸ਼ੰਗਲਾਦੀਪ ਹੈ, ਉੱਥੇ ਇਸਤਰੀ ਰਾਜ ਸੀਗਾ। ਸੋ ਇਹ ਰਾਹ ਮੁਕਾਮ ਦੇ ਵਿੱਚ ਹਕੀਕਤ ਰਾਹ ਮੁਕਾਮ ਜਿਹੜੇ ਹੈਂਡ ਰਿਟਨ ਸਰੂਪ ਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦੇ ਪਿਛਲੇ ਪਾਸੇ ਇਹ ਲਿਖਿਆ ਹੁੰਦਾ ਸੀਗਾ। ਹਾਂ, ਬਹੁਤ ਸਾਰੇ ਸਰੂਪਾਂ ਦੇ ਵਿੱਚ ਹੈਗਾ ਹੈ। ਸੋ ਇਉਂ ਕਰਕੇ ਆਇਆ ਕਰਦਾ ਸੀਗਾ। ਸੋ ਹੁਣ ਜਿਹੜੇ ਸਰੂਪ ਪ੍ਰਿੰਟਡ ਆ ਉਹਨਾਂ ਵਿੱਚ ਇਹ ਨਹੀਂ ਆਉਂਦਾ। ਸੋ ਇਸ ਤਰ੍ਹਾਂ ਕਈ ਹੋਰ ਵੀ ਬਾਣੀਆਂ ਸਨ ਜਿਹੜੀਆਂ ਪਿੱਛੇ ਆਉਂਦੀਆਂ ਹੁੰਦੀਆਂ ਸਨ। ਸੋ ਉਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਸੰਗਲਾਦੀਪ ਬਾਰੇ। ਪਰ ਹੁਣ ਇੱਥੇ ਜਿਹੜਾ ਮਹਾਰਾਜ ਹੁਣ ਉੱਥੋਂ ਛੱਡ ਕੇ ਜਿਹੜਾ ਅਗਲੇ ਦੇਸ਼ ਗਿਆ, ਉੱਥੇ ਵੀ ਤ੍ਰਿਆ ਰਾਜ ਹੈ, ਉੱਥੇ ਵੀ ਔਰਤਾਂ ਦਾ ਰਾਜ ਹੈ। ਸੋ ਮਹਾਰਾਜ ਜੀ ਉੱਥੇ ਪਹੁੰਚਦੇ ਹਨ ਤੇ ਜਦੋਂ ਮਹਾਰਾਜ ਉਹ ਸ਼ਹਿਰ ਵਿੱਚ ਵੜਦੇ ਹਨ ਸਮੁੰਦਰ ਨੂੰ ਪਾਰ ਕਰਕੇ, ਬਿਕਾਜ਼ ਤੁਹਾਨੂੰ ਪਤਾ ਸਿਲੋਨ ਜਿਹੜਾ ਇੱਕ ਜਿਹੜਾ ਹੈ ਆਈਲੈਂਡ ਦੀ ਤਰ੍ਹਾਂ ਹੈ ਨਾ, ਉਹਦੇ ਆਲੇ ਦੁਆਲੇ ਸਾਰਾ ਸਮੁੰਦਰ ਹੈ। ਮਹਾਰਾਜ ਸਮੁੰਦਰ ਪਾਰ ਕਰਕੇ ਜਦੋਂ ਵਾਪਸ ਉਧਰਲੇ ਪਾਸੇ ਜਾਂਦੇ ਹਨ ਹਿੰਦੁਸਤਾਨ ਵੱਲ, ਤਾਂ ਉੱਥੇ ਇੱਕ ਸ਼ਹਿਰ ਆਉਂਦਾ ਹੈ। ਸੋ ਇਹ ਸ਼ਹਿਰ ਸਾਰਾ ਹੀ ਔਰਤਾਂ ਦੇ ਕਬਜ਼ੇ ਵਿੱਚ ਹੈ। ਚੱਲੇ ਗੁਰੂ ਨਾਨਕ ਆਗੇ ਸੋ ਜਾਹੀ। ਹੁਣ ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਪਿੱਛੇ ਪਿੱਛੇ ਤੇ ਗੁਰੂ ਨਾਨਕ ਸਾਹਿਬ ਜੀ ਸਾਹਮਣੇ ਤੁਰੇ ਜਾਂਦੇ ਹਨ। ਤੇ ਅਸੀਂ ਦੇਖਦੇ ਹਾਂ ਸਾਰੀਆਂ ਔਰਤਾਂ ਹੀ ਤੁਰੀਆਂ ਜਾਂਦੀਆਂ ਨੇ, ਵੀ ਬੰਦਾ ਤਾਂ ਕੋਈ ਦਿਸਦਾ ਨਹੀਂ। ਹਾਂਜੀ, ਸੋ ਕਹਿੰਦੇ ਅਸੀਂ ਦੇਖਦੇ ਜਾਂਦੇ ਆ ਤੇ ਮਹਾਰਾਜ ਮੂਹਰੇ ਮੂਹਰੇ ਤੁਰੇ ਜਾਂਦੇ ਆ, ਮਰਦਾਨਾ ਤੇ ਮੈਂ ਕਹਿੰਦੇ ਪਿੱਛੇ ਪਿੱਛੇ ਮਹਾਰਾਜ ਦੇ। ਦੰਬਨ ਸਾਵਨ ਨਾਮ ਜਪਾਵਨ। ਹੁਣ ਦੇਖੋ ਗੁਰੂ ਨਾਨਕ ਸਾਹਿਬ ਜੀ ਉਹ ਦੇਸ਼ ਵਿੱਚ ਕਿਉਂ ਗਏ, ਕਹਿੰਦੇ ਦਮ ਇਸ ਪਖੰਡ, ਹਿਪੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਤੇ ਲੋਕਾਂ ਨੂੰ ਪਰਮੇਸ਼ਰ ਦਾ ਨਾਮ ਜਪਾਉਣ ਵਾਸਤੇ। ਜਾਵਨ ਕਾਰਨ ਆਨ ਕੋ ਨਾਹੀ। ਕਹਿੰਦੇ ਜਾਵਨ ਕਾਰਨ ਆਨ ਕੋ ਨਾਹੀ, ਹੋਰ ਕੋਈ ਕਾਰਜ ਵਾਸਤੇ ਨਹੀਂ ਮਹਾਰਾਜ ਉੱਥੇ ਗਏ। ਮਹਾਰਾਜ ਉੱਥੇ ਸੈਲਫੀਆਂ ਲੈਣ ਨਹੀਂ ਗਏ। ਹਾਂਜੀ, ਮਹਾਰਾਜ ਉੱਥੇ ਫੋਟੋ ਨਹੀਂ ਲਾਉਣ ਗਏ। ਮਹਾਰਾਜ ਸਿਰਫ ਉੱਥੇ ਦੰਭ ਹਿਪੋਕ੍ਰੇਸੀ ਨੂੰ ਖਤਮ ਕਰਕੇ ਤੇ ਨਾਮ ਜਪਾਉਣ ਵਾਸਤੇ ਗਏ ਹਨ। ਪਾਵਕ ਸਾਗਰ ਹੀਰ ਅਗਾਹ। ਕਹਿਣ ਲੱਗੇ ਅਗਨ ਸਾਗਰ ਸੀਗਾ। ਹੁਣ ਦੇਖੋ ਇਹ ਵੀ ਇੱਕ ਚੀਜ਼ ਹੈ, ਜਿਵੇਂ ਕਹਿੰਦੇ ਦੁੱਧ ਦਾ ਸਮੁੰਦਰ ਸੀਗਾ, ਅੱਗ ਦਾ ਸਮੁੰਦਰ ਸੀਗਾ। ਸੋ ਜਿਹੜੇ ਇਹ 7 ਸੀ ਸੀਗੇ ਨਾ, ਉਹਨਾਂ ਦੇ ਵੱਖਰੇ ਵੱਖਰੇ ਨਾਮ ਸੀਗੇ। ਸੋ ਉਸ ਟਾਈਮ ਤੇ ਜਿਹੜੇ ਸਮੁੰਦਰ ਨੂੰ ਗੁਰੂ ਨਾਨਕ ਸਾਹਿਬ ਨੇ ਪਾਰ ਕੀਤਾ ਨੂੰ ਅਗਨ ਸਾਗਰ ਕਹਿੰਦੇ ਸਨ, ਅੱਗ ਵਾਲਾ ਸਾਗਰ। ਸੋ ਕਹਿੰਦੇ ਉਹ ਅਗਨ ਸਾਗਰ ਨੂੰ ਪਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਗਏ ਸੰਗਲਾਦੀਪ ਤੋਂ ਉੱਥੇ ਤੱਕ। ਕਿਉ ਹਰ ਕੀਰਤ ਸੇਤ ਕੋ ਨਾਹੀ। ਕਹਿਣਗੇ ਕਿਉ ਹੇਰ, ਮਹਾਰਾਜ ਕਿਸ ਤਰ੍ਹਾਂ ਇਹ ਸਮੁੰਦਰ ਨੂੰ ਪਾਰ ਕੀਤਾ। ਕਹਿੰਦੇ ਮਹਾਰਾਜ ਗੁਰੂ ਨਾਨਕ ਨੇ ਇੱਕ ਬ੍ਰਿਜ ਬਣਾਇਆ। ਉਹ ਬ੍ਰਿਜ ਕੀ ਸੀਗਾ, ਕਿਉ ਹਰ ਕੀਰਤ, ਪਰਮਾਤਮਾ ਦੀ ਕੀਰਤ, ਪਰਮਾਤਮਾ ਦੇ ਪ੍ਰੇਸ਼ ਨੂੰ ਉਹ ਬ੍ਰਿਜ ਬਣਾਇਆ ਤੇ ਉਹਦੇ ਉੱਤੇ ਚੱਲ ਕੇ ਗੁਰੂ ਨਾਨਕ ਸਾਹਿਬ ਜੀ ਗਏ। ਮਤਲਬ ਪਰਮਾਤਮਾ ਦੀ ਕੀਰਤੀ ਕਰਦੇ ਕਰਦੇ ਪਾਣੀ ਦੇ ਉੱਤੇ ਤੁਰ ਕੇ ਚਲੇ ਗਏ। ਹਾਂਜੀ, ਸੋ ਇਹ ਆਗਨ ਸਾਗਰ ਨੂੰ ਇਸ ਤਰ੍ਹਾਂ ਤਰਿਆ ਜੀ। ਭੂਰ ਹੁਤੋ ਪੁਰ ਨਾਰ ਨਰੇਸ਼ਨ। ਹਾਂ, ਕਹਿਣਗੇ ਭੂਰ ਹੁਤੋ ਪੁਰ, ਕਹਿਣਗੇ ਉਹ ਸ਼ਹਿਰ ਬਹੁਤ ਵੱਡਾ ਸੀਗਾ। ਇਹ ਵਾਸ ਅ ਬਿਗ ਟਾਊਨ। ਸੋ ਬਹੁਤ ਲੋਕ ਸੀ ਉੱਥੇ ਤੁਰੇ ਫਿਰਦੇ ਤੇ ਉੱਥੇ ਕਹਿੰਦੇ ਉਸਦੇ ਨਾਰ ਨਰੇਸ਼ਨ,
ਨਾਰੀ ਉਹਨਾਂ ਦਾ ਰਾਜਾ ਸੀਗਾ, ਮਤਲਬ ਇਸਤਰੀ ਉਹਨਾਂ ਦਾ ਰਾਜਾ ਸੀਗਾ ਜੀ। ਤਾਹੀ ਕੇ ਮਦ ਗਏ ਗਤ ਦਾਨੀ। ਮਹਾਰਾਜ ਉਹਨਾਂ ਦੇ ਟਾਊਨ ਸੈਂਟਰ ਵਿੱਚ ਚਲੇ ਗਏ, ਜਿੱਥੇ ਉਹਨਾਂ ਦਾ ਸਿਟੀ ਸੈਂਟਰ ਸੀਗਾ ਉੱਥੇ ਤੱਕ ਪਹੁੰਚ ਗਏ ਜੀ। ਵਿਥਿਕਾ ਹੀਰ ਬਰੇ ਬਿਪਨੀ ਪੁਨ। ਤੇ ਫਿਰ ਕੀ ਹੋਇਆ, ਉਹ ਸ਼ਹਿਰ ਦੇ ਅੰਦਰ ਜਾ ਕੇ ਇੱਕ ਜਿਹੜੀ ਹੈ, ਇੱਕ ਆਪਾਂ ਕਹੋਗੇ ਜੀ, ਇੱਕ ਸਟਰੀਟ ਨਹੀਂ ਕਹੋਗੇ, ਇੱਕ ਲੇਨ ਕਵਾਂਗੇ ਛੋਟੀ ਜੀ, ਜਿਵੇਂ ਜਿਹੜਾ ਹੈ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਹਾਂ ਜੀ ਗਲੀ ਕਹਿ ਦਈਏ, ਜਾਂ ਇਸ ਤਰ੍ਹਾਂ ਆਪਾਂ ਕਹਿੰਦੇ ਹੁੰਦੇ ਹਾਂ, ਛੋਟੀ ਜੀ ਗਲੀ ਸੀਗੀ ਉਹ ਸ਼ਹਿਰ ਦੀ, ਉਹਦੇ ਵਿੱਚ ਅੰਦਰ ਚਲੇ ਗਏ ਮਹਾਰਾਜ ਜੀ ਤੁਰ ਕੇ। ਆਪਨ ਭਾਂਤ ਅਨੇਕਨ ਠਾਨੀ। ਕਹਿਣ ਲੱਗੇ ਆਪਨ ਭਾਂਤ ਅਨੇਕਨ ਠਾਨੀ, ਕਹਿਣ ਲੱਗੇ ਉੱਥੇ ਬਹੁਤ ਸਾਰੀਆਂ ਦੁਕਾਨਾਂ ਸਨ, ਛੋਟੀਆਂ ਛੋਟੀਆਂ ਦੁਕਾਨਾਂ, ਜਿਵੇਂ ਇੰਡੀਆ 'ਚ ਨਹੀਂ ਤੁਸੀਂ ਜਾਂਦੇ ਅੰਮ੍ਰਿਤਸਰ 'ਚ ਗਲੀਆਂ ਜਿਹੀਆਂ ਹੁੰਦੀਆਂ, ਉਹਦੇ ਇੱਥੇ ਵੀ ਦੁਕਾਨ, ਇੱਥੇ ਵੀ ਦੁਕਾਨ, ਛੋਟੀ ਛੋਟੀਆਂ ਜਿਹੀਆਂ ਦੁਕਾਨਾਂ ਬਹੁਤ ਸਾਰੀਆਂ ਸਨ ਜੀ, ਲੈਫਟ ਐਂਡ ਰਾਈਟ। ਹਾਂਜੀ, ਬੈਨ ਭਨੇ ਮਰਦਾਨੇ ਤਬੈ। ਉਸ ਵੇਲੇ ਭਾਈ ਮਰਦਾਨਾ ਮਹਾਰਾਜ ਦੇ ਪਿੱਛੇ ਚੱਲਿਆ ਆਉਂਦਾ ਸੀਗਾ, ਤੇ ਉਹ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ, ਮੁਝ ਆਇਸ ਦੇਹੋ ਕਿ ਪੀਵੋ ਕਿਤ ਪਾਣੀ। ਕਹਿਣ ਲੱਗੇ ਮਹਾਰਾਜ ਮੈਨੂੰ ਆਗਿਆ ਦੇ ਦਿਓ, ਮੈਂ ਪਾਣੀ ਪੀ ਕੇ ਆਉਣਾ ਹੈ। ਕਹਿੰਦੇ ਮੈਨੂੰ ਬਹੁਤ ਪਿਆਸ ਲੱਗੀ ਹੋਈ ਹੈ, ਮੈਨੂੰ ਜੀ ਕਰਦਾ ਮੈਂ ਪਾਣੀ ਪੀ ਲਵਾਂ, ਸੋ ਆਈ ਵਾਂਟ ਟੂ ਡਰਿੰਕ ਵਾਟਰ, ਮੈਨੂੰ ਤ੍ਰੇ ਲੱਗੀ ਹੋਈ ਹੈ। ਲਾਗ ਪਿਪਾਸ ਰਹੀ ਮੁਖ ਸੂਕਤ। ਮਹਾਰਾਜ ਮੇਰਾ ਮੂੰਹ ਸੁੱਕਦਾ ਜਾਂਦਾ ਹੈ, ਮੇਰਾ ਮੂੰਹ ਸੁੱਕ ਗਿਆ ਮਹਾਰਾਜ, ਮੈਨੂੰ ਪਾਣੀ ਦੀ ਲੋੜ ਹੈ, ਮੈਂ ਡੀਹਾਈਡਰੇਟਡ ਹੋ ਰਿਹਾ ਮਹਾਰਾਜ, ਕਿਰਪਾ ਕਰੋ ਮੈਨੂੰ ਪਾਣੀ ਪੀਣ ਦੀ ਆਗਿਆ ਦਿਓ, ਤੇ ਮੈਂ ਇੱਥੇ ਜਾ ਕੇ ਨਾ ਪਾਣੀ ਪੀ ਕੇ ਆਉਂਦਾ ਭੱਜ ਕੇ। ਆਪ ਚਲੋ ਰਲ ਜਾਉ ਸੰਗਾਨੀ। ਆ ਕਹਿੰਦੇ ਆਪ ਚਲੋ, ਤੁਸੀਂ ਤੁਰਦੇ ਜਾਓ, ਕੋਈ ਨਹੀਂ, ਹੌਲੀ ਹੌਲੀ, ਮੈਂ ਪਾਣੀ ਪੀ ਕੇ ਬਸ ਹੁਣੇ ਥੋੜੇ ਪਿੱਛੇ ਆਇਆ। ਹਾਂਜੀ, ਸੋ ਮਰਦਾਨੇ ਨੇ ਇਹ ਗੱਲ ਕਹੀ। ਹਾਂਜੀ, ਸੋ ਆਪ ਜੀ ਨੂੰ ਯਾਦ ਹੋਗਾ ਨਾ, ਉਸ ਸਮਿਆਂ 'ਚ ਪਾਣੀ ਕੋਈ ਵੇਚਦਾ ਨਹੀਂ ਹੁੰਦਾ ਸੀ, ਪਾਣੀ ਫ੍ਰੀ ਦਿੱਤਾ ਜਾਂਦਾ ਸੀਗਾ। ਹਾਂਜੀ, ਜੇ ਤੁਸੀਂ ਕਿਸੇ ਘਰ ਜਾਓ ਪਾਣੀ ਫ੍ਰੀ ਮਿਲਦਾ ਸੀਗਾ। ਹਾਂਜੀ, ਜੋ ਵੀ ਜਿਹੜਾ ਖੂਹ ਆ ਜਾਂਦਾ ਸੀ, ਖੂਹ ਤੋਂ ਪਾਣੀ ਫ੍ਰੀ ਮਿਲ ਜਾਂਦਾ ਸੀ। ਦੁਕਾਨ ਤੇ ਜਾਓ, ਤੁਸੀਂ ਕਹੋਗੇ ਮੈਂ ਪਾਣੀ ਲੈਣਾ ਹੈ, ਹਾਂਜੀ, ਉਹ ਤੁਹਾਨੂੰ ਪਾਣੀ ਫ੍ਰੀ ਦੇ ਦਿੰਦੇ ਸਨ ਨਾ, ਕੋਈ ਪ੍ਰੋਬਲਮ ਨਹੀਂ ਸੀਗਾ। ਇਹ ਪਾਣੀ ਤਾਂ ਹੁਣੇ ਆਪਾਂ ਨੂੰ ਮੁੱਲ ਲੈਣਾ ਪੈਂਦਾ ਹੈ, ਉੱਤੇ ਲੇਬਲ ਲੱਗਿਆ ਮਿਨਰਲ ਵਾਟਰ, ਡਰਿੰਕਿੰਗ ਵਾਟਰ, ਵਾਟ ਐਵਰ ਵਾਟਰ, ਹਾਂਜੀ, ਉਹ ਸਪਰਿੰਗ ਵਾਟਰ, ਹਾਂਜੀ, ਸਾਰਾ ਜਿਹੜਾ ਹੈ ਅੱਜ ਕੱਲ੍ਹ ਪਾਣੀ ਵੀ ਵਿਕਦਾ ਹੈ। ਜੇ ਉਹ ਸਮਿਆਂ ਵਿੱਚ ਨਾ ਤੁਸੀਂ ਨਾ 40-50 ਸਾਲ ਕਹਿ ਦਿਓ ਪਹਿਲਾਂ ਵੀ ਪਾਣੀ ਵੇਚਣਾ, ਲੋਕਾਂ ਨੇ ਤੁਹਾਨੂੰ ਨਾ ਕੁੱਟ-ਕੁੱਟ ਕੇ ਮਾਰ ਦੇਣਾ ਸੀਗਾ ਵੀ ਗੱਲ ਕੀ ਕਰਦਾ, ਪਾਣੀ ਫ੍ਰੀ ਹੁੰਦਾ, ਕਿੱਥੇ ਲੋਕ ਵੇਚਦੇ ਆ, ਸਿਰਫ ਇੱਕ ਕੰਪਨੀ ਵੇਚਦੀ ਹੈ ਜਿਹੜੀ ਪਾਣੀ ਸਪਲਾਈ ਕਰਦੀ ਹੈ ਘਰ ਨੂੰ। ਹਾਂਜੀ, ਪੀਣ ਵਾਲਾ ਪਾਣੀ ਕੌਣ ਵੇਚਦਾ? ਇਹਦੇ ਨਾਲ ਬੋਟਲ ਵਾਟਰ ਕੋਈ ਮੁੱਲ ਜਿਹੜਾ ਕੋਈ ਖਰੀਦੇਗਾ ਜੀ 30 ਸਾਲ ਪਹਿਲਾਂ, ਵਿਲ ਯੂ ਬਾਈ ਇਟ ਅਰ ਨਾਟ? ਮੈਂ ਤੁਹਾਨੂੰ ਪਲੇਨ ਵਾਟਰ ਵੇਚਾਂ ਤੇ ਕੋਲੇ ਕੋਕੋ ਕੋਲਾ ਪਿਆ ਹੋਵੇ, ਹੋਰ ਪਿਆ ਹੋਵੇ, ਤੁਸੀਂ ਕੀ ਲਓਗੇ? ਹਾਂ, ਤੇ ਲੋਕੀ ਕਹੋਗੇ ਪਾਗਲ ਹੈ ਬੰਦਾ, ਜਿਹੜਾ ਖਾਲੀ ਪਾਣੀ ਵੇਚੀ ਜਾਂਦਾ ਹੈ। ਬਟ ਅੱਜ ਕੱਲ੍ਹ ਸਭ ਤੋਂ ਜਿਹੜਾ ਹੈ ਮੋਸਟ ਸੈਲਿੰਗ ਵਾਟਰ ਕੀ ਹੈ ਜੀ? ਪਲੇਨ ਵਾਟਰ ਹੈ ਜੀ, ਮਿਨਰਲ ਵਾਟਰ, ਡਰਿੰਕਿੰਗ ਵਾਟਰ, ਵਾਟਰ, ਸਪਰਿੰਗ ਵਾਟਰ, ਆਸਮੋਸਿਸ ਵਾਟਰ, ਜੀ ਉਹ ਜੀ ਬੜਾ ਕੁਛ ਹੁੰਦਾ ਹੈ ਜੀ। ਹਾਂਜੀ, ਸਾਰਾ ਹੀ ਉਹੀ ਪਾਣੀ ਹੁੰਦਾ ਹੈ। ਤੇ ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ 2 ਮਿੰਟ ਦਿਓ, ਮੈਂ ਇੱਥੋਂ ਜਾ ਗਿਆ, ਮੈਂ ਉਹਨਾਂ ਨੂੰ ਕਹਿਣਾ ਪਾਣੀ ਲਿਆ ਦਿਓ, 2 ਘੁੱਟ ਪੀ ਕੇ ਮੈਂ ਪਾਣੀ ਤੁਹਾਡੇ ਪਿੱਛੇ ਪਿੱਛੇ। ਹਾਂਜੀ, ਤੁਸੀਂ ਹੌਲੀ ਹੌਲੀ ਜਾਈ ਜਾਓ। ਦੋਹਰਾ ਇਹ ਬਿਦ ਬਦ ਕਰ ਬਦਨ ਤੇ ਲੈ ਦੁੱਖ ਕਦਨ ਰਜਾਏ। ਕਹਿਣ ਲੱਗੇ ਇਹ ਇਸ ਤਰ੍ਹਾਂ ਦਾ ਜਿਹੜਾ ਹਨ ਬੇਨਤੀ ਵਾਲੇ ਬਚਨ ਕਰਕੇ ਭਾਈ ਮਰਦਾਨੇ ਨੇ ਆਪਣੇ ਮੂੰਹ ਤੋਂ ਕਹੇ, ਤੇ ਦੁੱਖ ਕੰਦਨ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਦੁੱਖ ਕੱਟਣ ਵਾਲੇ ਨੇ, ਉਹਨਾਂ ਦਾ ਜਿਹੜਾ ਹੈ ਕਨਸੈਂਟ ਲੈ ਕੇ ਭਾਈ ਮਰਦਾਨਾ ਜੀ ਗਇਓ ਸੰਗ ਤਜ ਸਦਨ ਇੱਕ। ਸੋ ਉਹਨਾਂ ਦਾ ਸੰਗ ਛੱਡ ਕੇ ਉਹਨਾਂ ਦਾ ਪਿੱਛੇ ਪਿੱਛੇ ਤੁਰਿਆ ਹੁੰਦਾ ਸੀ ਨਾ, ਸੋ ਇਹ ਡੀਟੂਓ ਹੋ ਗਿਆ ਆਪਣ ਭਾਈ ਮਰਦਾਨਾ, ਡੀਟੂਓ ਹੋ ਗਿਆ। ਕਿ ਕਿੱਥੇ ਗਿਆ? ਕਹਿੰਦੇ ਉੱਥੇ ਇੱਕ ਘਰ ਸੀਗਾ, ਕਿਸੇ ਦਾ ਘਰ ਬਣਿਆ ਹੋਇਆ ਸੀ, ਉੱਥੇ ਚਲਿਆ ਗਿਆ। ਜਾਚਿਓ ਜਲ ਮੁਝ ਪਿਆਏ। ਸੋ ਕੀ ਹੋਇਆ, ਉਹ ਘਰ ਵਿੱਚ ਜਾ ਕੇ ਕਹਿੰਦਾ ਭਾਈ ਮਰਦਾਨਾ ਦਰਵਾਜ਼ੇ ਦੇ ਮੂਹਰੇ ਖੜ ਕੇ ਕਹਿੰਦਾ ਜਲ ਮੁਝ ਪਿਆ ਹੈ, ਕਹਿੰਦੇ ਕਿ ਮੈਨੂੰ ਪਾਣੀ ਪਿਲਾਓ ਜੀ, ਮੈਨੂੰ ਪਾਣੀ ਦਿਓ, ਮੈਂ ਪਾਣੀ ਪੀਣਾ। ਫਿਰ ਸਵਈਆ ਇੱਕ ਤੀ ਹੁਤੀ ਤੈਨ ਬੋਲ ਲਿਓ। ਸੋ ਉਹ ਘਰ ਦੇ ਵਿੱਚੋਂ ਇੱਕ ਇਸਤਰੀ ਨਿਕਲੀ ਬਾਹਰ ਆਈ, ਤੇ ਆ ਕੇ ਭਾਈ ਮਰਦਾਨੇ ਵੱਲ ਦੇਖ ਕੇ ਕੀ ਕਹਿੰਦੀ ਹੈ, ਤੁਮ ਅੰਤਰ ਆਨ ਕਰੋ ਜਲਪਾਨਾ। ਕਹਿਣ ਲੱਗੇ ਬਾਬਾ ਜੀ ਤੁਸੀਂ ਬਾਹਰ ਕਿਉਂ ਖੜੇ ਆ, ਅੰਦਰ ਆਓ, ਘਰ ਦੇ ਅੰਦਰ ਆ ਕੇ ਬੈਠੋ, ਬੈਠ ਕੇ ਪਾਣੀ ਛਕੋ ਨਾ। ਹਾਂਜੀ, ਸੋ ਕਹਿੰਦੇ ਘਰ ਆ ਕੇ ਚਰਨ ਪਾਓ, ਆ ਕੇ ਬੈਠੋ, ਤੁਹਾਨੂੰ ਫਿਰ ਪਾਣੀ ਛਕਾਉਂਦੇ। ਹਾਂਜੀ, ਕਿਤ ਦੇਸ ਰਹੋ ਕਿਤ ਜਾਬ ਹੋਗੇ। ਹਾਂ, ਫਿਰ ਪੁੱਛਦੇ ਨੇ, ਉਹ ਔਰਤ ਪੁੱਛਦੀ ਹੈ ਭਾਈ ਮਰਦਾਨੇ ਨੂੰ, ਕਹਿੰਦੇ ਕਿਤ ਦੇਸ਼ ਰਹੋ, ਕਹਿੰਦੇ ਤੁਸੀਂ ਕਿਹੜੇ ਦੇਸ਼ ਵਿੱਚ ਰਹਿਣ ਵਾਲੇ ਹੋ? ਹਾਂਜੀ, ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਤੇ ਕਿੱਥੇ ਜਾਓਗੇ, ਇੱਥੋਂ ਤੁਸੀਂ ਕਿੱਥੇ ਚੱਲੇ ਹੋ? ਅੱਛਾ, ਹੁਣ ਇਨਫੋਰਮੇਸ਼ਨ ਲੈਣਾ ਸੀ। ਨਿਜ ਨਾਮ ਬਤਾਵੋ ਭਾਖ ਸੁਜਾਨਾ। ਫਿਰ ਇਹ ਵੀ ਪੁੱਛ ਲਿਆ, ਕਹਿੰਦੀ ਤੂੰ ਐਂ ਦੱਸ ਤੇਰਾ ਨਾਂ ਕੀ ਹੈ, ਤੂੰ ਆਪਣਾ ਨਾਂ ਵੀ ਦੱਸ। ਹਾਂਜੀ, ਨਾਲ ਇੰਟਰਵਿਊ ਵੀ ਹੋ ਗਿਆ ਪਾਣੀ ਪੀਂਦਿਆਂ ਤਬ ਰੂਪ ਅਪੂਰਬ ਹੇਰਤ ਹੋ। ਕਹਿਣ ਲੱਗੇ ਉਹ ਔਰਤ ਕਹਿੰਦੀ ਦੇਖ ਕੇ ਨਾ, ਕਹਿੰਦੀ ਤੁਹਾਨੂੰ ਪਹਿਲੀ ਵਾਰੀ ਇਹ ਸ਼ਹਿਰ 'ਚ ਦੇਖਿਆ, ਅੱਗੇ ਨਹੀਂ ਕਿਤੇ ਦੇਖਿਆ। ਦੇਖੋ ਲੋਕ ਕਿੰਨੇ ਅੱਗੇ ਕੌਨਸ਼ੀਅਸ ਹੁੰਦੇ ਸਨ, ਉਹਨਾਂ ਨੂੰ ਇਹ ਵੀ ਪਤਾ ਸੀ ਸ਼ਹਿਰ ਵਿੱਚ ਕਿਹੜਾ ਬੰਦਾ ਨਵਾਂ ਕਿਹੜਾ ਪੁਰਾਣਾ।
ਹਾਂਜੀ, ਆਪਾਂ ਨੂੰ ਤਾਂ ਆਪਣਾ ਗੁਆਂਢੀ ਨਹੀਂ ਪਤਾ ਲੱਗਦਾ ਕਿਹੜਾ ਨਵਾਂ ਸੀ ਕਿਹੜਾ ਪੁਰਾਣਾ ਸੀ। ਹਾਂਜੀ, ਫਿਰ ਇਵ ਬੈਨ ਭਨੇ ਪੁਨ ਤਾਸਨ ਮਨ। ਹਾਂ, ਕਹਿਣ ਲੱਗੇ ਫਿਰ ਇਹ ਬੈਣ ਬਣੇ, ਕਹਿੰਦੇ ਇਸ ਤਰ੍ਹਾਂ ਦੇ ਉਹਨੇ ਨੇ ਜਿਹੜੇ ਹਨ ਗੱਲਾਂ ਕੀਤੀਆਂ। ਉਹ ਔਰਤ ਨੇ ਸਵਾਲ ਪੁੱਛੇ, ਪੁੰਨ ਤਾਂ ਸਨਮਾਨਾ, ਕਹਿਣਗੇ ਉਹਨੇ ਫਿਰ ਬੜਾ ਸਤਿਕਾਰ ਜਾ ਕੀਤਾ ਤੇ ਭਾਈ ਮਰਦਾਨਾ ਵੀ ਥੋੜਾ ਜਿਹਾ ਫੀਲ ਈਜ਼ੀ ਹੋ ਗਿਆ ਜੀ। ਸੁਨਿਓ ਇਹ ਅੰਤਰ ਜਾਤ ਭਇਓ। ਹਾਂ, ਕਹਿੰਦੇ ਸੁਣਿਓ ਇਹ ਅੰਤਰ ਜਾਤ ਭਇਓ। ਹਾਂਜੀ, ਹੋਰ ਪੜ੍ਹਦੇ। ਤਹ ਬੈਸ ਗਇਓ ਮਚ ਪੈ ਮਰਦਾਨਾ। ਸੋ ਭਾਈ ਮਰਦਾਨਾ ਜੀ ਥੋੜੇ ਜਿਹਾ ਰਿਲੈਕਸ ਹੋ ਗਏ ਕਿਉਂਕਿ ਉਹਨੇ ਸਵਾਲ ਕਰ ਲਿਆ, ਇੱਕ ਕਨਵਰਸੇਸ਼ਨ ਸ਼ੁਰੂ ਹੋ ਗਈ। ਸੋ ਭਾਈ ਮਰਦਾਨਾ ਜੀ ਨੂੰ ਕਹਿੰਦੇ ਤੂੰ ਅੰਦਰ ਆ ਜਾ, ਹੁਣ ਥੋੜਾ ਜਿਹਾ ਅੰਦਰ ਹੋਰ ਆ ਜਾ। ਸੋ ਉੱਥੇ ਮਿੰਜੀ ਡਾਈ ਹੋਈ ਸੀਗੀ, ਕਹਿੰਦੀ ਤੂੰ ਮਿੰਜੀ ਤੇ ਬਹਿ ਜਾ ਆ ਕੇ, ਕਿ ਉਦੋਂ ਬਹਿ ਕੇ ਤੂੰ ਕੰਫਰਟੇਬਲ ਹੋ ਜਾ ਹੁਣ ਥੋੜਾ ਜਿਹਾ। ਹਾਂਜੀ, ਭੁੰਜੇ ਕਿਉਂ ਬਹਿਣਾ, ਉੱਤੇ ਬੈਠ ਜਾ ਕੇ। ਹਾਂਜੀ, ਸੋ ਕਹਿੰਦੇ ਤਹ ਬੈਸ ਗਇਓ ਮਚ ਪੈ ਮਰਦਾਨਾ। ਸੋ ਭਾਈ ਮਰਦਾਨਾ ਵਿਚਾਰਾ ਬੜਾ ਰਿਲੈਕਸ ਹੋ ਕੇ ਮਿੰਜੇ ਤੇ ਬਹਿ ਗਿਆ। ਦੇਸ ਪੰਜਾਬ ਲਖੋ ਧਰ ਦੂਰ ਸੋ। ਹਾਂ, ਕਹਿਣ ਲੱਗਿਆ ਭਾਈ ਮਰਦਾਨੇ ਨੇ ਦੱਸਿਆ, ਹੁਣ ਉਹਨੇ ਪੁੱਛਿਆ ਸੀ ਨਾ ਤੂੰ ਕਿੱਥੋਂ ਆਇਆ, ਕਿੱਥੇ ਜਾਣਾ, ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਦੇਸ਼ ਪੰਜਾਬ ਹੈ, ਮੈਂ ਦੇਸ਼ ਪੰਜਾਬ ਤੋਂ ਆਇਆ। ਕਹਿੰਦਾ ਉਹ ਦੇਸ਼ ਪੰਜਾਬ ਬਹੁਤ ਦੂਰ ਆ ਇੱਥੋਂ, ਵੈਰੀ ਫਾਰ ਅਵੇ ਹੈ। ਹਾਂਜੀ, ਨਾਮ ਹਮਾਰ ਅਹਿ ਮਰਦਾਨ। ਹਾਂ, ਮੇਰਾ ਨਾਮ ਮਰਦਾਨਾ ਹੈ, ਮੈਂ ਮਰਦਾਨਾ ਮੈਨੂੰ ਕਹਿੰਦੇ ਹਨ। ਕੇਵਲ ਕਾਰਨ ਦੇਸ਼ਨ ਦੇਖਣ। ਹਾਂ, ਕਹਿੰਦੇ ਕਿਉਂ ਆਇਆ ਇੱਥੇ? ਕਹਿੰਦੇ ਸਾਡਾ ਇੱਕ ਕਾਰਨ ਹੈ, ਅਸੀਂ ਦੇਸ਼ ਦੇਖਣ ਵਾਸਤੇ ਆਏ ਹਾਂ, ਵੀ ਆਰ ਟੂਰਿਸਟ। ਹਾਂਜੀ, ਸੋ ਟੂਰਿਸਟ ਹਾਂ, ਅਸੀਂ ਇੱਥੇ ਦੇਖਣ ਦੁੱਖਣ ਆਏ ਹਾਂ। ਕਾਜ ਨਾ ਆਨੇ ਕੀਨ ਪਿਆ। ਹਾਂ, ਕਹਿੰਦਾ ਹੋਰ ਕੋਈ ਸਾਡਾ ਇੱਥੇ ਕੰਮ ਨਹੀਂ ਹੈਗਾ, ਬਸ ਇੱਥੇ ਦੇਖ ਕੇ ਅਸੀਂ ਅਗਾਂਹ ਚਲੇ ਜਾਣਾ ਹੈ, ਅਸੀਂ ਨਹੀਂ ਇੱਥੇ ਰਹਿਣ ਵਾਸਤੇ ਨਹੀਂ ਆਏ। ਸੋ ਸੁਨ ਪਾਨ ਪਿਆਵਨ ਕੇ ਮਿਸ। ਸੋ ਇਹ ਜਿਹੜਾ ਹੈ ਪਾਣੀ ਪਿਲਾਉਣ ਦੇ ਬਹਾਨੇ ਉਹ ਔਰਤ ਨੇ ਕੀ ਕੀਤਾ? ਗਰੀਬ ਮੈਂ ਤੰਤ ਕੋ ਡਾਰ ਬੰਧਾਨਾ। ਕੀ ਹੋਇਆ ਕਿ ਉਹਨੇ ਜਾ ਕੇ ਪਾਣੀ ਲਿਆਤਾ। ਸੋ ਆਬਵੀਅਸਲੀ ਜੋ ਪਾਣੀ ਚੁੱਕਦੇ ਆਪਾਂ ਐ ਨੀਵੇਂ ਹੋ ਕੇ ਚੁੱਕਦੇ ਆ ਨਾ ਪਾਣੀ। ਸੋ ਜਦੋਂ ਗਰਦਨ ਨੀਵੀਂ ਹੋਈ, ਭਾਈ ਮਰਦਾਨੇ ਨੇ ਜਦੋਂ ਗਲਾਸ ਚੁੱਕਣ ਲੱਗੇ ਤਾਂ ਉਸ ਵੇਲੇ ਕੀ ਕੀਤਾ ਉਸ ਔਰਤ ਨੇ? ਗਰੀਬ ਮੈਂ ਤੰਤ ਕੋ ਡਾਰ ਬੰਧਨਾ, ਉਹਨੇ ਆ ਕੇ ਇੱਕ ਤੰਤਰ ਜਿਹੜਾ ਹੁੰਦਾ ਨਾ, ਇੱਕ ਤੰਤਰ ਲਿਖਿਆ ਹੁੰਦਾ, ਇੱਕ ਛੋਟੀ ਛੋਟੀ ਟਿਊਬ ਜੀ ਹੁੰਦੀ ਹੈ, ਉਹ ਇੱਕ ਧਾਗੇ ਨਾਲ ਬੰਨੀ ਹੋਈ ਸੀ। ਉਹਨੇ ਕੁਇਕਲੀ ਕੀ ਕੀਤਾ, ਜਦੋਂ ਭਾਈ ਮਰਦਾਨਾ ਪਾਣੀ ਚੱਕਣਾ ਉਹਦੇ ਗਲ 'ਚ ਬੰਨ੍ਹ ਦਿੱਤੀ, ਬਹੁਤ ਛੱਤੀ ਦੇ ਨਾਲ ਉਹ ਗਲ ਵਿੱਚ ਬੰਨ੍ਹ ਦਿੱਤੀ ਜੀ। ਏਟਕ ਭਾ ਪਲਟੀ ਨਰ ਦੇਹ। ਕੀ ਹੋਇਆ? ਭਾਈ ਮਰਦਾਨਾ ਜਿਹੜਾ ਹੈ ਭੇਡ ਬਣ ਗਿਆ ਫਿਰ ਦੂਜੀ ਵਾਰੀ। ਸੋ ਜਿਹੜਾ ਹੈ ਦੂਜੀ ਵਾਰੀ ਐਸਾ ਹੋਇਆ ਭਾਈ ਮਰਦਾਨੇ ਨਾਲ। ਉਸੇ ਵੇਲੇ ਭਾਈ ਮਰਦਾਨੇ ਦੀ ਕਾਇਆ ਪਲਟ ਗਈ, ਭਾਈ ਮਰਦਾਨਾ ਫੇਰ ਮੁੜ ਕੇ ਭੇਡ ਬਣ ਗਿਆ। ਰੂਪ ਭਇਓ ਮੁਖ ਬੋਲਤ ਹਨ। ਕਹਿਣ ਲਗੇ ਕੁਰੂਪ ਹੋ ਗਿਆ ਹੁਣ ਭਾਈ ਮਰਦਾਨਾ ਨਹੀਂ ਲੱਗਦਾ, ਸ਼ਿਪ ਬਣ ਗਿਆ ਜੀ, ਇੱਕ ਭੇਡ ਬਣ ਗਿਆ। ਤੇ ਕਹਿੰਦੇ ਜਿੱਥੇ ਭਾਈ ਮਰਦਾਨਾ ਇੰਨੇ ਸੋਹਣਾ ਬੋਲਦਾ ਉਸ ਤੇ ਉਹ ਪੈ ਪੈ ਐਂ ਕਰਨ ਲੱਗ ਗਿਆ ਜੀ। ਚੰਚਲ ਨਾਰ ਚਰਿਤ੍ਰ ਹੈ ਸੋ ਕਰ। ਕਹਿਣ ਲਗੇ ਉਹ ਚੰਚਲ ਨਾਰ ਸੀ, ਬੜੀ ਚਲਾਕ ਸੀਗੀ, ਬੜੀ ਜਿਹੜੀ ਇੰਟੈਲੀਜੈਂਟ ਸੀਗੀ, ਜਾਂ ਬੜੀ ਆਪਾਂ ਕਹਿ ਦਈਏ ਚਲਾਕ ਨੂੰ ਕੀ ਕਹਿੰਦੇ ਅੰਗਰੇਜ਼ੀ 'ਚ? ਕਨਿੰਗ। ਹਾਂ, ਬੜੀ ਕਨਿੰਗ ਸੀ ਜੀ, ਉਹ ਬਹੁਤ ਕਨਿੰਗ ਹੈ। ਤੇ ਉਹਨੇ ਇੱਕ ਚਰਿੱਤਰ ਖੇਡਿਆ ਜੀ ਭਾਈ ਮਰਦਾਨੇ ਨਾਲ, ਇੱਕ ਟ੍ਰਿਕ ਕਰਤਾ ਜੀ ਭਾਈ ਮਰਦਾਨੇ ਨੂੰ। ਦਾਮਨ ਲੈ ਕਰ ਤਾਂ ਛਿਨ ਮਾਹੀ। ਕੀ ਹੋਇਆ? ਜਦੋਂ ਮਰਦਾਨਾ ਭੇਡ ਬਣਿਆ ਨਾ, ਇਹਨੇ ਉਸੇ ਵੇਲੇ ਇੱਕ ਰੱਸੀ ਲਿਆਂਦੀ, ਰੱਸੀ ਲਿਆ ਕੇ ਭਾਈ ਮਰਦਾਨੇ ਦੇ ਗਲ ਵਿੱਚ ਪਾ ਦਿੱਤੀ। ਗਰੀਬ ਵਿਖੇ ਤਿਨ ਬਾਂਧ ਲਈ। ਉਹਨੇ ਗਰਦਨ ਤੇ ਪਾ ਕੇ ਰੱਸੀ ਬੰਨ੍ਹ ਦਿੱਤੀ ਘੁੱਟ ਕੇ, ਉਹ ਜਿਹੜਾ ਹੈ ਭਾਈ ਮਰਦਾਨੇ ਦੇ। ਪੁਨ ਮੇਖ ਕੇ ਸੰਗ ਦੇਈ ਗਟ ਤਾਹੀ। ਇਹਨੇ ਕੀ ਕੀਤਾ? ਜਾ ਕੇ ਬਾਹਰ ਭਾਈ ਮਰਦਾਨੇ ਨੂੰ ਖਿੱਚ ਕੇ ਆਪਣੇ ਘਰ ਤੋਂ ਬਾਹਰ ਕੱਢ ਕੇ ਇੱਕ ਕਿੱਲ ਖੜਾ ਸੀਗਾ, ਜਿਵੇਂ ਧਰਤੀ ਦੇ ਉੱਤੇ ਨੇ ਕਿੱਲ ਲੱਕੜ ਜਿਹੜੀ ਗੱਡੀ ਹੁੰਦੀ ਹੈ, ਉਹਦੇ ਨਾਲ ਜਾ ਕੇ ਬੰਨ੍ਹ ਦਿੱਤਾ ਜੀ ਭਾਈ ਮਰਦਾਨੇ ਨੂੰ। ਭਾਈ ਮਰਦਾਨਾ ਭੇਡ ਬਣਿਆ ਹੋਇਆ, ਗਲ ਵਿੱਚ ਰੱਸਾ ਤੇ ਉੱਥੇ ਕਿੱਲ ਨਾਲ ਬੰਨਿਆ ਹੋਇਆ ਹੈ। ਆਪ ਚਲੀ ਘਟ ਸੀਸ ਧਰਾ। ਤੇ ਆਪ ਬਹੁਤ ਰਿਲੈਕਸ ਘਰੋਂ ਘੜਾ ਚੱਕਿਆ, ਜਾ ਰਹੀ ਹੈ ਹੁਣ ਪਾਣੀ ਲੈਣ ਵਾਸਤੇ, ਲਾਈਕ ਅ ਵੈਰੀ ਗੁੱਡ ਵੂਮਨ। ਹਾਂਜੀ, ਵੈਰੀ ਆਈਡਲ ਵੂਮਨ। ਹਾਂਜੀ, ਵਿਚਾਰੀ ਪਾਣੀ ਲੈਣ ਚੱਲੀ ਹੈ, ਘੜਾ ਰੱਖ ਕੇ ਆਪਣੇ ਸਿਰ ਤੇ। ਜਲ ਲੇਵਨ ਕੋ ਉਦਪਾਨ ਜਹਾਂ ਹੀ। ਹਾਂ, ਕਹਿਣਗੇ ਜਿੱਥੇ ਖੂਹ ਬਣਿਆ ਹੋਇਆ ਸੀ ਨਾ, ਜਿੱਥੇ ਵੈਲ ਸੀਗੀ, ਉੱਥੋਂ ਪਾਣੀ ਲੈਣ ਵਾਸਤੇ ਸਿਆਣੀ ਬਿਆਣੀ ਇਸਤਰੀ ਮੰਗੋ ਤੁਰਦੀ ਜਾਂਦੀ ਹੈ। ਬੈਸ ਰਹਿਓ ਬਸ ਕੋ ਨਾ ਚੱਲੇ। ਭਾਈ ਮਰਦਾਨਾ ਵਿਚਾਰਾ ਉੱਥੇ ਕਿੱਲ ਨਾਲ ਬੰਨਿਆ ਹੋਇਆ, ਵਿਚਾਰਾ ਪਾਣੀ ਪੀਣ ਆਇਆ ਸੀਗਾ, ਪਾਣੀ ਵੀ ਨਹੀਂ ਪੀਣ ਦਿੱਤਾ ਭਾਈ ਮਰਦਾਨੇ ਨੂੰ। ਸੋ ਕਹਿੰਦੇ ਉੱਥੇ ਵਿਚਾਰਾ ਉਹਦਾ ਬਸ ਨਹੀਂ ਚੱਲਦਾ, ਉਹਦਾ ਜ਼ੋਰ ਨਹੀਂ ਚੱਲਦਾ, ਵਿਚਾਰਾ ਬੰਨਿਆ ਬੈਠਾ ਹੈ ਜੀ ਉੱਥੇ। ਬਸ ਟਾਮਨ ਕੈ ਫਸ ਫਾਂਸਨ ਮਾਹੀ। ਮਹਾਰਾਜ ਕਹਿੰਦੇ ਦੇਖੋ ਭਾਈ ਮਰਦਾਨਾ ਐਸਾ ਹੋਇਆ, ਬਸ ਟਾਮਨ ਇੱਕ ਹਿਪੋਟਿਜ਼ਮ ਦੇ ਵਿੱਚ ਵਿਚਾਰਾ ਫਸ ਗਿਆ। ਹਾਂਜੀ, ਤੰਤਰ ਦੇ ਵਿੱਚ ਵਿਚਾਰਾ ਫਸਿਆ ਹੋਇਆ, ਤੇ ਹੁਣ ਉੱਥੇ ਖੜਾ ਹੈ ਫਾਂਸਨ ਮਾਹੀ, ਗਲੇ ਦੇ ਵਿੱਚ ਰੱਸਾ ਖਿੱਚਦਾ ਤਾਂ ਗਲਾ ਟੁੱਟਿਆ ਜਾਂਦਾ ਹੈ, ਤੇ ਉੱਥੇ ਵਿਚਾਰਾ ਚੁੱਪ ਕਰਕੇ ਬੈਠਾ, ਹੁਣ ਕੁਝ ਨਹੀਂ ਕਰਨ ਜੋਗਾ ਹੈਗਾ। ਬਾਲਾ ਕਹੇ ਸੁਨ ਅੰਗਦ ਜੀ। ਭਾਈ ਬਾਲਾ ਜੀ ਹੁਣ ਜਿਹੜਾ ਸਾਖੀ ਦੱਸ ਰਹੇ ਹਨ ਗੁਰੂ ਅੰਗਦ ਦੇਵ ਜੀ ਨੂੰ,
ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਸੁਣੋ ਹੁਣ। ਔਰ ਬਾਹਰ ਬੈਸ ਰਹੇ ਜਗ ਸੁਆਮੀ। ਕਹਿੰਦੇ ਗੁਰੂ ਨਾਨਕ ਸਾਹਿਬ ਤੇ ਮੈਂ ਅਸੀਂ ਦੋਵੇਂ ਪੁਰ ਤੋਂ ਬਾਹਰ, ਸ਼ਹਿਰ ਤੋਂ ਬਾਹਰ ਅਸੀਂ ਬੈਠੇ ਸਾਂ। ਸੋ ਬੈਠੇ ਉੱਥੇ ਜਿਹੜੇ ਹਨ ਚੁੱਪ ਕਰਕੇ ਬੈਠੇ ਸਨ, ਕੋਈ ਨਹੀਂ ਮਿਲਣ ਆਇਆ। ਕਹਿੰਦੇ ਅਸੀਂ ਇਕੱਲੇ ਹੀ ਬੈਠੇ ਸਾਂ। ਏਕ ਮਹੂਰਤ ਬੀਤ ਗਇਓ। ਕਹਿੰਦੇ 2 ਘੜੀਆਂ ਬੀਤ ਗਈਆਂ, ਮਤਲਬ 48 ਮਿੰਟਸ ਹੋ ਗਏ ਕਿ ਭਾਈ ਮਰਦਾਨਾ ਨਹੀਂ ਆਇਆ। ਬੈਠਿਆਂ ਨੂੰ 48 ਮਿੰਟਸ ਹੋ ਗਏ ਸਨ। ਬਿਦ ਜਾਣਤ ਪੇ ਸਭ ਅੰਤਰ ਜਾਮੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਅੰਤਰਜਾਮੀ ਨੇ, ਉਹ ਸਾਰੀ ਵਿਧੀਆਂ ਸਾਰੀਆਂ ਤਰੀਕਿਆਂ ਕਰਕੇ ਸਭ ਕੁਝ ਜਾਣਦੇ ਹਨ। ਬੈਨ ਭਨੇ ਗੁਣ ਐਨ ਪ੍ਰਭੂ। ਉਸ ਵੇਲੇ ਪ੍ਰਭੂ ਗੁਣਾ ਦੀ ਐਨ, ਗੁਣਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਬੋਲੇ। ਮਰਦਾਨਾ ਨਾ ਆਇਓ ਰਹਿਓ ਕਹਿ ਕਾਮੀ। ਹੁਣ ਪੁੱਛਦੇ ਹਨ ਭਾਈ ਬਾਲੇ ਨੂੰ ਗੁਰੂ ਨਾਨਕ ਸਾਹਿਬ ਜੀ, ਕਹਿੰਦੇ ਮਰਦਾਨਾ ਨਹੀਂ ਆਇਆ। ਕਹਿੰਦੇ ਕੀ ਹੋ ਗਿਆ, ਕੋਈ ਕੰਮ ਪੈ ਗਿਆ ਹੋਣਾ ਜਿਹੜਾ ਰੁਕ ਗਿਆ ਹੋਣਾ। ਹਾਂਜੀ ਕੀ ਗੱਲ ਆ ਭਾਈ ਮਰਦਾਨਾ ਜਿਹੜਾ ਵਾਪਸ ਨਹੀਂ ਆਇਆ? ਹੁਣ ਨੂੰ ਤਾਂ ਆਉਣਾ ਚਾਹੀਦਾ ਸੀ, ਪਾਣੀਓ ਪੀਣ ਗਿਆ ਸੀਗਾ। ਹਾਂਜੀ ਹੋਈ ਕਿਦੋਂ ਅਗਲੀ ਬਿਦਤਾ ਸੰਗ। ਮਹਾਰਾਜ ਕਹਿਣ ਲੱਗੇ ਕਿਤੇ ਪਹਿਲਾਂ ਵਰਗੀ ਤਾਂ ਨਾ ਕੰਮ ਹੋ ਗਿਆ ਵਿਚਾਰੇ ਦਾ, ਕਿਸੇ ਨੇ ਵੰਡ ਵੁੰਡ ਤਾਂ ਨਹੀਂ ਲਿਆ। ਹਾਂਜੀ ਵਿਚਾਰਾ ਕਿਤੇ ਫਸ ਨਾ ਗਿਆ ਹੋਵੇ। ਹੈ ਨਗਰੀ ਸਗਰੀ ਇਹ ਖਾਮੀ। ਕਹਿਣ ਲੱਗੇ ਕੱਚੀ ਨਗਰੀ ਹੈ, ਇਹਦੇ ਵਿੱਚ ਕੁਝ ਵੀ ਹੋ ਸਕਦਾ। ਇਹ ਬੰਦੇ ਠੀਕ ਨਹੀਂ ਹੈਗੇ ਨਗਰੀ ਦੇ, ਇਹ ਕੁਝ ਵੀ ਕਰ ਸਕਦੇ ਹਨ। ਨਿਗੁਰੇ ਨਰ ਮੂਰਖ ਸੇ ਹਾਂ ਲਗੀਏ। ਕਹਿਣ ਲੱਗੇ ਇਹ ਨਿਗੁਰੇ ਨੇ, ਇਹਨਾਂ ਦਾ ਗੁਰੂ ਕੋਈ ਨਹੀਂ ਹੈਗਾ, ਇਹ ਕਿਸੇ ਨੂੰ ਨਹੀਂ ਮੰਨਦੇ, ਇਹ ਸੈਲਫ ਥਿੰਕਰਸ ਨੇ, ਇਹ ਆਪਣੇ ਆਪ ਤੇ ਸੋਚੀ ਜਾਂਦੇ ਜੋ ਕਰਨਾ ਹੈ। ਕਹਿੰਦੇ ਨਿਗੁਰੇ ਨਰ ਮੂਰਖ ਸੇ ਲਹੀਏ, ਤੇ ਹੈਨ ਵੀ ਮੂਰਖ। ਅਜੇ ਹੈ ਇਹ ਬਹੁਤ ਮੂਰਖ ਨੇ। ਹਾਂਜੀ ਇਹ ਫੂਲਸ ਹਨ ਇਹ ਸਾਰੇ। ਬਹੁਤ ਜੋਗਤਾ ਜੋਰ ਸੁਸ਼ੀਲ ਬਿਹਾਨਾ। ਹਾਂ ਕਹਿਣ ਲੱਗੇ ਇੱਥੇ ਇਸਤਰੀਆਂ ਦਾ ਬਹੁਤ ਜ਼ੋਰ ਹੈ। ਦੂਜਾ ਸੁਸ਼ੀਲ ਬਿਹਾਨਾ ਜਿਹੜੀਆਂ ਧਰਮ ਤੋਂ ਬਾਹਰ ਹਨ, ਜਿਨ੍ਹਾਂ ਦਾ ਕੋਈ ਧਰਮ ਨਹੀਂ, ਕੋਈ ਬਿਲੀਫ ਨਹੀਂ, ਕੋਈ ਅਕਾਊਂਟੇਬਿਲਿਟੀ ਨਹੀਂ ਉਹਨਾਂ ਦਾ ਹੈਗਾ। ਉਹ ਫ੍ਰੀ ਤੁਰਦੀਆਂ ਨੇ, ਉਹ ਫ੍ਰੀ ਕੰਮ ਕਰਦੀਆਂ ਨੇ, ਜੋ ਉਹਨਾਂ ਨੇ ਕਰਨਾ ਉਹ ਕਰਦੀਆਂ, ਮਨ ਮਰਜ਼ੀ ਕਰਦੀਆਂ ਨੇ। ਕਹਿੰਦੇ ਇਸ ਕਰਕੇ ਥੋੜਾ ਜਿਹਾ ਇੱਥੇ ਡਰ ਹੈਗਾ ਹੈ। ਪਰਚਾਵਤ ਰਾਗ ਸੁਨਵਤ ਥੋ। ਹਾਂ ਕਹਿਣਗੇ ਕਿਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿਤੇ ਪਰਚ ਤਾਂ ਨਹੀਂ ਗਿਆ, ਕਿਤੇ ਕੋਈ ਰਾਗ ਗਾਉਂਦਾ ਹੋਵੇ ਉੱਥੇ ਰਾਗ ਸੁਣਨ ਵਾਸਤੇ ਬਹਿ ਗਿਆ ਹੋਵੇ। ਬਹਿਸਾਵਤ ਸੋ ਕਿਨ ਬੰਧਨ ਕੀਨਾ। ਹਾਂ ਕਿਸੇ ਨੇ ਕਿਤੇ ਧੋਖੇ ਨਾਲ ਉਹਨੂੰ ਬੰਨ ਤਾਂ ਨਹੀਂ ਲਿਆ, ਉਹਨੂੰ ਕਿਤੇ ਕੋਈ ਮੰਤਰ ਜੰਤਰ ਵਿੱਚ ਫਸਾ ਤਾਂ ਨਹੀਂ ਲਿਆ। ਸੋ ਇਹ ਵੀ ਗੁਰੂ ਨਾਨਕ ਜੀ ਕਹਿੰਦੇ ਹਨ। ਚਲਿਏ ਸੁਧ ਲਿਹੋ ਅਬੈ ਤਿਸ ਕੀ। ਮਹਾਰਾਜ ਕਹਿੰਦੇ ਬਾਲਿਆ ਚੱਲ ਦੇਖ ਕੇ ਆਈਏ, ਉਹਦੀ ਸੁਧ ਲਈਏ, ਖਬਰ ਲਈਏ ਭਾਈ ਮਰਦਾਨੇ ਦੀ। ਮੁਖ ਭਾਖ ਗਤੇ ਨਾ ਪਿਖੈ ਦੁਖ ਦੀਨਾ। ਕਹਿੰਦੇ ਇਹ ਗੱਲ ਕਹਿ ਕਰਕੇ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਹਨ ਆਪਣੇ ਸੇਵਕਾਂ ਦਾ ਦੁੱਖ ਨਹੀਂ ਦੇਖ ਸਕਦੇ। ਮਹਾਰਾਜ ਜੋ ਲੋੜਵੰਦਾਂ ਦਾ ਦੁੱਖ ਗੁਰੂ ਨਾਨਕ ਸਾਹਿਬ ਨਹੀਂ ਦੇਖ ਸਕਦੇ, ਉਹਨਾਂ ਨੂੰ ਕਿਤੇ ਬਰਦਾਸ਼ਤ ਨਹੀਂ ਹੁੰਦਾ ਕਿਸੇ ਦਾ ਦੁੱਖ। ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਠ ਕੇ ਖੜੇ ਹੋ ਗਏ, ਕਹਿੰਦੇ ਚੱਲ ਮਰਦਾਨੀਆਂ ਚੱਲੀਏ ਹੁਣੇ ਹੁਣ। ਜਿਸ ਬਾਸ ਹੁਤੋ ਤਿਸ ਜਾਤ ਰਥਿਆ। ਕਹਿਣ ਲੱਗੇ ਉੱਥੇ ਹੀ ਚਲੇ ਗਏ ਜਿਹੜੀ ਗਲੀ ਵਿੱਚੋਂ ਨਾ ਭਾਈ ਮਰਦਾਨਾ D2O ਹੋਇਆ ਸੀਗਾ। ਸੋ ਮਹਾਰਾਜ ਉਹੀ ਗਲੀ ਤੇ ਪਹੁੰਚ ਗਏ ਜਾ ਕੇ ਭਾਈ ਮਰਦਾਨੇ ਨੂੰ ਲੱਭਣ ਵਾਸਤੇ। ਤੇ ਸੋ ਮਿਲੀ ਸਿਰ ਪੈ ਘਟ ਲੀਨਾ। ਹਾਂ ਕਹਿੰਗੇ ਤੇ ਸੋ ਮਿਲੀ ਸਿਰ ਸੋ ਖਟ ਪੈ ਕੱਟ ਲੈਣਾ। ਹੁਣ ਕੀ ਹੋਇਆ, ਉਹ ਔਰਤ ਜਿਹੜੀ ਹੈ ਪਾਣੀ ਲੈਣ ਗਈ ਸੀ ਨਾ, ਹੁਣ ਪਾਣੀ ਲੈ ਕੇ ਵਾਪਸ ਆਈ, ਤੇ ਪਾਣੀ ਲੈ ਕੇ ਵਾਪਸ ਆਈ ਉਹੀ ਗਲੀ ਵਿੱਚ ਤੁਰੀ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਖੜੇ ਹਨ ਤੇ ਮਹਾਰਾਜ ਨੇ ਦੇਖ ਲਿਆ ਇਹ ਆ ਰਹੀ ਹੈ। ਹਾਂਜੀ ਸੋ ਮਹਾਰਾਜ ਨੇ ਉਸ ਵੇਲੇ ਜਦੋਂ ਦੇਖਿਆ ਇਹ ਔਰਤ ਵੱਡਾ ਘੜਾ ਵੀ ਵੱਡਾ ਸੀ ਜੀ, ਚੰਗਾ ਪਾਣੀ ਲੈ ਕੇ ਆਈ ਸੀ, ਮੇਰੇ ਖਿਆਲ ਹਫਤੇ ਜਾਂ ਮਹੀਨੇ ਦਾ ਪਾਣੀ ਲੈ ਕੇ ਆਈ ਹੋਣੀ ਹੈ। ਹਾਂਜੀ ਸੋ ਵੱਡਾ ਘੜਾ ਰੱਖਿਆ ਹੋਇਆ ਸਿਰ ਦੇ ਉੱਤੇ, ਆਈ ਜੀ ਬੜੀ ਹੌਲੀ ਹੌਲੀ ਤੁਰ ਕੇ। ਕਬਿਤ ਸ੍ਰੀ ਗੁਰੂ ਨਿਹਾਰ ਬੂਜੀ ਬਚਨ ਉਚਾਰ ਸੋ ਗੁਰੂ ਮਹਾਰਾਜ ਨੇ ਉਹੀ ਔਰਤ ਨੂੰ ਪੁੱਛਿਆ ਜਿਹਨੇ ਭਾਈ ਮਰਦਾਨੇ ਨੂੰ ਬੰਨਿਆ ਸੀਗਾ। ਮਹਾਰਾਜ ਨੇ ਉਹਨੂੰ ਪੁੱਛਿਆ, ਉਹਨੂੰ ਖੜਾ ਕੇ ਉਹਨੂੰ ਪੁੱਛਣ ਲੱਗੇ, ਕੀ ਪੁੱਛਦੇ ਹਨ? ਮਾਨਵ ਹਮਾਰ ਏਕ ਆਇਓ ਇਹ ਥਾਨ ਕੋ। ਕਿ ਮਹਾਰਾਜ ਨੇ ਕਿਹਾ ਉਸ ਔਰਤ ਨੂੰ, ਦੇਖ ਸਾਡਾ ਇੱਕ ਮਨੁੱਖ ਇੱਥੇ ਆਇਆ ਸੀਗਾ ਤੇ ਤੇਰੇ ਘਰ ਗਿਆ ਸੀ ਪਾਣੀ ਲੈਣ ਵਾਸਤੇ। ਹਾਂਜੀ ਅਸੀਂ ਦੇਖਿਆ ਤੇਰੇ ਕੋਲ ਗਿਆ ਸੀ, ਤੇਰੇ ਘਰ ਦੇ ਏਰੀਆ 'ਚ ਉੱਥੇ ਗਿਆ ਸੀ ਪਾਣੀ ਪੀਣ ਵਾਸਤੇ। ਹਟ ਕੇ ਨਾ ਗਇਓ ਕੌਣ ਜਾਣੇ ਕਹਾਂ ਭਇਓ। ਮਹਾਰਾਜ ਕਹਿੰਦੇ ਉਹ ਮੁੜ ਕੇ ਨਹੀਂ ਆਇਆ, ਪਤਾ ਨਹੀਂ ਕਿੱਧਰ ਨੂੰ ਚਲਿਆ ਗਿਆ, ਕੌਣ ਜਾਣੇ ਕਹਾਂ ਪਇਓ। ਹੁਣ ਸਾਨੂੰ ਪਤਾ ਨਹੀਂ ਲੱਗਦਾ, ਸਾਨੂੰ ਲੱਭ ਨਹੀਂ ਰਿਹਾ ਉਹ ਕਿੱਥੇ ਹੈ, ਹੁਣ ਤੂੰ ਦੱਸ। ਤਹ ਕਾਜ ਨਹਿ ਕਛੂ ਹੇਤ ਆਇਓ ਪਾਣੀ ਪਾਨ ਕੋ। ਤੇ ਮਹਾਰਾਜ ਨੇ ਇਹ ਵੀ ਦੱਸਿਆ ਔਰਤ ਨੂੰ, ਕਹਿੰਦੇ ਉਹਦਾ ਹੋਰ ਕੋਈ ਕੰਮ ਨਹੀਂ ਸੀ ਇੱਥੇ, ਉਹ ਸਿਰਫ ਪਾਣੀ ਪੀਣ ਵਾਸਤੇ ਆਇਆ ਸੀ ਤੇ ਉਹ ਕਿੱਧਰ ਚਲਿਆ ਗਿਆ, ਗੁਆਚੇ ਗਿਆ ਹੁਣ, ਹੈ ਨਾ, ਉਹ ਲੱਭਦਾ ਨਹੀਂ ਹੁਣ। ਤੀ ਕਹੇ ਬੈਨ ਇਹਾਂ ਨਰ ਕੋ ਹੈ ਨਾ ਤਬ। ਹੁਣ ਉਹ ਘੜਾ ਰੱਖਿਆ ਹੋਇਆ ਸਿਰ ਦੇ ਉੱਤੇ, ਉਹ ਔਰਤ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦੀ ਇਹਾਂ ਨਾ ਕੋਈ ਬੰਦਾ ਆਇਆ ਸੀ ਇੱਥੇ, ਕੋਈ ਨਹੀਂ ਆਇਆ,
ਇੱਥੇ ਨਹੀਂ ਸਾਡੇ ਕੋਲ ਕੋਈ ਆਇਆ, ਅਸੀਂ ਨਹੀਂ ਕਿਸੇ ਨੂੰ ਦੇਖਿਆ ਇੱਥੇ। ਆਖ ਹੂ ਨਾ ਦੇਖਿਓ ਗਇਓ ਥਾਨ ਕਿਤ ਆਨ ਕੋ। ਹਾਂ ਕਹਿੰਦੀ ਮੈਂ ਅੱਖਾਂ ਨਾਲ ਮੈਂ ਤਾਂ ਨਹੀਂ ਦੇਖਿਆ, ਕਹਿੰਦੀ ਆਈ ਹੈਵ ਨੈਵਰ ਸੀਨ ਐਨੀਬੋਡੀ, ਕਹਿੰਦੀ ਕੋਈ ਆਇਆ ਹੀ ਨਹੀਂ ਬੰਦਾ। ਬੰਦਾ ਤਾਂ ਇੱਥੇ ਉਦੋਂ ਹੀ ਦਿਸ ਪੈਂਦਾ ਕਿ ਸਾਰੀਆਂ ਔਰਤਾਂ ਹੈ। ਹਾਂਜੀ ਕਹਿੰਦੇ ਕੋਈ ਬੰਦਾ ਨਹੀਂ ਮੈਨੂੰ ਦਿਸਿਆ ਇੱਥੇ। ਕਹਿੰਦੇ ਰਹੇ ਨਹੀਂ ਕਹੀਂ ਦੂਰ, ਕਹਿੰਦੇ ਵੀ ਇਹ ਗੱਲ ਹੈ, ਕਹਿੰਦੇ ਵੀ ਮੈਂ ਅੱਖਾਂ ਨਾਲ ਤਾਂ ਨਹੀਂ ਦੇਖਿਆ ਕਿ ਰਹੇ ਕਿਤੇ ਹੋਰ ਚਲ ਗਿਆ ਹੋਣਾ, ਵੀ ਇੱਥੇ ਨਹੀਂ ਆਇਆ। ਹਾਂਜੀ ਫਿਰ ਆਗੇ ਜਾਏ ਹੀਰੋ ਪਰ ਰਹੇ ਨਹੀਂ ਕਹੂੰ ਦਰ। ਫਿਰ ਦੇਖੋ ਐਡਵਾਈਸ ਵੀ ਦਿੰਦੀ ਆ, ਕਹਿੰਦੀ ਤੁਸੀਂ ਐਂ ਕਰੋ, ਤੁਸੀਂ ਥੋੜਾ ਅੱਗੇ ਜਾ ਕੇ ਦੇਖ ਲਓ, ਅੱਗੇ ਜਾ ਕੇ ਦੇਖੋ ਕਿਤੇ ਉੱਥੇ ਕਿਤੇ ਹੋਊਗਾ, ਬਹੁਤਾ ਦੂਰ ਨਹੀਂ ਗਿਆ ਹੋਣਾ, ਕਿੰਨਾ ਕੁ ਦੂਰ ਜਾ ਸਕਦਾ ਹੈ। ਹਾਂਜੀ ਬੰਦਾ ਤੁਰਦਾ ਹੈ, ਕਿੰਨਾ ਕੁ ਦੂਰ ਚਲਿਆ ਜਾਏਗਾ। ਹਾਂਜੀ ਤੁਸੀਂ ਐਂ ਕਰੋ ਉੱਥੇ ਜਾ ਕੇ ਦੇਖੋ ਹੁਣ। ਸੁਨੇ ਮਰਦਾਨੀ ਗੁਰ ਬੈਨ ਦੇ ਕਾਨ ਕੋ। ਉਧਰ ਭਾਈ ਮਰਦਾਨਾ ਭੇਡ ਬਣਿਆ ਹੋਇਆ, ਉਹਨੂੰ ਭਾਈ ਮਰਦਾਨੇ ਦੇ ਕੰਨ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਪਏ ਨਾ, ਬੋਲ ਉਹਨੇ ਪਛਾਣਿਆ, ਤਾਂ ਭਾਈ ਮਰਦਾਨਾ ਵਿਚਾਰਾ ਖੁਸ਼ੀ ਨਾਲ ਉੱਠਿਆ, ਉਹ ਛਾਲਾਂ ਮਾਰੇ ਤੇ ਮੈਂ ਕਰਨ ਲੱਗਿਆ, ਵਿਚਾਰਾ ਉੱਚੀ ਉੱਚੀ ਕਰਨ ਲੱਗਿਆ ਜੀ, ਵੀ ਮੈਨੂੰ ਸੁਣ ਲਵੇ ਮੇਰੀ ਆਵਾਜ਼ ਨੂੰ। ਦੋਹਰਾ ਬਸ ਨਾ ਬਸਾਵੇ ਫਸੇ ਕੋ। ਵਿਚਾਰਾ ਫਸਿਆ ਹੋਇਆ, ਬਸਦਾ ਪੈਂਦਾ ਨਹੀਂ, ਉੱਥੇ ਭੱਜਣ ਜੋਗਾ ਹੈ ਨਹੀਂ, ਫਸਿਆ ਹੋਇਆ ਬੰਨਿਆ ਹੋਇਆ ਹੈ। ਬਾਸ ਵਿਖੇ ਬੰਧਾਨ। ਕਹਿੰਦੇ ਬਾਸ ਬਿਨਾ, ਕਹਿੰਦੇ ਬੱਧਾ ਹੋਇਆ ਵਿਚਾਰਾ ਕਿੱਲੇ ਦੇ ਨਾਲ, ਉੱਥੇ ਐਵੇਂ ਹਿੱਲੀ ਜਾਂਦਾ, ਕਿਤੇ ਕਿਤੇ ਪਿੱਛੇ, ਕਿਤੇ ਮੂਹਰੇ, ਕਿਤੇ ਪਿੱਛੇ। ਹਾਂਜੀ ਭਿਆ ਭਿਆ ਪਨਹਿ ਸੁਨਵਾਈ। ਹਾਂਜੀ ਮੈਂ ਕਰੀ ਜਾਂਦਾ ਜੀ, ਭਿਆ ਭਿਆ। ਹਾਂਜੀ ਵਿਚਾਰਾ ਉਹ ਉਸੇ ਤਰ੍ਹਾਂ ਹੀ ਜਿਹੜਾ ਹੈ ਬੋਲੀ ਜਾਂਦਾ, ਉੱਚੀ ਉੱਚੀ ਕਰਦਾ ਹੈ। ਭਗਤ ਵਸ਼ਲ ਕੇ ਕਾਨ। ਕਹਿਣ ਲੱਗੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੰਨਾਂ ਵਿੱਚ ਆਵਾਜ਼ ਪਈ, ਮਹਾਰਾਜ ਨੇ ਸੁਣਿਆ ਜੀ। ਸਵਈਆ ਕਯੋ ਨਾ ਬਤਾਵੇ ਮਾਨਵ ਤੂੰ। ਹਾਂ ਕਹਿੰਦੇ ਕਿਉਂ ਨਾ ਬਤਾਵੇ ਮਾਨਵ ਤੂੰ। ਮਹਾਰਾਜ ਨੇ ਉਹ ਔਰਤ ਨੂੰ ਕਿਹਾ ਤੂੰ ਕਿਉਂ ਨਹੀਂ ਦੱਸ ਰਹੀ ਮੇਰਾ ਉਹ ਜਿਹੜਾ ਮਨੁੱਖ, ਜਿਹੜੇ ਆਦਮੀ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਹ ਕਿੱਥੇ ਹੈ। ਕਹਿੰਦੇ ਤੂੰ ਕਿਉਂ ਨਹੀਂ ਦੱਸ ਰਹੀ। ਮੁਖ ਕੂਰ ਕਹੈ ਕਰ ਅੰਤਰ ਜਾਤੀ। ਕਹਿਣ ਲੱਗੇ ਮੁਖ ਕੂਰ ਕਹੈ। ਮਹਾਰਾਜ ਕਹਿੰਦਾ ਤੂੰ ਝੂਠ ਬੋਲਦੀ ਹੈ। ਹਾਂਜੀ ਝੂਠ ਬੋਲ ਕੇ ਕਰ ਅੰਤਰ ਜਾਤੀ ਹੈ, ਤੇਰੇ ਘਰ ਦੇ ਅੰਦਰ ਹੈ ਸਾਡਾ ਬੰਦਾ। ਹਾਂਜੀ ਤੇ ਤੂੰ ਝੂਠ ਬੋਲ ਰਹੀ ਹੈ ਸਾਨੂੰ। ਮਹਾਰਾਜ ਸਿੱਧਾ ਹੀ ਉਹਨੂੰ ਕਹਿ ਦਿੱਤਾ। ਉਹ ਕੜਾ ਹਜੇ ਰੱਖੀ ਬੈਠੀ ਹੈ ਵਿਚਾਰੀ ਸਿਰ ਦੇ ਉੱਤੇ ਪਾਣੀ ਦਾ, ਕਾਫੀ ਤਕੜੀ ਵੀ ਸੀਗੀ। ਹੈ ਇਹ ਥਾਨ ਸੁਨਿਓ ਹਮ ਕਾਨ। ਤੇ ਮਹਾਰਾਜ ਨੇ ਇਹ ਵੀ ਕਹਿ ਦਿੱਤਾ, ਕਹਿੰਦਾ ਮੈਂ ਕੰਨਾਂ ਨਾਲ ਸੁਣਿਆ ਹੈ, ਇੱਥੇ ਹੀ ਆ ਸਾਡਾ ਬੰਦਾ ਮਰਦਾਨਾ, ਭਾਈ ਮਰਦਾਨਾ ਸਾਡਾ ਇੱਥੇ ਹੀ ਆ, ਮੈਂ ਕੰਨਾਂ ਵਿੱਚ ਉਹਨਾਂ ਦੀ ਆਵਾਜ਼ ਸੁਣ ਲਈ ਹੈ। ਪਰਿਓ ਜਲ ਪਾਨ ਕੇ ਹੇਤ ਤਿਖਾਤੀ। ਉਹ ਤਾਂ ਵਿਚਾਰਾ ਧਿਆਇਆ ਹੋਇਆ, ਮੂੰਹ ਸੁੱਕਦਾ ਸੀ ਵਿਚਾਰਾ, ਡੀਹਾਈਡਰੇਟਡ ਹੋਇਆ, ਪਾਣੀ ਪੀਣ ਤੇਰੇ ਕੋਲ ਆਇਆ ਸੀ, ਤੂੰ ਉਹਦਾ ਕੀ ਬਣਾਤਾ। ਹਾਂਜੀ ਤੇਰਾ ਕੀ ਕੰਮ ਸੀ ਐਸਾ ਕਰਨ ਦਾ। ਹਾਂਜੀ ਮਹਾਰਾਜ ਨੇ ਇਹ ਵੀ ਸੁਣਾ ਦਿੱਤੀ ਜੀ ਉਹਨੂੰ। ਤੀਰ ਕਹੇ ਪ੍ਰਤੀਤ ਨਹੀਂ। ਉਹ ਜਿਹੜੀ ਔਰਤ ਸੀਗੀ ਘੜੇ ਵਾਲੀ, ਉਹ ਤਾਂ ਕਹਿੰਦੀ ਮੈਂ ਪ੍ਰਤੀਤ ਨਹੀਂ, ਤੁਸੀਂ ਮੇਰੀ ਗੱਲ ਨਹੀਂ ਮੰਨਦੇ, ਯੂ ਡੋਂਟ ਬਿਲੀਵ ਮੀ। ਹਾਂਜੀ ਫਿਰ ਬਰ ਅੰਤਰ ਹੀਰ ਲਵੋ ਭਲ ਭਾਂਤੀ। ਕਹਿੰਦੇ ਜਾਓ ਅੰਦਰ ਦੇਖ ਲਓ, ਚਲੋ ਚਲੋ ਬਾਹਰ ਖੋਲਤਾ, ਕਹਿੰਦੇ ਅੰਦਰ ਜਾਓ, ਘਰ ਦੇਖ ਲਓ ਜਾ ਕੇ, ਲੱਭ ਲਓ ਤੁਹਾਡਾ ਬੰਦਾ। ਜੀ ਲੱਭਦਾ, ਉਹਨੂੰ ਪਤਾ ਸੀ ਵੀ ਪੇਟ ਬਣਿਆ ਹੋਇਆ, ਵੀ ਇਹਨਾਂ ਨੂੰ ਕਿੱਥੇ ਲੱਭਣਾ। ਹਾਂਜੀ ਕਹਿੰਦੇ ਅੰਦਰ ਜਾ ਕੇ ਦੇਖ ਲਓ ਜੀ। ਬੀਚ ਨਕੇਤ ਦੁਰਾਇਓ। ਹਾਂ ਕਹਿੰਦੇ ਮੈਂ ਆਪਣੇ ਘਰ ਵਿੱਚ ਲੁਕਾਇਆ ਹੋਇਆ ਨਹੀਂ, ਤੁਸੀਂ ਦੇਖ ਲਓ ਜਾ ਕੇ ਆਪਣੀ ਮਰਜ਼ੀ ਨਾਲ। ਹਮ ਬੋਲਤ ਜੋ ਪ੍ਰਤੀਤ ਨ ਪਾਤੀ। ਹਾਂ ਕਹਿਣ ਲੱਗੇ ਮੈਂ ਬੋਲਦੀ ਆ, ਤੁਹਾਨੂੰ ਮੇਰੀ ਬੋਲ ਤੇ ਟਰਸਟ ਨਹੀਂ ਆ ਰਿਹਾ। ਹਾਊ ਕੈਨ ਯੂ ਡੋਂਟ ਟਰਸਟ ਅ ਵੂਮਨ, who else are you going to trust? ਹਾਂਜੀ ਕਹਿੰਦੇ ਹੁੰਦੇ ਨਾ। ਹਾਂਜੀ ਤੁਹਾਨੂੰ ਪਤਾ I'm a woman, you know, you cannot trust her. ਹਾਂਜੀ ਫਿਰ ਓਕੇ, ਦੋਹਰਾ we won't say anything more than this, okay? ਚੰਚਲ ਤੇ ਕੇ ਚਲਤ ਲਖ। ਓਕੇ ਚੰਚਲ ਤੇ ਚਲਤ ਲੱਖ। ਹੁਣ ਗੁਰੂ ਨਾਨਕ ਸਾਹਿਬ ਨੇ ਦੇਖਿਆ ਵੀ ਇਹ ਜਿਹੜੀ ਹੈ ਔਰਤ ਜਿਹੜੀ ਹੈ, ਇਹ ਤਾਂ ਬੜੇ ਚਰਿੱਤਰ ਖੇਡ ਰਹੀ ਆ, ਹੁਣ ਬੜੇ ਡਰਾਮੇ ਡਰੂਮੇ ਜੇ ਕਰ ਰਹੀ ਹੈ, ਚੰਗੇ ਡਰਾਮੇ ਕਰ ਲੈਂਦੀ ਹੈ। ਹਾਂਜੀ ਤਾਂ ਮਹਾਰਾਜ ਨੇ ਦੇਖ ਲਿਆ ਜੀ ਹੁਣ। ਦਲਤ ਸੀਲ ਸਤ ਜੌਨ। ਕਹਿਣ ਲੱਗੇ ਉਸ ਵੇਲੇ, ਕਹਿੰਦੇ ਇਹ ਜਿਹੜੀ ਔਰਤ ਹੈ ਇਹ ਜੱਤ ਸੱਤ ਨੂੰ ਨਾਸ਼ ਕਰਨ ਵਾਲੀ ਹੈ, ਕਿਸੇ ਦੀ ਬਿਲੀਫ ਨੂੰ ਤੋੜਨ ਵਾਲੀ ਹੈ। ਇਹ ਜਿਹੜੀ ਔਰਤ ਹੈ ਇਹ ਭੈੜੀ ਔਰਤ ਹੈ ਨਾ। ਕਹਿੰਦੇ ਇਹ ਜਿਹੜਾ ਬੰਦੇ ਨੂੰ ਜਿਹੜਾ ਹੈ ਭੇਡ ਬਣਾਉਣ ਵਾਲੀ ਹੈ, ਵੀ ਇਹ ਤਾਂ ਐਸੀ ਭੈੜੀ ਹੈ। ਇੱਕ ਸ਼ਲੋਕ ਕਹਿ ਕਮਲ ਮੁਖ। ਮਹਾਰਾਜ ਨੇ ਇੱਕ ਸ਼ਲੋਕ ਪੜਿਆ, ਮਹਾਰਾਜ ਨੇ ਇੱਕ ਸ਼ਲੋਕ ਆਪਣੇ ਮੁਖ ਤੋਂ ਉਚਾਰਨ ਕੀਤਾ ਕਲਾ ਦਿਖਾਈ ਤੌਨ। ਤੇ ਉਸਨੂੰ ਆਪਣੀ ਕਲਾ ਦਿਖਾਈ, ਮਹਾਰਾਜ ਨੇ ਇੱਕ ਸ਼ਕਤੀ ਦਿਖਾਈ ਉਸਨੂੰ ਇੱਕ ਕੌਤਕ ਦਿਖਾਇਆ ਉਸ ਔਰਤ ਨੂੰ। ਹਾਂ ਪੜ। ਸ਼ਲੋਕ ਕਲਰ ਕੀ ਵਣਜਾਰਿਆ ਝੁੰਗੇ ਮੁਸਕ ਮੰਗੇਨ। ਦੇਖੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਸ਼ਲੋਕ ਹੈ ਇਹ ਗੁਰਬਾਣੀ ਵਿੱਚ ਨਹੀਂ ਆਉਂਦਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗਾ। ਤੇ ਇੱਥੇ ਮਹਾਰਾਜ ਕਹਿੰਦੇ ਹਨ ਕਲਰ ਕੇ ਵਣਜਾਰੀਆਂ। ਕਹਿੰਦੇ ਕਲਰ ਧਰਤੀ ਹੁੰਦੀ ਹੈ ਨਾ ਜਿਹੜੀ ਡਿਜ਼ਰਟਡ ਹੁੰਦੀ ਆ, ਡੈਜ਼ਰਟ ਵਾਲੀ ਧਰਤੀ ਜਿਹਦੇ ਉੱਤੇ ਕੁਝ ਵੀ ਨਹੀਂ ਲੱਗਦਾ, ਪਾਣੀ ਵੀ ਨਹੀਂ ਹੁੰਦਾ। ਕਹਿੰਦੇ ਹੇ ਔਰਤ ਤੂੰ ਉਹਦੀ ਵਣਜਾਰਨ ਹੈ, ਉਹ ਜਿਹੜੇ ਡੈਜ਼ਰਟ ਆ ਨਾ ਤੂੰ ਉਹਦੀ ਵਣਜਾਰਨ ਹੈ। ਤੇਰਾ ਬਿਜ਼ਨਸ ਕੀ ਹੈ, ਤੂੰ ਉਹ ਚੀਜ਼ ਵੇਚਦੀ ਹੈ ਜਿਹਦਾ ਕੋਈ ਵੈਲਿਊ ਨਹੀਂ ਹੈਗਾ।
ਤੇ ਫਿਰ ਅੱਗੇ ਕਹਿੰਦੇ ਝੁੰਗੇ ਮੁਸਕ ਮੰਗੇਨ, ਕਹਿਣਗੇ ਆਪਣੀ ਝੁੰਗੇ ਦੇ ਵਿੱਚ ਤੂੰ ਕਪੂਰ ਲਾ ਕੇ, ਕੈਂਫਰ ਲਾ ਕੇ ਬਹੁਤ ਵਾਸ਼ਨਾ ਕੀਤੀ ਹੋਈ ਹੈ, ਸੁੰਦਰ ਸਜਾਇਆ ਹੋਇਆ ਹੈ, ਮਤਲਬ ਕਿ ਤੇਰੇ ਅੰਦਰ ਕੁਝ ਵੀ ਨਹੀਂ ਹੈ। ਤੂੰ ਜਿਹਦਾ ਸੌਦਾ ਕਰ ਰਹੀ ਹੈ ਝੂਠ ਦਾ ਸੌਦਾ ਕਰ ਰਹੀ ਹੈ, ਪਰ ਉੱਤੋਂ ਤੂੰ ਦਿਖਾ ਰਹੀ ਹੈ ਤੂੰ ਬਹੁਤ ਸੋਹਣੀ ਹੈ, ਤੂੰ ਬਹੁਤ ਵੱਡੀ ਹੈ, ਤੂੰ ਪਾਵਰਫੁਲ ਹੈ। ਅਮਲਾ ਬਾਜੋ ਨਾਨਕਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਮਲਾ ਬਾਝੋਂ, ਜਦੋਂ ਤੱਕ ਤੂੰ ਅਮਲ ਨਾ ਕਰੇ ਉਹ ਸੱਚ ਤੇ, ਸੱਚ ਬੋਲਣਾ ਜਿਹੜਾ ਹੈ ਝੂਠ ਵਿੱਚ ਸੱਚ ਬੋਲਣਾ। ਦੇਖੋ ਨਾ ਇੱਥੇ ਵੀ ਇੱਕ ਗੱਲ ਹੈ, ਇਹ ਝੂਠ ਬੋਲ ਰਹੀ ਹੈ ਪਰ ਉਹ ਝੂਠ ਨੂੰ ਸੱਚ ਦੀ ਤਰ੍ਹਾਂ ਬੋਲ ਰਹੀ ਹੈ, ਕੌਨਫੀਡੈਂਟਲੀ ਬੋਲ ਰਹੀ ਹੈ ਇੱਕ ਝੂਠ ਨੂੰ ਸੱਚ ਬਣਾ ਕੇ। ਤੇ ਮਹਾਰਾਜ ਕਹਿੰਦੇ ਹਨ ਅਮਲਾ ਬਾਝੋ ਨਾਨਕਾ, ਕਹਿਣਗੇ ਜੇ ਅਮਲਾ ਬਾਝੋ ਨਾ, ਜੇ ਅਮਲ ਨਾ ਕੀਤਾ ਜਾਵੇ ਬੰਦਾ ਫੋਕਾ ਬੋਲਿਓ ਹੀ ਜਾਵੇ, ਕਿਉਂ ਕਰ ਕੰਤ ਮਲੇਨ। ਉਹਨੂੰ ਫੇਰ ਪਰਮੇਸ਼ਰ ਰੂਪੀ ਸਵਾਮੀ ਨਹੀਂ ਮਿਲਦਾ, ਉਹਨੂੰ ਕੰਤ ਨਹੀਂ ਮਿਲਦਾ, ਉਹਨੂੰ ਆਪਣਾ ਸਵਾਮੀ ਕਿਤੇ ਪ੍ਰਾਪਤ ਨਹੀਂ ਹੁੰਦਾ। ਸਵਈਆ ਯੋ ਕਹਿ ਤੇ ਸਿਰ ਕੁੰਭ ਲਗਿਓ। ਕੀ ਹੋਇਆ ਜੀ, ਮਹਾਰਾਜ ਨੇ ਇਹ ਸ਼ਲੋਕ ਇਹ ਪੜ੍ਹਨਾ ਸੀ, ਕੀ ਹੋਇਆ ਹੁਣ ਉਹ ਜਿਹੜਾ ਘੜਾ ਪਿਆ ਸੀ ਨਾ ਉਹਦੇ ਸਿਰ ਤੇ ਉੱਥੇ ਜੁੜ ਗਿਆ, ਉਹ ਲਾਉਂਦੀਆਂ ਨਹੀਂ ਲੱਥਦਾ, ਉੱਥੇ ਜੁੜ ਗਿਆ ਜੀ, ਪਰਮਨੈਂਟ ਹੋ ਗਿਆ ਉਹਦਾ ਸਿਰ ਜਿਹੜਾ ਹੈ, ਮਤਲਬ ਇਹਨੂੰ ਲਾ ਲਓ ਉਹਦਾ ਡਬਲ ਸਿਰ ਹੋ ਗਿਆ। ਹਾਂਜੀ ਹੁਣ ਉਹਨੂੰ ਕੁੰਭ ਕਿਤੇ ਰੱਖਣ ਦੀ ਲੋੜ ਨਹੀਂ, ਹੀ ਉਹ ਕੁੰਭ ਨਾਲ ਸੌਂ ਵੀ ਸਕਦੀ ਆ, ਉੱਠ ਵੀ ਸਕਦੀ ਆ, ਜਦੋਂ ਮਰਜੀ ਪਾਣੀ ਭਰਨਾ ਭਰ ਵੀ ਸਕਦੀ ਆ। ਸੋ ਕੀ ਹੋਇਆ ਜੀ, ਉਹ ਕੁੰਭ ਜੁੜ ਗਿਆ ਉਹਦੇ ਸਿਰ ਦੇ ਨਾਲ। ਫਿਰ ਉਤਰੇ ਨਾ ਤਰੈ ਰਹੀ ਹਾਰ ਉਤਾਰੀ। ਉਹ ਤਾਰੀ ਜਾਂਦੀ ਆ, ਤਾਰੀ ਜਾਂਦੀ ਆ, ਉਤਰਦਾ ਨਹੀਂ, ਹੁਣ ਉਹ ਜੁੜ ਗਿਆ ਜੀ, ਐਨ ਉੱਥੇ ਨਾਲ ਜੁੜ ਗਿਆ, ਸਿਰ ਦਾ ਜਿਹੜਾ ਹਿੱਸਾ ਹੀ ਬਣ ਗਿਆ ਜੀ। ਕੀ ਪਤਾ ਉਹਦਾ ਬ੍ਰੇਨ ਵੀ ਉਹਦੇ 'ਚ ਚਲ ਗਿਆ ਹੋਵੇ, ਕੁੰਭ 'ਚ, ਕੋਈ ਪਤਾ ਨਹੀਂ। ਹਾਂਜੀ ਫਿਰ ਪਿਆ ਭਨੀ ਮਰਦਾਨੇ ਭਾਈ ਮਰਦਾਨਾ ਵਿਚਾਰਾ ਮੈਂ ਕਰੀ ਜਾਂਦਾ ਉੱਥੇ ਬੈਠਾ, ਹਾਂਜੀ ਬੰਨਿਆ ਹੋਇਆ, ਸੋ ਪੈ ਕਰਦਾ ਕਹੋ ਵਾਹਿਗੁਰੂ ਗੁਰਬਾਣੀ ਉਚਾਰੀ। ਗੁਰੂ ਨਾਨਕ ਸਾਹਿਬ ਜੀ ਕੋਲੇ ਚਲੇ ਗਏ, ਜੋ ਮਹਾਰਾਜ ਕੋਲੇ ਗਏ ਨਾ, ਭਾਈ ਮਰਦਾਨਾ ਛਾਲਾ ਮਾਰੇ, ਹਾਂਜੀ ਜਿਹੜਾ ਸ਼ਿਵ ਬਣਿਆ ਹੋਇਆ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਮਰਦਾਨੇ ਨੂੰ ਕਹੋ ਵਾਹਿਗੁਰੂ, ਕਹਿੰਦੇ ਵਾਹਿਗੁਰੂ ਕਹਿ। ਸੋ ਕੀ ਹੋਇਆ ਜੀ, ਉਸ ਵੇਲੇ ਬਸ ਇੰਨੀ ਗੱਲ ਕਹਿਣ ਦੀ ਲੋੜ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਕਹੋ ਜਿਹੜਾ ਹੈ ਕਹੋ ਵਾਹਿਗੁਰੂ, ਬਸ ਇਹ ਗੱਲ ਕਹੀ। ਫਿਰ ਕੀ ਹੋਇਆ ਜੀ, ਯੋਂ ਭਨਤੇ ਗੁਰ ਗਰ ਤੰਤ ਟੁੱਟ ਗਈ। ਕੀ ਹੋਇਆ, ਗਲ ਦੇ ਵਿੱਚੋਂ ਜਿਹੜਾ ਤੰਤਰ ਪਾਇਆ ਉਹ ਟੁੱਟ ਕੇ ਡਿੱਗ ਪਿਆ, ਉਹ ਰੱਸੀ ਜਿਹੜੀ ਹੈ ਸਾਰੀ ਖੁੱਲ ਗਈ। ਭਾਤਨ ਮਾਨਵ ਟਾਮਨ ਟਾਰੀ। ਉਹ ਜਾਦੂ ਉਤਰ ਗਿਆ, ਜਾਦੂ ਦੂਰ ਹੋ ਗਿਆ, ਮੁੜ ਕੇ ਭਾਈ ਮਰਦਾਨਾ ਮਨੁੱਖ ਬਣ ਗਿਆ, ਮੁੜ ਕੇ ਉਹੀ ਜਿਹੜਾ ਹਨ ਸਰੂਪ ਵਿੱਚ ਆ ਗਿਆ ਜਿਵੇਂ ਪਹਿਲਾਂ ਸੀ। ਲੈ ਰਬਾਬ ਧਰੇ ਨਿਜ ਕੰਧ। ਹੁਣ ਭਾਈ ਮਰਦਾਨੇ ਨੇ ਪਹਿਲੀ ਗੱਲ ਕੀ ਕੀਤੀ, ਆਪਣੀ ਰਬਾਬ ਚੱਕੀ ਜੀ, ਜਾ ਕੇ ਰਬਾਬ ਚੱਕ ਕੇ ਤਿਆਰ ਹੋ ਗਿਆ। ਗੁਰੂ ਨਾਨਕ ਦੇਵ ਮਹਾਰਾਜ ਕਰਕੇ ਆਮ ਰੈਡੀ, ਲੈਟਸ ਗੋ। ਹਾਂਜੀ ਫਿਰ ਆਇਓ ਢਿੱਗ ਲੱਜਤ ਹੀਰ ਅਗਾਰੀ। ਕਹਿੰਦੇ ਵਿਚਾਰਾ ਹੁਣ ਭਾਈ ਮਰਦਾਨਾ ਨਾ, ਕਹਿੰਦੇ ਲਿਓ ਢਿੱਗ, ਨਾਲ ਗੁਰੂ ਨਾਨਕ ਸਾਹਿਬ ਦੇ ਤੁਰਦਾ ਹੈ, ਲੱਜਤ ਹੇਰ ਜਿਹੜਾ ਅਗਾਰੀ, ਕਹਿੰਦੇ ਕਿ ਪਾਪਾਂ ਦਾ ਵੈਰੀ। ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਨਾ ਥੋੜਾ ਸ਼ਰਮਾਉਂਦਾ ਹੈ ਵੀ ਫਿਰ ਮੇਰੇ ਤੋਂ ਗਲਤੀ ਹੋ ਗਈ, ਹਾਂਜੀ ਮੈਂ ਤੁਹਾਡਾ ਸੰਗ ਛੱਡ ਕੇ ਮੈਂ ਪਾਣੀ ਪੀਣ ਚਲੇ ਗਿਆ ਸੀਗਾ, ਹਾਂਜੀ ਮੈਂ ਡੀਟੂਰ ਕੀਤਾ। ਹੁਣ ਭਾਈ ਮਰਦਾਨੇ ਨੂੰ ਥੋੜੀ ਥੋੜੀ ਸੰਗ ਆਉਂਦੀ, ਸ਼ਰਮ ਆਉਂਦੀ ਹੈ। ਪੁੰਨ ਨਾਰ ਕੇ ਸੀਸ ਪੈ ਕੁੰਭ ਲਗਾ। ਹੁਣ ਕੀ ਹੋਇਆ ਜੀ, ਔਰਤ ਦੇ ਸਿਰ ਦੇ ਉੱਤੇ ਉਹ ਜਿਹੜਾ ਹੈ ਘੜਾ ਜੁੜ ਗਿਆ, ਹੁਣ ਇਹ ਇਸ਼ੂ ਬਣ ਗਿਆ ਜੀ, ਉਹ ਘੜਾ ਨਹੀਂ ਉਤਰਦਾ ਹੁਣ। ਬਿਸਮਾਦ ਭਏ ਲੱਖ ਕਹਿ ਨਰ ਨਾਰੀ। ਹੁਣ ਸਾਰੇ ਲੋਕ ਬੜੇ ਹੈਰਾਨ, ਜਿਹੜੇ ਵੀ ਪੁੱਛਦਾ ਹੈ ਕਹਿੰਦੇ ਤੂੰ ਆਹ ਘੜਾ ਕੀ ਚੱਕੀ ਫਿਰਦੀਆਂ ਤਾਰ ਦੇ, ਉਹ ਕਹਿੰਦੀ ਉਤਰਦਾ ਨਹੀਂ, ਉਤਰਦਾ। ਹਾਂਜੀ ਸੋ ਜਿੱਥੇ ਵੀ ਜਾਂਦੀ ਘੜਾ ਨਾਲ, ਜਿੱਥੇ ਜਾਂਦੀ ਘੜਾ ਨਾਲ, ਹਾਂਜੀ ਨਹਾਉਣ ਗਈ ਘੜਾ ਨਾਲ, ਹਾਂਜੀ ਹੁਣ ਕੀ ਕਰੇ ਘੜੇ ਨੂੰ, ਹਾਂਜੀ ਉਹ ਉਤਰਦਾ ਨਹੀਂ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਉਹਦਾ ਬੁਰਾ ਹਾਲ ਹੋ ਗਿਆ ਜੀ ਘੜੇ ਦੇ ਨਾਲ। ਬਹੁ ਕੀਨ ਪ੍ਰਯਾਸ ਭਏ ਸਭ ਬਾਦ। ਲੋਕਾਂ ਨੇ ਬਹੁਤ ਆ ਕੇ ਟਰਾਈ ਕੀਤਾ ਜੀ, ਖਿੱਚਿਆ ਜੀ, ਤੋੜਿਆ ਜੀ, ਬਹੁਤ ਕੁਝ ਕੀਤਾ, ਪਰ ਘੜੇ ਦਾ ਕੁਝ ਨਹੀਂ ਵਿਗੜਦਾ ਜੀ। ਪਖਾਨ ਪਿਦੈ ਨਹਿ ਬੁੰਦ ਕੇ ਮਾਰੀ। ਹਾਂ ਕਹਿਣ ਲੱਗੇ ਕੀ ਹੋਇਆ, ਉਹਨਾਂ ਨੇ ਆ ਕੇ ਮੰਤਰ ਪੜ੍ਹੇ, ਤੇ ਇੱਥੇ ਭਾਈ ਸੰਤੋਖ ਸਿੰਘ ਜੀ ਪਾਖਣ ਪਿੱਦੈ ਨਹੀਂ ਬੂੰਦ ਕੇ ਮਾਰੀ। ਕਹਿਣ ਲੱਗੇ ਪੱਥਰ ਜਿਹੜਾ ਹੈ ਨਾ, ਪਾਣੀ ਛਿੜਕਿਆਂ ਪੱਥਰ ਦੇ ਵਿੱਚ ਗਲੀ ਨਹੀਂ ਹੁੰਦੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਇੱਕ ਪੱਥਰ ਹੈ, ਇਹਨਾਂ ਦੇ ਜੰਤਰ ਮੰਤਰ ਨਾ ਜਿਵੇਂ ਕਿ ਛਿੱਟੇ ਜੀ ਨਹੀਂ ਮਾਰਦੇ ਪਾਣੀ ਤੇ, ਕਹਿੰਦੇ ਉਹ ਪੱਥਰ ਨੂੰ ਭਿਉਂ ਤਾਂ ਦਿੰਦੇ ਆ ਪਰ ਉਹ ਪੱਥਰ ਨੂੰ ਪੈਨੀਟ੍ਰੇਟ ਨਹੀਂ ਕਰ ਸਕਦੇ। ਪੜ ਮੰਤਰਨ ਜੰਤਰਨ ਕੋ ਲਿਖ ਕੇ। ਉਹਨਾਂ ਨੇ ਕਈਆਂ ਨੇ ਜੰਤਰ ਮੰਤਰ ਪੜੇ, ਵੱਡੀਆਂ ਵੱਡੀਆਂ ਉਹਨਾਂ ਦੀਆਂ ਆਈਆਂ ਮੰਤਰ ਪੜੇ, ਫਿਰ ਲਿਖ ਲਿਖ ਕੇ ਤੰਤਰ ਲੈ ਕੇ ਆਈਆਂ, ਤੰਤਰ ਪੜੇ, ਤੰਤਰ ਲਾਏ, ਬਹੁਤ ਕੁਝ ਕੀਤਾ ਜੀ। ਕਰ ਤੰਤਰਨ ਕੋ ਸਭ ਹੀ ਤੈ ਹਾਰੀ। ਸਾਰੀਆਂ ਇਸਤਰੀਆਂ ਹਾਰ ਗਈਆਂ ਜੀ ਤੰਤਰ ਮੰਤਰ ਕਰਕੇ, ਕਿਸੇ ਦਾ ਨਾ ਚੱਲਿਆ ਉੱਥੇ। ਘਟ ਕੂਟ ਸੋ ਬਾਨ ਉਪਾਏ ਚਲਾਵਤ। ਹੁਣ ਇਹ ਘੜਾ ਜਿਹੜਾ ਹੈ ਕਹਿੰਦੇ ਜਿਵੇਂ ਪਹਾੜ ਆ ਨਾ, ਉਹਦੇ ਪਹਾੜ ਜਿਵੇਂ ਸਿਰ ਤੇ ਖੜਾ ਹੈ, ਉਹ ਜਿਹੜਾ ਘੜਾ ਇਸ ਤਰ੍ਹਾਂ ਹੈ, ਤੇ ਇਹ ਜਿਹੜੇ ਜੰਤਰ ਕਰਦੇ ਨਾ ਇਹ ਤੀਰਾਂ ਮਾਰਦੇ ਨੇ ਆਏ, ਤੀਰਾਂ ਵਾਹੂ। ਪਹਾੜ ਦਾ ਕੀ ਵਿਗੜਨਾ ਸੀਗਾ, ਤੀਰਾਂ ਮਾਰੀ ਜਾਓ ਜਿੰਨੀਆਂ ਮਾਰਨੀਆਂ,
ਹਾਂਜੀ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਬਚਨ ਹੋਇਆ, ਬਸ ਘੜਾ ਨਹੀਂ ਹਿੱਲਿਆ, ਉਥੇ ਘੜੇ ਦਾ ਘੜਾ ਨਾ ਟੁੱਟਦਾ ਹੈ। ਖੰਡਤ ਹੋ ਨਾ ਚੱਲੇ ਉਪਚਾਰੀ। ਹਾਂ ਕਹਿੰਦੇ ਨਾ ਟੁੱਟਦਾ ਹੈ ਨਾ ਉਹ ਲੱਥਦਾ ਹੈ, ਕੁਛ ਨਹੀਂ ਚੱਲਦਾ ਜੀ ਹੁਣ ਉਹਨਾਂ ਦਾ। ਕਬਿਤ ਨੂਰ ਸ਼ਾਹ ਹੁਤੀ ਸਰਦਾਰ ਤਿਸ ਦੇਸ ਹੂੰ ਕੀ। ਉਸ ਦੇਸ਼ ਦੀ ਹੁਣ ਕੁਈਨ ਕੌਣ ਸੀਗੀ? ਨੂਰ ਸ਼ਾਹ, ਉਹਦਾ ਨਾਮ ਸੀ ਨੂਰ ਸ਼ਾਹ। ਸੋ ਨੂਰ ਸ਼ਾਹ ਉਹ ਦੇਸ਼ ਦੀ ਜਿਹੜੀ ਹੈ ਰਾਜਾ ਸੀ, ਮਤਲਬ ਕੁਈਨ ਸੀਗੀ। ਭਈ ਸੁਧ ਤਾਂ ਕੋ ਕਿਨ ਜਾਏ ਕੈ ਬਖਾਨਿਆ। ਕਿਸੇ ਨੇ ਜਾ ਕਰਕੇ ਦੱਸ ਦਿੱਤਾ ਨੂਰ ਸ਼ਾਹ ਨੂੰ ਵੀ ਇਹ ਗੱਲਬਾਤ ਹੋਈ ਆ ਜੀ, ਇੱਕ ਔਰਤ ਦੇ ਸਿਰ ਤੋਂ ਘੜਾ ਨਹੀਂ ਲੱਥਦਾ। ਚੇਟਕੀ ਫਕੀਰ ਇੱਕ ਆਇਓ ਹੈ ਨਗਰ ਵਿੱਚ। ਕਹਿੰਦੇ ਇੱਕ ਕਰਾਮਾਤੀ ਫਕੀਰ ਆਇਆ ਇੱਥੇ। ਕਹਿੰਦੇ ਕਰਾਮਾਤੀ ਫਕੀਰ ਨੇ ਪਤਾ ਨਹੀਂ ਕੀ ਕਰਤਾ, ਉਹ ਕੜਾਈ ਜੋੜਤਾ ਉਹਦੇ ਸਿਰ ਦੇ ਨਾਲ। ਕਟਾਤੀ ਸੀਸ ਪੈ ਲਗਾਇਓ ਸਭ ਜਾਣਿਆ। ਹਾਂ ਕਹਿੰਦਾ ਘੜਾ ਉਹਦਾ ਇੰਨਾ ਪੱਕਾ ਹੀ ਕਰਤਾ ਉਹਦੇ ਸਰੀਰ ਤੇ, ਇਉਂ ਲੱਗਦਾ ਜਿਵੇਂ ਉਹਦੀ ਬੋਡੀ ਉਹ ਇੱਕ ਘੜਾ ਉਹਦਾ ਪਾਰਟ ਆਫ ਦਾ ਬੋਡੀ ਬਣ ਗਿਆ ਜੀ, ਪਾਰਟ ਆਫ ਦਾ ਲਿੰਬ ਬਣ ਗਿਆ ਜੀ ਉਹਦਾ। ਮੰਤਰ ਨਾ ਜੰਤਰ ਨਾ ਤੰਤਰ ਚਲਤ ਹਾਂ ਨਾ ਕੋਈ ਮੰਤਰ ਜੰਤਰ ਤੰਤਰ ਕੋਈ ਨਹੀਂ ਚੱਲਦਾ ਜੀ ਹੁਣ। ਹਾਰੇ ਉਪਚਾਰ ਕਰ ਕਾਹੂ ਨਾ ਹਿਲਾਨਿਆ। ਕਹਿੰਦੇ ਯਤਨ ਬਹੁਤ ਕਰ ਲਏ ਪਰ ਉਹ ਜਿਹੜਾ ਘੜਾ ਨੇ ਉਤਰਨਾ ਤੇ ਕੀ ਹਿਲਦਾ ਵੀ ਨਹੀਂ, ਕਿਉਂਕਿ ਕਈਆਂ ਨੇ ਕੀ ਕੀਤਾ, ਜੰਤਰ ਕੀਤਾ। ਜੰਤਰ ਕੀ ਹੁੰਦਾ ਹੈ? ਲੈ ਕੇ ਉਹਨੂੰ ਭੰਨਿਆ, ਕਈ ਹਥੌੜੀ ਲੈ ਕੇ ਆਏ, ਹੈਮਰ ਲੈ ਕੇ ਆਏ, ਜੋ ਮਰਜੀ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ, ਟੁੱਟਦਾ ਵੀ ਨਹੀਂਗਾ, ਕਿਉਂਕਿ ਵਿੱਚ ਪਾਣੀ ਜਿਹੜਾ ਪਿਆ ਸੀ ਨਾ, ਉਹ ਪਾਣੀ ਵੀ ਇੱਕ ਪੱਥਰ ਦੀ ਤਰ੍ਹਾਂ ਬਣ ਗਿਆ। ਸੋ ਕੀ ਹੋਇਆ ਤੁਸੀਂ ਇਮੇਜਿਨ ਕਰੋ, ਉਹ ਘੜਾ ਕਿੰਨਾ ਭਾਰਾ ਹੈ, ਹਾਂਜੀ ਕਿੰਨਾ ਭਾਰਾ, ਤੇ ਉਹ ਟੁੱਟਦਾ ਵੀ ਨਹੀਂ ਗਿਆ, ਨਾ ਤੰਤਰਾਂ ਦੇ ਨਾਲ ਦੂਰ ਹੁੰਦਾ ਹੈ। ਜੈਸੇ ਸਿਆਰ ਸ਼ੇਰ ਕੋ ਪਪੀਲ ਕਾ ਸਮੇਰ ਕੋ। ਹੁਣ ਦੇਖੋ ਐਗਜ਼ਾਮਪਲ ਕਿੰਨਾ ਸੋਹਣਾ ਭਾਈ ਸਾਹਿਬ ਜੀ ਦਿੰਦੇ ਹਨ, ਕਿਵੇਂ ਜਿਵੇਂ ਸਈਅਰ, ਕਿਵੇਂ ਜਿਵੇਂ ਗਿੱਦੜ ਹੁੰਦਾ ਹੈ, ਜਿਹੜੇ ਗਿੱਦੜ ਜੈਕਲ ਹੁੰਦੇ ਆ ਨਾ, ਉਹ ਸ਼ੇਰ ਨੂੰ ਜਾ ਕੇ ਡਰਾਉਣ, ਕਿਵੇਂ ਡਰਾ ਸਕਦੇ ਜੀ ਸ਼ੇਰ ਨੂੰ, ਹਾਂਜੀ। ਸੋ ਉਹ ਤਾਂ ਪਹਿਲਾਂ ਹੀ ਭੱਜ ਜਾਂਦੇ ਨੇ। ਦੂਜਾ ਐਗਜ਼ਾਮਪਲ ਪਪੀਲ ਕਾ ਸੁਮੇਰ ਕੋ, ਇੱਕ ਕੀੜੀ ਸੁਮੇਰ ਪਰਬਤ ਜਿਹੜਾ ਮਾਊਂਟਨ ਜਿਵੇਂ ਐਵਰੈਸਟ ਲਾ ਲਓ, ਕਹਿੰਦੇ ਉਹਦੇ ਉੱਤੇ ਕਿਵੇਂ ਚੜੇਗੀ, ਕਿਵੇਂ ਉਹਦਾ ਜਿਹੜਾ ਹੈ ਸਾਰ ਪਾਏਗੀ, ਇੱਕ ਕੀੜੀ ਪੂਰਾ ਐਵਰੈਸਟ ਨੂੰ ਕਿਵੇਂ ਦੇਖੇਗੀ। ਫਿਰ ਉਪਾਏ ਤਿਸ ਸਮਾਹੇ ਸੋ ਐਸੀ ਬਿਦ ਠਾਨਿਆ। ਹਾਂ ਕਹਿੰਦੇ ਉਪਾਏ ਤਿਸ ਸਮੋਏ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜੋ ਉਹਨਾਂ ਦੇ ਜੰਤਰ ਮੰਤਰ ਸੀ ਨਾ, ਜਿਵੇਂ ਇੱਕ ਕੀੜੀ ਹੁੰਦੇ ਨੇ, ਮਹਾਰਾਜ ਨੂੰ ਕੋਈ ਨਹੀਂ ਫਰਕ ਪੈਂਦਾ ਜੀ। ਸੁਣੀ ਜਬ ਰੋਸੀ ਤਬ ਤੈ ਢਿਗ ਜੂ ਸਭ। ਸੋ ਉਹ ਗੁੱਸੇ ਵਿੱਚ ਆਈ ਜੀ ਨੂਰ ਸ਼ਾਹ ਸੁਣ ਕੇ, ਮੇਰੇ ਦੇਸ਼ ਵਿੱਚ ਆਹ ਕਿਵੇਂ ਹੋ ਸਕਦਾ ਹੈ। ਕਹਿੰਦੇ ਉਹਦੇ ਕੋਲ ਜਿਹੜੀਆਂ ਇਸਤਰੀਆਂ ਸਨ, ਉਹਦੀਆਂ ਪਰਸਨਲ ਜਿਹੜੀਆਂ ਹੁੰਦੀਆਂ ਸੀ ਸੈਕੰਡ ਲੈਵਲ ਵਾਲੀਆਂ, ਪਾਵਰਫੁਲ ਸੈਕੰਡ ਲੈਵਲ ਪਾਵਰਫੁਲ ਜਿਹੜੀਆਂ ਸਨ, ਉਹਨਾਂ ਨੂੰ ਜਿਹੜਾ ਉਹਨੇ ਕਿਹਾ ਵੀ ਤੁਸੀਂ ਕੁਝ ਕਰੋ ਹੁਣ ਜਾ ਕੇ। ਟਾਮਨ ਕੀ ਵਿਦ ਮੈਂ ਸੁਜਾਨ ਜਿਉ ਜਾਣਿਆ। ਕਹਿੰਦੇ ਟੂਣੀਆਂ ਵਿੱਚ ਟੂਣਾ ਕਰਨਾ, ਜਿਵੇਂ ਹੁੰਦਾ ਨਾ ਕਿਸੇ ਤੇ ਟੂਣਾ ਕਰ ਦੇਣਾ, ਹਾਂਜੀ ਕਿਸੇ ਨੇ ਸਪੈਲ ਕਰ ਦੇਣਾ, ਹਾਂਜੀ। ਸੋ ਇਹ ਜਿਹੜੀਆਂ ਉਹ ਬਹੁਤ ਮਹਾਰ ਸੀਗੀਆਂ। ਸੋ ਹੁਣ ਜਿਹੜੀਆਂ ਟੌਪ ਲੈਵਲ ਦੀਆਂ ਉਹਨੇ ਇਕੱਠੀਆਂ ਕਰਕੇ ਉਹਨਾਂ ਨੂੰ ਭੇਜਿਆ, ਜਾ ਕੇ ਉਹਦਾ ਘੜਾ ਤਾਰੋ ਜਾ ਕੇ। ਭੇਜੀ ਤਤਕਾਲ ਜਹਾਂ ਕੁੰਭ ਸੀਸ ਬਾਲ ਲੱਗੇ। ਹਾਂ ਉਹ ਇਸਤਰੀ ਕੋਲ ਭੇਜ ਦਿੱਤੀਆਂ ਜਿੱਥੇ ਵਿਚਾਰੀ ਉਹ ਘੜੇ ਵਾਲੀ ਬੈਠੀ ਸੀ। ਧਾਰਤ ਵਿਸਾਲ ਮਾਨ ਧਾਈ ਤਹਿ ਥਾਨਿਆ। ਉਹ ਬੜੀਆਂ ਹੰਕਾਰ ਨਾਲ ਆਈਆਂ, ਅਸੀਂ ਤਾਰ ਦੇਣਾ ਜੀ, ਇਹਦੇ ਚ ਕਿਹੜੀ ਗੱਲ ਆ ਜੀ, ਹਾਂਜੀ ਹਾਂਜੀ। ਉਹ ਬੜੀਆਂ ਜਿਹੜੀਆਂ ਹਨ ਹੌਸਲੇ ਨਾਲ ਗਈਆਂ, ਹਾਂਜੀ। ਜਾ ਕਰਕੇ ਉਹਨਾਂ ਨੇ ਆਪਣੇ ਮੰਤਰ ਜੀ ਪੜ੍ਹੇ। ਢੋਲਕ ਬਜਾਏ ਕੋ ਕੰਧ ਕੋ ਭਜਾਏ ਚੱਲੀ। ਦੇਖੋ ਗਲ ਵਿੱਚ ਢੋਲ ਪਾ ਕੇ ਲੈ ਕੇ ਗਈਆਂ ਜੀ, ਜਿਵੇਂ ਭੰਗੜੇ ਪਾਉਣ ਦੀ ਟੀਮ ਹੁੰਦੀ ਆ, ਹਾਂਜੀ। ਢੋਲ ਪਾ ਕੇ ਗਲ ਦੇ ਵਿੱਚ, ਕੰਧ ਕੋ ਭਜਾਏ ਚੱਲੀ। ਸੋ ਕੰਧ ਕਹਿੰਦੇ ਉਹ ਆਈਆਂ ਕਿਵੇਂ, ਇੱਕ ਵਾਲ ਤੇ ਬਹਿ ਕੇ ਵਾਲ ਨੂੰ ਉਡਾ ਕੇ ਲਿਆਈਆਂ ਜੀ। ਦ ਵਾਲ ਵਾਸ ਜਸਟ ਫਲਾਈਂਗ। ਸੋ ਇੱਕ ਜਿਹੜਾ ਕੰਧ ਤੇ ਬਹਿ ਕੇ ਵਾਲ ਸਾਰੀ ਜਿਹੜੀ ਜੋ ਵਾਲ ਹੈ ਵੱਡੀ, ਉਹਦੇ ਤੇ ਬਹਿ ਕੇ ਆ ਰਹੀਆਂ ਜੀ ਆਏ। ਫਿਰ ਕੋ ਨਿਜ ਬਦਨ ਤੇ ਅਗਨ ਬਮਾਨਿਆ। ਉਹ ਕਈ ਆਉਂਦੀਆਂ ਮੂੰਹ ਤੋਂ ਅੱਗ ਕੱਢਦੀਆਂ ਆਉਂਦੀਆਂ ਨੇ, ਉਹ ਅੱਗ ਐ ਕੱਢਦੀਆਂ ਆਉਂਦੀਆਂ ਜੀ, ਜੇ ਉੱਥੇ ਮੇਰੇ ਖਿਆਲ ਫਾਇਰ ਬ੍ਰਿਗੇਡ ਨਹੀਂ ਹੋਣੀ। ਚੜ ਹੈ ਬਿਟਿਪ ਕੋ ਮ੍ਰਿਗ ਸ਼ਾਲਾਪੁਰ। ਹਾਂ ਕਈ ਕਹਿੰਦੇ ਉਹ ਜਿਹੜੇ ਵੱਡੇ ਬ੍ਰਿਛ ਨਹੀਂ ਹੁੰਦੇ, ਟਰੀ ਹੁੰਦੇ ਨੇ, ਉਹਨਾਂ ਨੂੰ ਉਖਾੜ ਕੇ ਧਰਤੀ ਵਿੱਚੋਂ ਜੜਾਂ ਸਮੇਤ ਉੱਤੇ ਚੜ ਕੇ ਆ ਰਹੀਆਂ ਹੈ ਜੀ, ਵੱਡੇ ਦਰਖਤਾਂ ਤੇ ਚੜ ਕੇ ਆ ਰਹੀਆਂ ਨੇ। ਤੇ ਕਈ ਮਿਰਗਸ਼ਾਲਾ ਤੇ, ਮਿਰਗਸ਼ਾਲਾ ਮੀਨਸ ਮਿਰਗ ਦੀ ਉਹ ਸਕਿਨ ਦੇ ਉੱਤੇ ਨਾ ਜਿਹੜਾ ਕੀ ਲੈਦਰ ਦੇ ਉੱਤੇ ਉਹ ਚੜ ਕੇ ਉੱਤੇ ਐਂ ਉੱਡੀਆਂ, ਜਿਵੇਂ ਫਲਾਈਂਗ ਕਾਰਪੈਟ ਹੁੰਦਾ ਹੈ, ਐਂ ਉੱਡਦੀਆਂ ਆ ਰਹੀਆਂ ਹਨ। ਕੋ ਭੇਟ ਮੰਤਰਨ ਕੀ ਦੇਨੇ ਹਿਤ ਆਨਿਆ। ਹਾਂ ਕੋਈ ਭੇਟ ਮੰਤਰਨ ਕੀ ਦੇਨੇ ਹਿਤ ਆਣੀ ਹੈ, ਕਈ ਜਿਹੜੀਆਂ ਹਨ ਮੰਤਰ ਦੀ ਭੇਟਾ ਦੇਣ ਵਾਸਤੇ ਆ ਰਹੀਆਂ ਹਨ। ਸੋ ਉੱਥੇ ਬਹੁਤ ਇਕੱਠ ਹੋ ਗਿਆ ਜੀ, ਉਹਦੇ ਆਲੇ ਦੁਆਲੇ ਸਾਰੀਆਂ ਇਕੱਠੀਆਂ ਹੋ ਗਈਆਂ। ਦੋਹਰਾ ਲਿਖਹਾਰੀ ਜੰਤਰਨ ਸਭੈ ਮੰਤਰਨ ਪੜਤ ਵਿਸਾਲ। ਆਈਆਂ ਤਾਂ ਬੜੀਆਂ ਧੂਮ-ਧਾਮ ਨਾਲ ਸੀ ਜੀ। ਕੋਈ ਕੰਧ ਤੇ ਚੜਿਆ, ਉਹਨਾਂ ਦੀ ਪਾਕਿੰਗ ਪਤਾ ਨਹੀਂ ਕਿਵੇਂ ਹੋਈ ਹੋਣੀ, ਕਿਸੇ ਦੇ ਕੰਧ ਪਾਕਿੰਗ ਕਰਨੀ ਪੈ ਗਈ, ਕਿਸੇ ਦਾ ਦਰਖਤ ਪਤਾ ਨਹੀਂ ਕਿਤੇ ਪਾਕ ਕੀਤਾ ਹੋਣਾ। ਸ਼ੁਕਰ ਕਰੋ ਅੱਜ ਤੱਕ ਆਪਾਂ ਨੂੰ ਸਿਰਫ ਘਾਹ
ਪੱਕ ਹੁੰਦੀ ਆ ਜੀ। ਹਾਂਜੀ, ਤੇ ਇਹਨਾਂ ਨੂੰ ਜ਼ਰੂਰ ਲੇਡੀਜ਼ ਪਾਕਿੰਗ ਮਿਲੀ ਹੋਣੀ ਆ ਪ੍ਰਾਇੋਰਟੀ। ਹਾਂਜੀ, ਸੋ ਮੂਹਰੇ ਜਾ ਕੇ ਪੱਕ ਕਰਤੀਆਂ ਹੋਣੀਆਂ, ਜਾ ਕੇ ਕਿਸੇ ਨੇ ਬੁੱਟਾ ਪੱਕ ਕਰਤਾ, ਕਿਸੇ ਨੇ ਕੰਧ ਪੱਕ ਕਰਤੀ, ਕਿਸੇ ਨੇ ਆਪਣੀ ਮਿਰਗਸ਼ਾਲਾ ਪੱਕ ਕਰਤੀ। ਸੋ ਸਾਰੀਆਂ ਉੱਠ ਕੇ ਜੀ ਗਈਆਂ ਜੀ ਮੰਤਰ ਪੜ੍ਹਨ ਵਾਸਤੇ। ਸੋ ਮੰਤਰ ਪੜ੍ਹੇ, ਤੰਤਰ ਲਿਖੇ ਉਹਦੇ ਗਲ ਵਿੱਚ ਪਾਏ, ਆਈ ਕੀਤਾ, ਬਹੁਤ ਕੁਝ ਕੀਤਾ ਜੀ ਉਹਨਾਂ ਨੇ ਇਕੱਠੀਆਂ ਹੋ ਕੇ। ਘਟਾ ਨਾ ਡੋਲਿਓ ਕਿਸੂ ਤੇ ਔਰ ਅਚਰਜ ਸਭ ਬਾਲ। ਸਾਰੀਆਂ ਇਸਤਰੀਆਂ ਜਿਹੜੀਆਂ ਹਾਂ, ਜਿੰਨਾ ਪਾਵਰ ਸੀ ਨਾ ਸਾਰਾ ਹੀ ਲਾਤਾ। ਉਹ ਘੜੇ ਨੂੰ ਕੋਈ 1 ਇੰਚ ਵੀ ਨਹੀਂ ਹਿਲਾ ਸਕਿਆ, ਉੱਥੇ ਦਾ ਉੱਥੇ ਹੀ ਜੁੜਿਆ ਹੋਇਆ ਹੈ। ਸੋਰਠਾ ਨੂਰ ਸ਼ਾਹੀ ਕੇ ਪਾਸ ਪੁਨ ਸੁਧ ਦੀਨੀ ਜਾਏ ਕੈ। ਵਿਚਾਰੀਆਂ ਵਾਪਸ ਆਪਣੀਆਂ ਕੰਧਾਂ ਗੁੰਦਾਈਆਂ ਲੈ ਕੇ ਵਾਪਸ ਮੁੜ ਗਈਆਂ ਜੀ। ਨੂਰ ਸ਼ਾਹ ਕੋਲ ਗਈਆਂ, ਜਾ ਕੇ ਨੂਰ ਸ਼ਾਹ ਨੂੰ ਕਹਿਣ ਲੱਗੀਆਂ, ਹਾਰੀ ਕਰਤ ਪ੍ਰਯਾਸ ਬਲ ਨਾ ਚੱਲੇ ਇਹ ਕੁੰਭ ਪਰ। ਹਾਂ, ਕਹਿਣ ਲੱਗੇ ਅਸੀਂ ਕੰਧਾਂ ਚੱਕ ਸਕਦੀਆਂ ਹਾਂ, ਦਰਖਤ ਚੱਕ ਸਕਦੀਆਂ ਹਾਂ, ਉੱਡ ਵੀ ਸਕਦੀਆਂ ਹਾਂ ਦਰਖਤਾਂ ਦੇ ਨਾਲ, ਪਰ ਇੱਕ ਘੜਾ ਨਹੀਂ ਸਾਥੋਂ ਹਿੱਲਿਆ। ਹਾਂਜੀ, ਹੋਰ ਤਾਂ ਬਹੁਤ ਕੁਝ ਚੱਕ ਲੈਂਦੀਆਂ ਸੀ, ਪਰ ਇੱਕ ਘੜਾ ਨਹੀਂ ਹਿਲਾ ਸਕੀਆਂ। ਸੋ ਕਹਿੰਦੇ ਨੂਰ ਸ਼ਾਹ ਨੂੰ ਜਾ ਕੇ ਕਹਿੰਦੇ, ਹਾਰੀ ਕਰਤ ਪਿਆਸ, ਅਸੀਂ ਆਪਣਾ ਟਰਾਈ ਕਰ ਲਿਆ ਜੀ, ਕੋਸ਼ਿਸ਼ ਕਰ ਲਈ, ਪਰ ਹੁੰਦਾ ਕੁਝ ਨਹੀਂ ਹੈਗਾ ਉੱਥੇ। ਕਬੈਤ ਸਰੋਨ ਸੁਨ ਰੋਸ ਕੀਨ ਸਬਨ ਕੋ ਧੀਰ ਦੀਨ। ਉਹ ਹੁਣ ਨੂਰ ਸ਼ਾਹ ਨੇ ਸਮਝਿਆ ਵੀ ਹੁਣ ਮੈਨੂੰ ਚੈਲੰਜ ਮਿਲ ਰਹੀ ਹੈ। ਉਹਨੇ ਸੁਣ ਕੇ ਗੁੱਸਾ ਕੀਤਾ ਜੀ। ਸੋ ਗੁੱਸਾ ਚੜ ਗਿਆ ਜੀ ਹੁਣ ਨੂਰ ਸ਼ਾਹ ਨੂੰ। ਸੋ ਗੁੱਸਾ ਚੜਿਆ, ਕਹਿੰਦੇ ਸਾਰਿਆਂ ਨੂੰ ਧੀਰਜ ਦਿੱਤੇ ਤੇ ਕੋਈ ਨਹੀਂ, ਫਿਕਰ ਨਾ ਕਰੋ, ਮੈਂ ਹੈਗੀ ਆ, ਕੋਈ ਗੱਲ ਨਹੀਂ, ਤੁਸੀਂ ਸਬਰ ਕਰੋ ਹੁਣ। ਫਿਰ ਹਾਂਜੀ, ਮੰਤਰ ਜੰਤਰ ਲਿਖ ਲੀਨ ਚੱਲੀ ਆਪ ਧਾਇ ਕੈ। ਹੁਣ ਨੂਰ ਸ਼ਾਹ ਨੇ ਕੀ ਕੀਤਾ? ਨੂਰ ਸ਼ਾਹ ਨੇ ਆਪਣੇ ਜਾ ਕੇ ਗ੍ਰੰਥ ਖੋਲੇ ਹੁਣ। ਹਾਂਜੀ, ਜੰਤਰਾਂ ਦੇ ਜਿਹੜੇ ਮੋਸਟ ਪਾਵਰਫੁਲ ਜੰਤਰ ਨੇ ਉਹਨੇ ਲਿਖ ਲਏ ਜੀ, ਕਾਪੀ ਕਰ ਲਏ। ਜੇ ਕਿਤੇ ਹੈਂਡਫੋਨ ਹੁੰਦਾ ਉਹਦੇ ਕੋਲ ਕੀ ਔਖਾ ਸੀ, ਫੋਟੋ ਲਾ ਕੇ ਲੈ ਜਾਣਾ ਸੀ। ਹਾਂਜੀ, ਉਹਨੂੰ ਲਿਖਣੇ ਪਏ ਵਿਚਾਰੀ ਨੂੰ, ਕਿਉਂਕਿ ਉਹ ਟਾਈਮ ਤੇ ਹੈ ਨਹੀਂ ਸੀਗਾ। ਸੋ ਉਹਨੇ ਸਾਰੇ ਲਿਖੇ ਜੀ, ਖੋਲ ਕੇ ਸਾਰਾ ਲਿਖ ਲੋ ਕੇ ਵਿਚਾਰੀ। ਹਾਂਜੀ, ਮੋਸਟ ਪਾਵਰਫੁਲ ਜੰਤਰ ਉੱਥੇ ਲਿਖਿਆ ਹੋਣਾ ਟਾਈਟਲ, ਦਾ ਐਕਸਟ੍ਰੀਮਲੀ ਪਾਵਰਫੁਲ ਜੰਤਰ। ਸੋ ਉਹਨੇ ਸਾਰਾ ਲਿਖ ਲਿਆ ਜੀ, ਲਿਖ ਕੇ ਲੈ ਗਈ ਆਪਣੇ ਨਾਲ। ਕੈਸੋ ਹੈ ਫਕੀਰ ਜਾਏ ਦੇਖੋ ਤਹ ਤੀਰ। ਸੋ ਕੀ ਹੋਇਆ, ਨਾਲ ਤਾਂ ਉਹਨੇ ਮੰਤਰ ਲਿਖ ਲਏ, ਨਾਲ ਆਪਣੇ ਇੱਕ ਬੰਦੇ ਨੂੰ, ਇੱਕ ਲੇਡੀ ਨੂੰ ਕਹਿੰਦੀ ਜਾ ਕੇ ਦੇਖ ਕੇ ਆ, ਕੈਸੋ ਹੈ ਫਕੀਰ, ਕਹਿੰਦੇ ਉਹ ਫਕੀਰ ਕੈਸਾ ਹੈ, ਉਹ ਫਕੀਰ ਦੇ ਬਾਰੇ ਵੀ ਪਤਾ ਕਰ ਲਾ ਥੋੜਾ ਬਹੁਤਾ। ਕੇਤੋ ਚੇਟਕੀ ਗਹੀਰ ਅਬ ਜੀਤੋਗੀ ਬਣਾਏ ਕੈ। ਹਾਂ, ਕਹਿਣ ਲੱਗੀ ਮੈਨੂੰ ਲੱਗਦਾ ਬਹੁਤ ਚੇਟਕੀ ਹੈ, ਬਹੁਤ ਪਾਵਰਫੁਲ ਇਹ ਫਕੀਰ ਹੈ, ਪਰ ਕਹਿੰਦੀ ਕੋਈ ਗੱਲ ਨਹੀਂ, ਨੂਰ ਸ਼ਾਹ ਇਜ਼ ਹੇਅਰ, ਨਾਟ ਟੂ ਵਰੀ। ਹਾਂਜੀ, ਮੈਂ ਉਹਨੂੰ ਜਿੱਤ ਲਾਂਗੀ। ਆਨ ਪੜੇ ਮੰਤਰ ਸੁਹਾਏ ਲਿਖ ਜੰਤਰ ਸੋ। ਹਾਂ, ਕਹਿੰਦੀ ਆ ਕੇ ਫਿਰ ਹੁਣ ਨੂਰ ਸ਼ਾਹ ਆਈ ਧੂਮ-ਧਾਮ ਦੇ ਨਾਲ। ਉਹਨੇ ਆ ਕੇ ਆਪਣੇ ਮੰਤਰ ਪੜ੍ਹੇ, ਸੁਹਾਏ ਲਿਖ ਜੰਤਰ ਕੋਲ। ਉਹਨੇ ਸੁਹਾਏ ਜੀ ਆਪਣੇ ਜੰਤਰ ਪੜ੍ਹ ਕੇ ਉੱਤੇ ਘੜੇ ਦੇ ਉੱਤੇ, ਸਾਰੀ ਨਗਰੀ ਨਾ ਇੱਕ ਘੜੇ ਦੇ ਪਿੱਛੇ ਪਈ ਹੋਈ ਆ। ਹੁਣ ਦੇਖੋ ਗੁਰੂ ਨਾਨਕ ਸਾਹਿਬ, ਸਾਰੀ ਨਗਰੀ ਜਿਹੜੇ ਐਕਸ਼ਨ ਕਰਦੇ ਫਿਰਦੇ ਸੀ ਨਾ, ਅਸੀਂ ਇਹ ਕਰ ਦਿਆਂਗੇ, ਇਹ ਸਾਰਿਆਂ ਨੂੰ ਇੱਕ ਘੜੇ ਦੇ ਪਿੱਛੇ ਲਾਤਾ। ਇੱਕ ਘੜਾ ਨਹੀਂ ਹਿਲਦਾ ਉਹਨਾਂ ਤੋਂ, ਹੋਰ ਕੀ ਕਰਨਗੇ ਵਿਚਾਰੇ? ਫਿਰ ਜਿਹੜੇ ਹਨ ਸਾਰੇ ਭੱਜੇ ਫਿਰਦੇ ਹਨ। ਹੁਣ ਦੇਖੋ ਨੂਰ ਸ਼ਾਹ ਕੀ ਕਰਦੀ ਹੈ। ਗਰੀਬ ਬਾਂਧ ਤੰਤਰਨ ਕੋ ਢੋਲਕੀ ਬਜਾਏ ਕੈ। ਕੀ ਹੋਇਆ, ਉਹਦੇ ਉੱਤੇ ਜਿਹੜਾ ਘੜਾ ਡੁੱਲਿਆ, ਉਹਦੇ ਗਰਦਨ ਦੇ ਉੱਤੇ ਤਾਜਾ ਤੰਤਰ ਬੰਨੀ ਜਾਂਦੀ ਹੈ। ਇੱਕ ਬਣਤਾ ਦੋ, ਮੈਂ ਕਿਹਾ ਉਹਦੇ ਕਾਫੀ ਬਣ ਚੋਕਰ ਬਣ ਗਿਆ ਹੋਣਾ ਪੂਰਾ ਉਹਦਾ ਗੱਲ ਦਾ ਹੈ। ਹਾਂਜੀ, ਸੋ ਪੂਰਾ ਬਣ ਬੁਣ ਕੇ ਉਹਦਾ ਸਾਰੇ ਜੰਤਰ ਮੰਤਰ ਬਣ ਕੇ ਫੇਰ ਉਹਦਾ ਕੀ ਕੀਤਾ, ਕਹਿੰਦੇ ਉਹਨੂੰ ਜਿਹੜਾ ਹੈ ਗਰੀਬ ਬੰਨ ਤੰਤਰ ਕੋ ਢੋਲਕੀ ਬਜਾਏ ਕੈ। ਉਹ ਜਿਹੜਾ ਹੈ ਇੱਕ ਤਾਂ ਉਹਦਾ ਦੇਖੋ ਉੱਤੇ ਇੰਨਾ ਭਾਰ, ਦੂਜਾ ਗਲ ਚੁੱਕ ਹੋ ਗਿਆ, ਤੀਜਾ ਉਹਦੇ ਕੋਲ ਬੈਠ ਕੇ ਢੋਲ ਵਜਾਈ ਜਾਂਦੇ ਉੱਚੀ ਉੱਚੀ, ਉਹਦੇ ਕੰਨ ਪਾੜੀ ਜਾਂਦੇ ਨੇ। ਹਾਂਜੀ, ਉਹਦਾ ਤਾਂ ਬੁਰਾ ਹਾਲ ਕਰਤਾ ਵਿਚਾਰੀ ਦਾ। ਫਿਰ ਟਾਮਨ ਬਣਾਏ ਬਹੁ ਕੂਟ ਕੋ ਡੁਲਾਏ ਦੇਤ। ਹਾਂ, ਕਹਿੰਦੇ ਇੰਨੇ ਉਹਨਾਂ ਨੇ ਮੰਤਰ ਪੜੇ, ਇੰਨੇ ਟਾਮਨ ਪੜੇ, ਕਹਿੰਦੇ ਪਹਾੜਾਂ ਨੂੰ ਹਿਲਾ ਸਕਦੀਆਂ ਸਨ, ਵੱਡੇ ਵੱਡੇ ਪਹਾੜਾਂ ਨੂੰ ਹਿਲਾ ਸਕਦੀਆਂ, ਇੰਨੀਆਂ ਪਾਵਰਫੁਲ ਸੀ ਉਹ। ਕਹਿੰਦੇ ਪਹਾੜਾਂ ਨੂੰ ਹਿਲਾਉਣ ਜੋਗੇ ਉਹਨਾਂ ਨੇ ਮੰਤਰ ਪੜੇ, ਪਰ ਘੜਾ ਨਹੀਂ ਹਿੱਲਿਆ। ਹਾਂਜੀ, ਦੇਖੋ ਗੱਲ ਕੀ ਹੈ, ਕਹਿੰਦੇ ਉਹ ਹੈਰਾਨ ਹਨ। ਹਾਂਜੀ, ਅਸੀਂ ਵੱਡੀਆਂ ਵੱਡੀਆਂ ਕੰਧਾਂ ਚੱਕ ਕੇ ਭੱਜ ਜਾਂਦੀਆਂ ਹਨ, ਪਹਾੜ ਚੱਕ ਲੈਂਦੇ ਆ, ਇਹ ਘੜਾ ਕੀ ਚੀਜ਼ ਹੈ? ਇਹਨੂੰ ਕਈ ਵਾਰੀ ਨਾ ਕੀ ਹੁੰਦਾ ਨਾ, ਬੰਦਾ ਜਿਹੜਾ ਹੈ ਨਾ ਉਹ ਡਿਪਰੈਸ ਹੋ ਜਾਂਦਾ ਹੈ ਦੇਖ ਕੇ ਵੀ ਕਿਉਂ ਨਹੀਂ ਕੁਝ ਹੋ ਰਿਹਾ। ਐਸੇ ਸਭ ਕੀਨ ਘਟਾ ਸਭ ਸਕੀ ਨਾ ਡੁਲਾਏ ਕੈ। ਬਸ ਘੜਾ ਨਹੀਂ ਡੁਲਾ ਸਕਿਆ ਜੀ, ਵੀ ਡੂਇੰਗ ਐਵਰੀਥਿੰਗ ਬਟ ਘੜਾ ਨਹੀਂ ਹਿਲਦਾ। ਉਹ ਵਿਚਾਰੀ ਆਈ ਬੈਠੀ ਆ, ਘੜਾ ਉੱਤੇ ਪਿਆ ਜੀ, ਉਹ ਵੀ ਪਾਣੀ ਦਾ ਭਰਿਆ ਹੋਇਆ, ਨਾ ਪਾਣੀ ਹਿੱਲੇ ਨਾ ਘੜਾ ਟੁੱਟੇ। ਸਵਈਆ ਪਾਵਕ ਸੇ ਉਪਚਾਰ ਕੀਏ। ਹਾਂਜੀ, ਕਹਿੰਦੇ ਫੇਰ ਉਹਨਾਂ ਨੇ ਅੱਗ ਨਾਲ ਸਾੜਨਾ ਚਾਹਿਆ ਵੀ ਇਹ ਘੜੇ ਨੂੰ ਸਾੜ ਦੀਏ ਅੱਗ ਨਾਲ। ਉਹਨਾਂ ਨੇ ਅੱਗ ਕੱਢੀ, ਉਹ ਆਈ ਸੀ ਨਾ ਅੱਗ ਕੱਢਣ ਵਾਲੀ, ਉਹਨੇ ਅੱਗ ਕੱਢੀ ਵਿਚਾਰੀ ਨੇ ਪੂਰੀ, ਉਹ ਹੰਬ ਗਈ ਵਿਚਾਰੀ ਅੱਗ ਕੱਢਦੀ। ਹਾਂਜੀ, ਅੱਗ ਕੱਢ ਕੇ ਵਿਚਾਰੀ, ਉਹਨੂੰ ਸਾਹ ਨਹੀਂ ਮੁੜਦਾ ਸੀਗਾ ਵਿਚਾਰੀ ਦਾ, ਉਹ ਵੀ ਹਟ ਗਈ ਜੀ, ਨਹੀਂ ਹੋਇਆ। ਹੁਣ ਤੁਸੀਂ ਇਮੈਜਿਨ ਕਰੋ, ਇਹ ਜਿਹੜੀ ਔਰਤ ਹੈ ਮੁੜ ਕੇ ਕਿਤੇ ਪਾਣੀ ਲੈਣ ਜਾਏਗੀ ਆਪਣੀ ਜ਼ਿੰਦਗੀ ਦੇ ਵਿੱਚ? ਕਿਤੇ ਵੀ ਆਪਣੇ ਸਿਰ ਤੇ ਘੜਾ ਰੱਖੇਗੀ? ਹਾਂਜੀ, ਇੰਨਾ ਡਰ ਪੈ ਗਿਆ ਵਿਚਾਰੀ ਦੇ ਅੰਦਰ, ਡਰ ਵਸ ਗਿਆ ਇਹਨਾਂ ਵਿਚਾਰੀ ਦੇ। ਫਿਰ
ਘਟ ਲਾਗਣ ਸੀਸ ਭਇਓ ਜਲ ਨਿਆਈ। ਹਾਂ ਕਹਿੰਦੇ ਉਪਕਾਰ, ਕਹਿੰਦੇ ਉਹਨਾਂ ਦੇ ਜਿੰਨੇ ਉਹਨਾਂ ਨੇ ਅੱਗ ਦੇ ਪਾਏ, ਕਹਿੰਦੇ ਘੜਾ ਜਿਵੇਂ ਪਾਣੀ ਹੈ, ਉਹਨੂੰ ਅੱਗ ਨੂੰ ਬੁਝਾਈ ਜਾਂਦਾ ਹੈ, ਬਸ ਕੁਛ ਨਹੀਂ ਹੁੰਦਾ ਜੀ, ਨਥਿੰਗ ਹੈਪਨਸ। ਫਿਰ ਏਕ ਨਾ ਜੋਰ ਚੱਲਿਓ ਤਹਿ ਉਪਰ, ਇੱਕ ਵੀ ਜ਼ੋਰ ਨਹੀਂ ਚੱਲਿਆ ਜੀ, ਕੁਝ ਨਹੀਂ ਚੱਲਿਆ, ਨਥਿੰਗ, ਜ਼ੀਰੋ। ਫਿਰ ਹਾਰ ਰਹੀ ਕਰ ਕੂਟ ਉਪਾਈ, ਬਹੁਤ ਕਰੋੜਾਂ ਉਪਾਅ ਕੀਤੇ ਪਰ ਕੁਛ ਨਾ ਹੋਇਆ। ਤੀ ਭਈ ਦੁਖ ਮੈਂ ਅਤ ਆਤੁਰ। ਹੁਣ ਇਹ ਤਰੀਆਂ ਜਿਹੜੀਆਂ ਸੀਗੀਆਂ ਬੜੀਆਂ ਦੁਖੀਆਂ ਹੋਈਆਂ, ਸਾਰੀਆਂ ਔਰਤਾਂ ਜਿਹੜੀਆਂ ਬੜੀਆਂ ਦੁਖੀ ਹੋਈਆਂ, ਬੜੀਆਂ ਜਿਹੜੀਆਂ ਆਤੁਰ ਹੋਈਆਂ, ਪਤਾ ਨਾ ਲੱਗੇ ਵੀ ਕੀ ਕਰੀਏ। ਐਂਡ ਜਿਹੜਾ ਔਰਤ ਦਾ ਦੁੱਖ ਹੈ ਬਹੁਤ ਵੱਡਾ ਦੁੱਖ ਹੁੰਦਾ ਹੈ, ਸਾਰੇ ਹੀ ਜਾਣਦੇ ਹਨ। ਸੀਸ ਪੈ ਕੁੰਭ ਧਰੇ ਉਕਲਾਈ, ਹਾਂ ਕਹਿੰਦੇ ਉਹ ਜਿਹੜਾ ਸੀਸ ਤੇ ਕੁੰਭ ਪਿਆ ਵਿਚਾਰੀ, ਉਹ ਹੋਰ ਵੀ ਦੁਖੀ ਹੋਈ ਜਾਂਦੀ ਹੈ। ਹਾਏ ਮੋਹ ਰੂਹ ਮੂਹ ਬਕ ਆਨਨ, ਵਿਚਾਰੀ ਹਾਏ 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 ਲੱਗੀ ਹੋਈ ਵਿਚਾਰੀ ਕਰਨ ਵਾਸਤੇ। ਹਾਂਜੀ, ਜੇ ਕਿਤੇ ਕੋਈ ਅੰਗਰੇਜ਼ ਆ ਜਾਂਦਾ ਉਹਨੇ ਕਹਿੰਦਾ ਹਾਏ, ਉਹਨੇ ਹਾਏ ਕਰਕੇ ਲੰਘ ਜਾਣਾ ਸੀਗਾ। ਹਾਂਜੀ ਫਿਰ ਮੋਹ ਸੰਗ ਕਿਆ ਜਗਦੀਸ਼ ਬਣਾਈ, ਉਹ ਵਿਚਾਰੀ ਕਹਿੰਦੀ ਆ, ਹੇ ਰੱਬ ਮੇਰੇ ਨਾਲ ਤੂੰ ਕੀ ਕਰਤਾ, ਇਹ ਘੜਾ ਕਿਉਂ ਜੋੜਤਾ ਮੇਰੇ ਸਿਰ ਤੇ, ਮੈਨੂੰ ਮੈਂ ਕੀ ਕੀਤਾ ਸੀ। ਦੀਨ ਭਈ ਮਨ ਚੀਨ ਲਈ, ਹਾਂ ਕਹਿੰਦੇ ਦੀਨ ਭਈ, ਹੁਣ ਵਿਚਾਰੀ ਬਹੁਤ ਨਿਮਰਤਾ ਵਿੱਚ ਆ ਗਈ ਜੀ, ਉਹਨੇ ਤਾਂ ਆ ਛੱਡਤੀ, ਹੁਣ ਮੈਨੂੰ ਨਹੀਂ ਕੋਈ ਮਦਦ ਮੇਰੀ ਕਰ ਸਕਦਾ, ਮਨ ਵਿੱਚ ਜਾਣ ਲਿਆ ਜੀ ਹੁਣ ਇਹਨਾਂ ਦਾ ਤਾਂ ਕੁਝ ਨਹੀਂ ਹੋ ਸਕਦਾ, ਕਿਉਂਕਿ ਨੂਰ ਸ਼ਾਹ ਆ ਗਈ ਸਭ ਤੋਂ ਪਾਵਰਫੁਲ, ਉਹਦੇ ਤੋਂ ਨਹੀਂ ਹੋਇਆ। ਮਹਿਮਾ ਜੋ ਨਹੀਂ ਗੁਰ ਕੀ ਸੁਖਕਾਰੀ, ਕਹਿੰਦਾ ਕਹਿੰਦੀ ਮੈਂ ਹੁਣ ਦੀਨ ਹੋ ਗਈ, ਮੈਂ ਜਾਣ ਲਿਆ ਉਹ ਫਕੀਰ ਬਹੁਤ ਪਾਵਰਫੁਲ ਹੈ, ਕਹਿੰਦੀ ਹੁਣ ਨਾ ਉਹਦੇ ਚਰਨਾਂ ਵਿੱਚ ਜਾਣਾ ਹੀ ਠੀਕ ਹੈ, ਉਹਦੇ ਤੋਂ ਮਾਫੀ ਮੰਗ ਲਈਏ ਹੁਣ ਆਪਾਂ। ਪਾਖ ਦਈ ਅਵਗਿਆ ਜੋ ਭਈ, ਹਾਂ ਕਹਿਣਗੇ ਜਾ ਕੇ ਵੀ ਮੈਂ ਆਪਣੀ ਮਾਫੀ ਮੰਗ ਲਾਂ, ਮੈਂ ਜੋ ਉਹਨਾਂ ਨੂੰ ਝੂਠ ਬੋਲਿਆ ਸੀ ਜਾਂ ਭਾਈ ਮਰਦਾਨੇ ਨੂੰ ਪੇਟ ਬਣਾ, ਮੈਂ ਮਾਫੀ ਮੰਗ ਲੈਂਦੀ ਹਾਂ, ਦਿਸ ਦ ਓਨਲੀ ਵੇ ਆਊਟ। ਫਿਰ ਸੁਨ ਕਾਨ ਲਈ ਸਿਰਦਾਰਨ ਨਾਰੀ, ਜਦੋਂ ਇਹ ਗੱਲ ਸੁਣੀ ਨਾ ਨੂਰ ਸ਼ਾਹ ਨੇ, ਤੂਰਨ ਜਾਵੋ ਪੂਰਨ ਸੰਤ ਪੈ, ਉਹ ਨੂਰ ਸ਼ਾਹ ਕਹਿੰਦੇ ਹੁਣੇ ਜਾ, ਉਹ ਪੂਰਨ ਸੰਤ ਨੇ, ਉਹਨਾਂ ਕੋਲ ਤੂੰ ਜਾ ਹੁਣੇ ਜਾ ਕੇ ਮਾਫੀ ਮੰਗ ਲੈ ਜਿਹੜੀ ਮੰਗਣੀ ਹੈ। ਚੂਰਨ ਤਾਂ ਚਰਨਾ ਬਲਹਾਰੀ, ਕਹਿਣਗੇ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾ ਕੇ, ਕਹਿੰਦੇ ਉਹਨਾਂ ਦੀ ਬੇਨਤੀ ਕਰ, ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾ ਕੇ, ਉਹਨਾਂ ਦੀ ਸੇਵਕ ਬਣ ਜਾ ਕੇ। ਮੈਂ ਅਪਰਾਧ ਕਿਉ ਇਹ ਸਾਧ ਕੋ, ਹਾਂ ਕਹਿਣ ਲੱਗੇ ਜਾ ਕੇ ਅਰਦਾਸ ਕਰ ਵੀ ਮੈਂ ਇਹ ਅਪਰਾਧ, ਮੈਂ ਇਹ ਜਿਹੜਾ ਗਲਤੀ ਕੀਤੀ ਹੈ, ਲਿਹੋ ਅਰਾਧ ਮਿਟੈ ਦੁਖ ਭਾਰੀ। ਹਾਂ ਕਹਿੰਦੇ ਲਿਹੋ ਅਰਾਧ, ਮੇਰੀ ਅਰਾਧਨਾ ਸੁਣ ਲਓ ਤੇ ਮੇਰਾ ਦੁੱਖ ਦੂਰ ਕਰ ਦੋ, ਇਹ ਘੜੇ ਨੂੰ ਥੋੜਾ ਜਿਹਾ ਪਾਸੇ ਕਰ ਦੋ। ਦੋਹਰਾ ਨੂਰ ਸ਼ਾਹੇ ਤੈ ਤਿਉ ਸੋ ਔਰ ਅੰਗਨਾ ਪੁੰਜ, ਹੁਣ ਨੂਰ ਸ਼ਾਹ ਵੀ ਉਹਦੇ ਨਾਲ ਚੱਲੀ ਤੇ ਬਾਕੀ ਸਾਰੀਆਂ ਜਿਹੜੀਆਂ ਔਰਤਾਂ ਸਨ, ਜਿਹੜੀਆਂ ਜਾਦੂਗਰਨੀਆਂ ਸਨ, ਵਿਚਕਰਾਫ ਵਾਲੀਆਂ, ਉਹ ਸਾਰੀਆਂ ਤੁਰ ਪਈਆਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਗਈ ਤਹਾਂ ਮਿਲ ਕੈ ਸਬੈ ਜਹ ਰਾਜ ਹੈ ਪਦ ਕੰਜ, ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ ਸਾਰੀਆਂ ਇਕੱਠੀਆਂ ਹੋ ਕੇ ਆ ਗਈਆਂ ਜੀ ਉੱਥੇ। ਸੋਰਠਾ ਬੰਦਿਓ ਆਨੰਦ ਕੰਦ ਚੰਦਨ ਬਦਨ ਬੈਸੀ ਨਿਕਟ, ਬੰਦਿਓ ਕਹਿਣ ਲੱਗੇ ਜਾ ਕੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਸਾਰਿਆਂ ਨੇ, ਤੇ ਚੰਦ ਵਰਗਾ ਬਦਨ ਗੁਰੂ ਨਾਨਕ ਸਾਹਿਬ ਦੇ ਸੁੰਦਰ ਬਦਨ ਕੋਲ ਲੈ ਕੇ ਬਹਿ ਗਈਆਂ। ਨਿਤ ਕੋ ਦੇਖ ਮੁਕੰਦ ਬੋਲੇ ਸਹੀ ਮਹਿ ਸ਼ਬਦ, ਨਿਤ ਕੋ ਦੇਖ ਮੁਕੰਦ ਕਹਿੰਦੇ ਜਿਹੜਾ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਔਰਤਾਂ ਵੱਲ ਦੇਖ ਕੇ ਨਾ ਇੱਕ ਸ਼ਬਦ ਉਚਾਰਨ ਕੀਤਾ, ਜੋ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਸ਼ੋਭਿਤ ਹੈ। ਇੱਕ ਹੁੰਦਾ ਸੁਚੱਜੀ, ਇੱਕ ਕੁਚੱਜੀ, ਸੋ ਇਹ ਕੁਚੱਜੀ ਦਾ ਸ਼ਬਦ ਹੈ, ਸੋ ਮਹਾਰਾਜ ਨੇ ਉੱਥੇ ਉਚਾਰਨ ਕੀਤਾ, ਆਪ ਜੀ ਸ਼ਬਦ ਸੁਣ ਲਓ। ਸ੍ਰੀ ਮੁਖ ਵਾਕ ਰਾਗ ਸੂਹੀ ਮਹੱਲਾ ਪਹਿਲਾ, ਕੁਚੱਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਮੰਜ ਕੁਚੱਜੀ ਆਮਨ ਡੇਸੜੋ, ਹੋਂ ਕਿਉ ਕਰ ਹੋਂ ਕਿਉ ਸੋ ਰਾਵਣ ਜਾਓ ਜੀਓ, ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ, ਜਿਨੀ ਸਖੀ ਸੋ ਰਾਵਿਆ ਸੇ ਅੰਬੀ ਛਾਵੜੀਏ ਜੀਓ, ਸੇ ਗੁਣ ਮੰਨ ਨ ਆਵਨੀ ਹੋਂ ਕਹਿ ਜੀ ਦੋਸ ਧਰੇ ਜੀਓ, ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿ ਨਾ ਤੇਰਾ ਨਾਉ ਜੀਓ, ਇੱਕ ਟਟੋਲ ਨ ਅੰਬੜਾ ਹੋਂ ਸਦ ਕਰਬਾਣੈ ਤੇਰੇ ਜਾਓ ਜੀਓ, ਸੋਇ ਨਾ ਰੂਪਾ ਰੰਗਲਾ ਮੋਤੀ ਤੈ ਮਾਓ, ਸੇ ਵਸਤ ਸਹਿ ਦਿੱਤੀਆ ਮੈਂ ਤੈਨ ਸਿਉ ਲਾਇਆ ਚਿਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋਂ ਏਨੀ ਟੋਲੀ ਭੁੱਲੀਅਸ ਤਿਸ ਕੰਤ ਨ ਬੈਸੀ ਪਾਸ ਜੀਓ, ਅੰਬਰ ਕੂੰਜਾ ਕੁਰਲੀਆਂ ਬਗ ਬਹਿਟੇ ਆਏ ਜੀਓ, ਸਾਤਨ ਚੱਲੀ ਸਹੁਰੇ ਕਿਆ ਮੋਹ ਦੇਸੀ ਅੱਗੇ ਜਾਏ ਜੀਓ, ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ, ਤੈਸੈ ਨਾਲੋਂ ਮੁੱਤੀਅਸ ਦੁਖ ਕੂ ਧਰੀ ਆਸ ਜੀਓ,
ਤੁਧ ਗੁਣ ਮੈਂ ਸਭ ਅਵਗਣਾ, ਇਕ ਨਾਨਕ ਕੀ ਅਰਦਾਸ ਜਿਉ, ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜਿਉ। ਸੋ ਇਹ ਸ਼ਬਦ ਸੀਗਾ ਜੀ ਜੋ ਆਪ ਜੀ ਨੇ ਸੁਣਿਆ, ਕੁਚੱਜੀ ਵਾਲਾ। ਗੁਰੂ ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਵੀ ਜਿਹੜੀ ਸੁਚੱਜੀ ਹੁੰਦੀ ਹੈ ਉਹ ਆਪਣੇ ਪਤੀ ਪਰਮਾਤਮਾ ਦੀ ਸੇਵਾ ਕਰਦੀ ਹੈ। ਜੋ ਜੀਵ ਰੂਪੀ ਕੁਚੱਜੀ ਜਿਹੜੇ ਪਰਮਾਤਮਾ ਨੂੰ ਭੁਲਾ ਕੇ ਆਪਣੇ ਮਨ ਦੇ ਪਿੱਛੇ ਲੱਗ ਕੇ ਕਾਰਜ ਕਰਦੇ ਨੇ, ਉਹਨਾਂ ਨੂੰ ਦੁੱਖੇ ਦੁੱਖ ਮਿਲਦਾ ਹੈ। ਸੋ ਇਹ ਸਾਰ ਹੈ। ਅੱਗੇ ਜੀ। ਕਵਿਤ ਨੂਰ ਸ਼ਾਹੇ ਸੁਨ ਨਿਜ, ਸੀਸ ਧੁਨ ਭਨਿਓ ਪੁਨ। ਸੋ ਇਹ ਸ਼ਬਦ ਨੂੰ ਜਦੋਂ ਮਹਾਰਾਜ ਨੇ ਪੜ੍ਹਿਆ ਨਾ, ਮਹਾਰਾਜ ਨੇ ਉੱਥੇ ਉਚਾਰਨ ਕੀਤਾ, ਨੂਰ ਸ਼ਾਹ ਆਪਣੇ ਸਿਰ ਨੂੰ ਹਿਲਾਉਣ ਲੱਗ ਗਈ। ਨੂਰ ਸ਼ਾਹ ਆਪਣੇ ਸਿਰ ਨੂੰ ਬਸ ਹਿਲਾਈ ਜਾਂਦੀ ਆ, ਜੋ ਜੋ ਸੁਣਦੀ ਆ ਨਾ ਸਿਰ ਹਿਲਾਈ ਜਾਂਦੀ ਹੈ। ਜਾਣਿਓ ਮਨ ਮਾਹੀ, ਇਹ ਚੇਟਕੀ ਫਕੀਰ ਹੈ। ਮਨ ਵਿੱਚ ਜਾਣ ਲਿਆ ਇਹ ਜਿਹੜਾ ਫਕੀਰ ਹੈ ਇਹ ਕਰਨੀ ਵਾਲਾ ਫਕੀਰ ਹੈ, ਇਹ ਪੂਰਨ ਫਕੀਰ ਹੈ, ਸੰਪੂਰਨ ਫਕੀਰ ਹੈ। ਇਹ ਕੋਈ ਇਹ ਨਹੀਂ ਵੀ ਜਿਹਦੇ ਨਾਲ ਖੇਡ ਖੂਡ ਸਕਦੇ ਹਾਂ, ਇਹ ਪੱਕਾ ਫਕੀਰ ਹੈ, ਇਹਦੇ ਵਿੱਚ ਸ਼ਕਤੀਆਂ ਹਨ। ਮੰਤਰ ਕੋ ਅਲਾਵਤ, ਸੁਨਾਵਤ ਛਲਤ ਮੋਹੇ। ਹਾਂ, ਕਹਿੰਦੇ ਮੰਤਰ ਕੋ ਅਲਾਵਤ, ਫਿਰ ਅੰਦਰੋਂ ਇਹ ਵੀ ਸੋਚਦੇ ਸ਼ੱਕ ਕਰਦੀ ਹੈ ਵੀ ਇਹ ਬਾਣੀ ਨਹੀਂ, ਇਹ ਕੋਈ ਮੰਤਰ ਪੜ੍ਹ ਕੇ ਮੈਨੂੰ ਕਾਬੂ ਕਰ ਰਿਹਾ ਹੈ, ਕਿ ਤਾਂ ਇਹ ਮੇਰੇ ਤੇ ਅਸਰ ਪਾ ਰਿਹਾ ਹੈ, ਮੈਨੂੰ ਇੱਕ ਰਿਵਰਸ ਜਿਹੜਾ ਹੈ ਉਹ ਕਿਆ ਇਨਫਲੂਐਂਸ ਦੇ ਰਿਹਾ ਹੈ। ਸੋ ਹੁਣ ਇਹ ਵੀ ਮਨ ਵਿੱਚ ਸੋਚਿਆ, ਹੋ ਨਾ ਪਤੀ ਆਵੋ ਇਹ ਗਢੋਈ। ਹਾਂ, ਕਹਿਣ ਲੱਗੇ ਪਰ ਮੈਂ ਇਹਦੀਆਂ ਗੱਲਾਂ ਤੋਂ ਮੈਂ ਨਹੀਂ ਵਿੱਚ ਆਉਂਦੀ, ਮੈਂ ਨਹੀਂ ਡੋਲਾਂਗੀ। ਕਹਿੰਦੇ ਇਹ ਜਿਹੜਾ ਹੈ ਜਿਹੜਾ ਕਰ ਰਿਹਾ ਮੈਂ ਤਕੜਾ ਰਹੂੰਗੀ, ਹੁਣ ਮੈਂ ਨਹੀਂ ਇਹਦੀਆਂ ਗੱਲਾਂ ਵਿੱਚ ਆਉਣਾ। ਸੋ ਅੰਦਰੋਂ ਹੀ ਅੰਦਰੀ ਉਹ ਇਹ ਜਿਹੜੀ ਹੈ ਉਹਨੇ ਮਨ ਵਿੱਚ ਇਹ ਸੋਚਿਆ ਹੋਇਆ ਹੈ ਕਿ ਵੀ ਮੈਂ ਇਹਨਾਂ ਦੇ ਵਸ ਵਿੱਚ ਨਹੀਂ ਆਵਾਂਗੀ, ਮੈਂ ਇਹਨਾਂ ਤੋਂ ਡਰਾਂਗੀ ਨਹੀਂ। ਹੁਣ ਇੱਥੋਂ ਦੇਖੋ ਨਾ, ਇੱਥੇ ਗੱਲ ਆਉਂਦੀ ਹੈ ਗਾਡੋਈ ਜਿਹੜਾ ਹੈ, ਫਿਰ ਅੱਗੇ ਨਿਰਭੀਰ। ਨਿਰਭੀਰ ਮੀਨਸ ਨਿਰਭੈ, ਮਤਲਬ ਜਿਹੜੀ ਚੀਜ਼ ਤੋਂ ਆਪਾਂ ਡਰ ਜਾਈਏ ਉਹਦੀ ਚੀਜ਼ ਦੇ ਆਪਾਂ ਵਸ ਹੋ ਜਾਂਦੇ ਹਾਂ। ਸੋ ਨੂਰ ਸ਼ਾਹ ਕਹਿੰਦੀ ਹੈ ਮੈਂ ਇਹਨਾਂ ਤੋਂ ਡਰਨਾ ਨਹੀਂਗਾ, ਮੈਂ ਇਹਨਾਂ ਦਾ ਡਰ ਨਹੀਂ ਅੰਦਰ ਪਾਉਣਾ, ਮੈਂ ਇਹਨਾਂ ਦੇ ਕਾਬੂ ਵਿੱਚ ਨਹੀਂ ਆਉਣਾ। ਪੜੇ ਨਿਜ ਮੰਤਰਨ, ਅਨੇਕ ਲਿਖ ਜੰਤਰਨ। ਸੋ ਅੰਦਰੋਂ ਹੀ ਅੰਦਰ ਨੂਰ ਸ਼ਾਹ ਚੱਕ ਕੇ ਪੇਪਰ ਜਿਹੜਾ ਸੀ ਉਹਦੇ ਲਿਖਿਆ ਹੋਇਆ ਮੰਤਰ ਉਹ ਪੜ੍ਹੀ ਜਾਂਦੀ ਆ ਹੌਲੀ ਹੌਲੀ, ਵੀ ਮੈਂ ਹੁਣ ਇਹਨਾਂ ਦੇ ਅਸਰ ਪਾਵਾਂ। ਹੁਣ ਉਹ ਮੰਤਰ ਵੀ ਪੜ੍ਹਦੀ, ਜੰਤਰ ਵੀ ਪੜਨ ਲੱਗੀ। ਕਰਤ ਬਹੁਤ ਅੰਤਰਨ ਕੋ ਜਾਣੇ ਹੀ ਗਹੀਰ ਹੈ। ਕਹਿਣਗੇ ਜਿਹੜਾ ਹੈ ਉਹ ਪੜ੍ਹਦੀ ਗਈ, ਗੁਰੂ ਨਾਨਕ ਤੇ ਕੋਈ ਅਸਰ ਨਹੀਂ ਪੈ ਰਿਹਾ। ਉਹਨੇ ਦੇਖ ਕੇ ਫਿਰ ਮੰਨ ਗਈ, ਕਿਤੇ ਕਹਿੰਦੀ ਪਹਿਲਾ ਹੈ ਇਹ ਤਾਂ ਇੰਨੇ ਤਾਂ ਮੰਤਰਾਂ ਨਾਲ ਬਹੁਤ ਕੁਝ ਹੋਇਆ, ਦੁਨੀਆ ਚੱਕੀ ਜਾਂਦੀ ਆ, ਕਹਿੰਦੀ ਇਹ ਤਾਂ ਹਿਲਦਾ ਵੀ ਨਹੀਂ। ਬਸ ਨਹਿ ਚੱਲਿਓ ਕੋਈ ਹਾਰੀ ਸਭੇ ਵਿਦ ਸੋ। ਬਹੁਤ ਕੁਝ ਕਰਕੇ ਹਾਰ ਗਈ ਜੀ ਨੂਰ ਸ਼ਾਹ, ਹੁਣ ਕੋਈ ਉਹਦਾ ਬਸ ਨਹੀਂ ਚੱਲਦਾ। ਲਿਖਿਓ ਹਿਰਦੇ ਮਾਹੇ ਤਬ ਪੀਰਨ ਕੋ ਪੀਰ ਹੈ। ਬਸ ਉਹਨੇ ਜਾਣ ਲਿਆ ਆਪਣੇ ਹਿਰਦੇ 'ਚ ਇਹ ਪੀਰਾਂ ਦਾ ਵੀ ਪੀਰ ਹੈ, ਇਹ ਤਾਂ ਅੱਗੇ ਗੁਰੂਆਂ ਦਾ ਵੀ ਗੁਰੂ ਹੈ। ਇਹ ਸਵਈਆ ਨਾਗਨੀ ਜਿਉ ਬਿਨਤਾ ਸੁਤ ਕੋ। ਹਾਂ, ਜਿਵੇਂ ਕਹਿੰਦੇ ਨਾਗਨੀ, ਜਿਹੜੀ ਨਾਗਨੀ ਹੈ ਜਿਉ ਬਣਤਾ ਸੁਤ ਕੋ, ਜਿਵੇਂ ਗਰੁੜ ਜਿਹੜਾ ਹੁੰਦਾ ਗਰੂਡਾ, ਜਿਵੇਂ ਇੱਕ ਸਪਨੀ ਗਰੂਡਾ ਤੋਂ ਡਰਦੀ ਹੈ। ਡਰ ਪਾਵਤ ਆਪਨੋ ਜੋਰ ਦਿਖਾਵੇ। ਪਰ ਨਾਗਣੀ ਡਰਦੀ ਹੋਈ ਵੀ ਆਪਣਾ ਜ਼ੋਰ ਦਿਖਾਉਂਦੀ, ਐ ਕਰਦੀ ਹੈ ਵੀ ਗਰੂਡਾ ਨੂੰ ਮੈਂ ਤੇਰੇ ਡੰਕ ਮਾਰਨਾ ਹੈ, ਉਹ ਕੋਸ਼ਿਸ਼ ਕਰਦੀ ਉਹਨੂੰ ਡਰਾਉਣ ਦੀ। ਕਹਿੰਦੇ ਨੂਰ ਸ਼ਾਹ ਉਹ ਨਾਗਣੀ ਹੈ, ਗੁਰੂ ਨਾਨਕ ਸਾਹਿਬ ਦੀ ਗਰੂਡਾ ਹੈ। ਕਹਿੰਦੇ ਉਹ ਕੋਸ਼ਿਸ਼ ਤਾਂ ਕਰਦੀ ਐ ਜੀਵ ਜੀ ਕੱਢ ਕੇ, ਪਰ ਜਦੋਂ ਗਾਰੂਡਾ ਨੇ ਚੱਕਣਾ ਚੱਕ ਉਹਨੇ ਸਾਰਾ ਹੀ ਲੈ ਜਾਣਾ। ਹਾਂਜੀ, ਉਹਨੂੰ ਕੀ ਹੈ, ਉਹਨੇ ਤੇਰੇ ਡੰਗ ਤੋਂ ਕੀ ਲੈਣਾ, ਉਹਨੂੰ ਕੋਈ ਅਸਰ ਨਹੀਂ ਪੈਂਦਾ। ਤਿਉ ਗੁਰ ਸਮੂਹੇ ਮੰਤਰਨ ਕੋ ਪੜ। ਹੁਣ ਜਿਵੇਂ ਉਹ ਸਪਨੀ ਆਪਣੇ ਮੂੰਹ ਤੋਂ ਜ਼ਹਿਰ ਕੱਢਦੀ ਹੈ, ਵਿਚਾਰੀ ਮੰਤਰ ਕੱਢੀ ਜਾਂਦੀ ਹੈ। ਪਾਵਨ ਸੋ ਹਿਰਦਾ ਬਿਰਮਾਵੇ। ਹਾਂ, ਕਹਿੰਦੀ ਜਿਹੜਾ ਹੈ ਡਾਵਾਂ ਡੋਲ ਵਿੱਚੋਂ ਅੰਦਰੋਂ ਡਾਵਾਂ ਡੋਲ ਵੀ ਹੋਈ ਹੈ, ਡਰੀ ਹੋਈ ਵੀ ਹੈ, ਤੇ ਇੱਕ ਵਾਰ ਭਰਮਾਉਣ ਦੀ ਫਿਰ ਵੀ ਯਤਨ ਕਰਦੀ ਹੈ ਨੂਰ ਸ਼ਾਹ। ਹਾਰ ਕੇ ਜਾਣਤ ਵੀ ਇਹ ਪੂਰਨ। ਹਾਰ ਗਈ ਜੀ, ਹੁਣ ਸਭ ਕੁਝ ਕਰਕੇ ਹਾਰ ਗਈ, ਜਾਣ ਲਿਆ ਇਹ ਪੂਰਨ ਹੈ, ਇਹਨੂੰ ਨਹੀਂ ਅਸੀਂ ਕੁਝ ਕਰ ਸਕਦੇ। ਸੋ ਇਹਦੇ ਵਿੱਚ ਦੇਖੋ ਨਾ, ਗੁਰੂ ਨਾਨਕ ਸਾਹਿਬ ਵਿੱਚ ਨਾ 0.00001% ਵੀ ਕੋਈ ਵੀ ਕਮੀ ਨਹੀਂ ਸੀ। ਜੇ ਇੱਕ ਵੀ ਕਮੀ ਹੁੰਦੀ ਨਾ, ਨੂਰ ਸ਼ਾਹ ਨੇ ਛੱਡਣਾ ਨਹੀਂ ਸੀ। ਦੇਖੋ ਨਾ ਗੁਰੂ ਨਾਨਕ ਸਾਹਿਬ ਜੀ ਕਿਵੇਂ ਪੂਰਨ ਸੀਗੇ। ਬੰਦਾ ਭਾਵੇਂ ਕਿੰਨਾ ਵੀ ਪੂਰਨ ਹੋਵੇ ਨਾ, ਉਹਦਾ ਇੱਕ ਸਪੌਟ ਤਾਂ ਹੁੰਦਾ ਹੀ ਹੈ ਜਿੱਥੇ ਉਹਦਾ ਵੀਕ ਪੁਆਇੰਟ ਹੁੰਦਾ ਹੈ। ਉਹ ਵੀਕ ਪੁਆਇੰਟ ਕਿੰਨਾ ਕੁ ਛੋਟਾ ਵੀ ਹੈ ਨਾ, ਉਹਦੇ ਉੱਤੇ ਵੀ ਲੋਕ ਕੈਪੀਟਲਾਈਜ਼ ਕਰ ਲੈਂਦੇ ਨੇ। ਪਰ ਗੁਰੂ ਨਾਨਕ ਸਾਹਿਬ ਨੂੰ ਦੇਖੋ, ਇੱਕ ਵੀ ਨਹੀਂ ਹੈ। ਉਹਨੇ ਕੀ ਕੀਤਾ, ਜਿਵੇਂ ਐਕਸਰੇ ਲਈਦੇ ਨਾ ਕਿਸੇ ਦੇ, ਨੂਰ ਸ਼ਾਹ ਐਕਸਰੇ ਲੈ ਰਹੀ ਸੀ ਗੁਰੂ ਨਾਨਕ ਦੇ, ਵੀ ਇਹਦੀ ਗਲਤੀ ਮੈਂ ਕਿੱਥੋਂ ਲੱਭਾਂ। ਉਹਨੇ ਕਈ ਲੇਅਰਸ ਅੰਦਰ ਚਲੀ ਗਈ, ਉਹਨੂੰ ਕੁਛ ਨਾ ਲੱਭਿਆ। ਇਹ ਪੂਰਨ ਹੈ, ਇਹਨੂੰ ਆਪਾਂ ਪੂਰਨ ਕਹਿੰਦੇ। ਕਿਉਂਕਿ ਪੂਰਨ ਦੇ ਅਰਥ ਇਹ ਨੇ ਵੀ ਕੋਈ ਵੀ ਵਿੱਚ ਕਮੀ ਨਹੀਂ, ਕੋਈ ਵੀ ਵਿੱਚ ਵਿਸ਼ੇ ਵਕਾਰ ਨਹੀਂ, ਕੋਈ ਵਿੱਚ ਸੈਲਫ ਸੈਂਟਰ ਵਾਲੀ ਗੱਲ ਨਹੀਂ, ਕੋਈ ਕੁਛ ਨਹੀਂ ਗਾ, ਬਿਲਕੁਲ ਕਲੀਨ ਹੈ,
ਸੋ ਇਹ ਗੱਲ ਜਾਣ ਲਈ ਜੀ ਉਸਨੇ ਤੂਰਨ ਦੀਨ ਭਈ ਕਿ ਗਿਆਵੈ ਤੂਰਨ ਦੀਨ ਪਈ, ਬਸ ਗਰੀਬਣੀ ਬਣ ਗਈ, ਮਹਾਰਾਜ ਦੇ ਚਰਨਾਂ ਤੇ ਪੈ ਗਈ ਤੇ ਮਹਾਰਾਜ ਦੇ ਅੱਗੇ ਜਿਹੜੀਆਂ ਮਿੰਤਾ ਕਰਨ ਲੱਗ ਪਈ। ਹਾਂਜੀ, ਇੱਕ ਗਿਆਉਣ ਲੱਗ ਪਈ, ਮਿੰਤਾ ਕਰਦੀ ਹੈ, ਭੇਵ ਤੁਮਾਰ ਨਾ ਜਾਣ ਸਕੀ ਹਮ ਅਰਦਾਸ ਕਰਦੀ ਹੈ ਵੀ ਮੈਂ ਤੇਰਾ ਭੇਦ ਨਹੀਂ ਜਾਣ ਸਕੀ ਹੁਣ ਤੱਕ। ਕੀਨ ਖਤਾ ਅਬ ਸੋ ਬਖਸ਼ਾਵੈ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ ਹੁਣ। ਮੰਦਮਤੀ ਤੁਮਰਾ ਇਨ ਮਾਨਵ ਕਹਿਣਗੇ ਇਸ ਮਾੜੀ ਮਤੀ ਵਾਲੀ ਨੂੰ, ਨੂਰ ਸ਼ਾਹ ਕਹਿੰਦੇ ਆਪਣੇ ਆਪ ਨੂੰ, ਮੇਰੀ ਮਾੜੀ ਮਤ ਵਾਲੀ ਨੂੰ ਮਹਾਰਾਜ ਬਖਸ਼ ਲਓ ਹੁਣ। ਮੰਤਰਨ ਕੋ ਜਿਨ ਬੀਚ ਫਸਾਇਓ ਕਹਿਣਗੇ ਮਹਾਰਾਜ ਮੈਂ ਤਾਂ ਮੰਤਰਾਂ ਵਿੱਚ ਜਿਹਨੂੰ ਫਸਾਇਆ ਸੀ, ਕੁੰਭ ਨਿਵਾਰ ਹੋ ਜਾਂ ਸਿਰ ਤੇ ਮਹਾਰਾਜ ਉਹਦਾ ਘੜਾ ਦੂਰ ਕਰ ਦਿਓ। ਮਹਾਰਾਜ ਜਿਹਨੇ ਮੰਤਰਾਂ 'ਚ ਤੁਹਾਡੇ ਸੇਵਕ ਨੂੰ ਫਸਾਇਆ ਸੀਗਾ, ਉਹਦਾ ਘੜਾ ਥੋੜਾ ਦੂਰ ਕਰ ਦਿਓ ਜੀ ਹੁਣ। ਅਬ ਦੀਨ ਭਈ ਮਨ ਤੇ ਦੁਖ ਪਾਇਓ ਕਹਿਣਗੇ ਅਬ ਦੀਨ ਭਈ, ਉਹ ਵਿਚਾਰੀ ਬੜੀ ਦੁਖੀ ਹੈ, ਘੜਾ ਵਿਚਾਰੀ ਕਿੰਨਾ ਚੱਦੀ ਚੱਕੀ ਫਿਰਦੀ ਆ ਸਿਰ ਦੇ ਉੱਤੇ। ਹਾਂਜੀ, ਉਹਦੀ ਤਾਂ ਗਰਦਨ ਹੀ ਵਿਚਾਰੀ ਦੀ ਗੱਡ ਹੋ ਗਈ ਹੁਣ, ਅੰਦਰ ਗੱਡ ਜਿਹੜਾ ਅੰਦਰ ਉਹਦੀ ਗਰਦਨ ਨਹੀਂ ਰਹੀ ਹੋਣੀ ਵਿਚਾਰੀ ਦੀ। ਹਾਂਜੀ, ਗੱਡੀ ਗਈ ਹੋਣੀ ਆ ਪੂਰੀ, ਵਿਚਾਰਾ ਕੀ ਕਰੇ। ਕਹਿੰਦੇ ਇੰਨੀ ਦੁਖੀ ਹੈ। ਨਾ ਕਰ ਹੈ ਅਬ ਹੇਲਨ ਸੰਤਨ ਮਹਾਰਾਜ ਹੁਣ ਨਹੀਂ ਤੁਹਾਡਾ ਕਿਤੇ ਵੀ ਨਿਰਾਦਰ ਕਰਦੀ ਮਹਾਰਾਜ, ਉਹ ਇਹੋ ਜਿਹਾ ਕੰਮ ਕਿਤੇ ਨਹੀਂ ਕਰੇਗੀ ਹੁਣ। ਪਾਵ ਹੈ ਆਨ ਜਿੱਤੀ ਹਮ ਥਾਇਓ ਕਹਿੰਦੇ ਉਹ ਸੌਂ ਖਾਂਦੀ ਹੈ, ਉਹ ਪ੍ਰੋਮਿਸ ਕਰਦੀ ਹੈ, ਹੁਣ ਕਿਤੇ ਇਹ ਜਿਹਾ ਕੰਮ ਨਹੀਂ ਮੁੜ ਕੇ ਕਰੇਗੀ ਤੇ ਅੱਜ ਤੋਂ ਬਾਅਦ ਕਿਸੇ ਦਾ ਨਿਰਾਦਰ ਨਹੀਂ ਕਰੇਗੀ। ਉਹਦੇ ਕੰਨਾਂ ਨੂੰ ਹੱਥ ਲੱਗੇ ਜੀ ਹੁਣ। ਹੋ ਸਰ ਮੋਰ ਅਬੇ ਸਰ ਸਭ ਠੌਰ ਹਾਂ, ਕਹਿੰਦੇ ਹੋ ਸਿਰ ਮੋਰ, ਅੱਜ ਤੋਂ ਤੁਸੀਂ ਸਾਡੇ ਵੱਡੇ ਹੋ। ਨੂਰ ਸ਼ਾਹ ਕਹਿੰਦੇ ਹੁਣ ਤੱਕ ਤਾਂ ਮੈਂ ਵੱਡੀ ਬਣੀ ਰਹੀ ਹਾਂ, ਪਰ ਅੱਜ ਤੋਂ ਬਾਅਦ ਨੂਰ ਸ਼ਾਹ ਕਹਿੰਦੇ ਤੁਸੀਂ ਸਾਡੇ ਵੀ ਸਿਰ ਮੋਰ ਹੋ, ਮੈਂ ਤੁਹਾਨੂੰ ਆਪਣਾ ਵੱਡਾ ਮੰਨਦੀ ਹਾਂ। ਅਪਹਿ ਸਭ ਠੌਰ, ਕਹਿਣਗੇ ਅਪਹਿ, ਤੋ ਹੁਣ ਜਿਵੇਂ ਤੁਸੀਂ ਅਪਹਿ ਦੀ ਅਵਸਥਾ ਵਿੱਚ ਹੋ ਮਹਾਰਾਜ, ਅਸੀਂ ਤੁਹਾਡਾ ਡਰ ਮੰਨਦੇ ਹਾਂ। ਫਿਰ ਸਮਾਨ ਨਾ ਔਰ ਤੁਹੀ ਗਤ ਦਾਇਓ ਹੇ ਗਤ ਮੁਕਤੀ ਦੇ ਦਾਤੇ, ਕਹਿੰਦੇ ਸਮਾਨ ਨਾ ਔਰ ਤੁਹਾਡੇ ਵਰਗਾ ਹੋਰ ਕੋਈ ਨਹੀਂ ਮੈਨੂੰ ਅੱਜ ਤੱਕ ਦਿਸਿਆ। ਕਿਉਂ ਸੁਣ ਕੇ ਤੈਨ ਕੀ ਬੇਨਤੀ ਇਹ ਬੇਨਤੀ ਸੁਣ ਕੇ ਨਾ ਗੁਰੂ ਨਾਨਕ ਸਾਹਿਬ ਨੇ ਨੂਰ ਸ਼ਾਹ ਦੀ ਪੁੰਨ ਸ੍ਰੀ ਗੁਰ ਆਨਨ ਬੈਨ ਅਲਾਇਓ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ। ਵਾਹਿਗੁਰੂ ਕਹਿ ਲਿਓ ਅਤਾਰ ਦੇਖੋ ਮਹਾਰਾਜ ਜੀ ਕਹਿੰਦੇ ਘੜਾ ਉਤਾਰਨਾ, ਵਾਹਿਗੁਰੂ ਕਹੋ ਬਸ ਉਤਰ ਜਾਣਾ। ਇੰਨਾ ਸੌਖਾ, ਵਿਚਾਰੇ ਉਹ ਕਿਤੇ ਭੱਜੇ ਫਿਰਦੇ ਸੀ। ਮਹਾਰਾਜ ਨੇ ਸਿੰਪਲੀ ਕਹਿਤਾ ਵਾਹਿਗੁਰੂ, ਕਹਿੰਦੇ ਵਾਹਿਗੁਰੂ ਕਹਿ ਲਿਓ ਉਤਾਰ, ਵਾਹਿਗੁਰੂ ਕਹਿ ਕੇ ਉਤਾਰ ਲਓ, ਕਿਹੜੀ ਵੱਡੀ ਗੱਲ ਹੈ। ਹਾਂਜੀ, ਫੇਰ ਕੀ ਹੋਇਆ ਜੀ? ਉੱਠੀ ਤਤਕਾਲਕ ਬਾਲ ਹਿਲਾਇਓ ਕੀ ਹੋਇਆ ਜੀ? ਉਹ ਜਿਹੜੀ ਬਾਲ ਸੀ ਨਾ, ਜਿਹੜੀ ਘੜੇ ਵਾਲੀ, ਉਹਨੇ ਉਸੇ ਵੇਲੇ ਉੱਠ ਕੇ ਕੀ ਕੀਤਾ? ਨਾਮ ਉਚਾਰੇ ਹੀ ਉਤਰਾ ਘਟ ਉਹਨੇ ਕਿਹਾ ਵਾਹਿਗੁਰੂ, ਚੱਕ ਕੇ ਥੱਲੇ ਰੱਖਤਾ। ਲੈ ਲਓ, ਕਿੰਨਾ ਸੌਖਾ ਜੀ, ਕੋਈ ਗੱਲ ਹੀ ਨਹੀਂ ਸੀ। ਇਹ ਤਾਂ ਇਹ ਹੋ ਗਿਆ ਜਿਵੇਂ ਪਾਸਵਰਡ ਸੀਗਾ ਕੋਈ। ਹਾਂਜੀ, ਕੰਪਿਊਟਰ 'ਚ ਪਾਉਂਦੇ ਪਾਸਵਰਡ ਨਹੀਂ ਖੁਦਾ, ਪਾਸਵਰਡ ਨਹੀਂ ਖੁਦਾ, ਇੱਕ ਵਾਰੀ ਵਾਹਿਗੁਰੂ ਓਕੇ ਡਨ, ਫਿਰ ਹੋ ਗਿਆ ਜੀ। ਤੀ ਅਚੰਬ ਸਭੇ ਔਰ ਪਾਇਓ ਹੁਣ ਉਹ ਜਿਹੜੀਆਂ ਨਾਲ ਬੈਠੀਆਂ ਸਨ ਨਾ ਮੰਤਰ ਜੰਤਰ ਤੰਤਰ ਪੜਨ ਵਾਲੀਆਂ, ਉਹ ਸਾਰੀਆਂ ਹੈਰਾਨ, ਕਹਿੰਦੇ ਕੀ ਹੋ ਗਿਆ ਜੀ? ਹੈ ਹਾਂ, ਸਾਨੂੰ ਤਾਂ ਪੜਨਾ ਪੈਂਦਾ, ਲਿਖਣਾ ਪੈਂਦਾ, ਵਾਹਿਗੁਰੂ ਦੈਟਸ ਇਟ ਡਨ। ਹੈਰਾਨ ਹੋ ਗਈਆਂ ਜੀ। ਉਹਨਾਂ ਦੇ ਖਿਆਲ ਵੀ ਇਹ ਵੀ ਕੋਈ ਐਸਾ ਮੈਜੀਸ਼ੀਅਨ ਹੋਗਾ ਵੀ ਇਹਨਾਂ ਦਾ ਵੀ ਕੋਈ ਮੰਤਰ ਹੋਗਾ ਖਾਸ ਤਾਰਨ ਵਾਸਤੇ। ਉਹਨਾਂ ਨੂੰ ਕੀ ਪਤਾ ਸੀਗਾ ਵੀ ਕੁਝ ਵੀ ਨਹੀਂ ਹੈ, ਵਾਹਿਗੁਰੂ ਆ ਬਸ। ਫਿਰ ਆਨ ਉਪਾਇਨ ਪੂਰ ਧਰੀ ਕਹਿੰਦੇ ਆਨ ਉਪਾਇਨ ਪੂਰ ਧਰੀ, ਆ ਕੇ ਭੇਟਾਵਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਧਰ ਦਿੱਤੀਆਂ। ਮੁਕਤਾ ਸਭ ਹੀਰ ਤੇ ਚੀਰ ਮੰਗਾਇਓ ਕਹਿੰਦੇ ਕੀ ਹੋਇਆ? ਉਹਨਾਂ ਨੇ ਮੋਤੀ ਮੰਗਾਏ, ਹੀਰੇ ਮੰਗਾਏ, ਸੁੰਦਰ ਕੱਪੜੇ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤੇ। ਦੋਹਰਾ ਬਖਸ਼ੋ ਲੀਜੈ ਭੇਟ ਕੋ ਪੂਰਨ ਪੁਰਖ ਕਿਰਪਾਲ ਕਹਿੰਦੇ ਬਖਸ਼ੋ, ਸਾਨੂੰ ਮਾਫ ਕਰ ਲਓ, ਮਾਫੀਆਂ ਮੰਗਦੀਆਂ ਨੇ ਸਾਰੀਆਂ। ਲੀਜੇ ਭੇਟ, ਇਹ ਭੇਟ ਸਾਡੀ ਕਬੂਲ ਕਰੋ। ਪੂਰਨ ਪੁਰਖ ਕਿਰਪਾਲ, ਹੈ ਕਿਰਪਾ ਦੇ ਕਰ, ਪੂਰਨ ਪੁਰਖ ਸਾਡੀਆਂ ਗਲਤੀਆਂ ਨਾ ਚਿਤਾਰੋ, ਸਾਡੀਆਂ ਭੇਟਾਂ ਕਬੂਲ ਕਰੋ। ਇਹ ਬਿੱਦ ਤੈਨ ਕੋ ਦੇਖ ਕੇ ਬੋਲੇ ਬਚਨ ਰਸਾਲ ਤੇ ਇਹ ਗੱਲਾਂ ਸੁਣ ਕੇ ਨਾ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕੀਤਾ। ਇੱਕ ਹੋਰ ਮੁਖਵਾਕ ਮਹਾਰਾਜ ਨੇ ਉਚਾਰਨ ਕੀਤਾ, ਤੇ ਜਿਹੜਾ ਅੰਗ 85 ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਤੋ ਇਹ ਵੀ ਸ਼ਬਦ ਆਪ ਜੀ ਸੁਣੋ। ਸ੍ਰੀ ਮੁਖਵਾਕ ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਸੋ ਕਹਿੰਦੇ ਗੱਲੀ ਅਸੀਂ ਚੰਗੀਆਂ, ਗੱਲਾਂ ਨਾਲ ਅਸੀਂ ਬਹੁਤ ਚੰਗੇ ਹਾਂ, ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕਰਦੇ ਹਾਂ। ਆਚਾਰੀ ਬੁਰੀਆ, ਕਹਿਣਗੇ ਆਚਾਰ ਕੰਮ ਬੁੜੇ ਕਰਨੇ ਨੇ, ਗੱਲਾਂ ਚੰਗੀਆਂ ਚੰਗੀਆਂ ਕਰਨੀਆਂ। ਕਿ ਲੋਕਾਂ ਨੂੰ ਗੱਲਾਂ ਹੀ ਸੁਣਾਉਣੀਆਂ ਹੁੰਦੀਆਂ ਨਾ। ਹਾਂਜੀ, ਗੱਲਾਂ ਸੁਣਾ ਕੇ ਚੰਗੀ ਤਰ੍ਹਾਂ, ਹਾਂਜੀ ਹਾਂਜੀ ਹਾਊ ਆਰ ਯੂ ਸਰ, ਓਕੇ ਗੁੱਡ, ਹਾਂਜੀ ਤੁਸੀਂ ਕਿਵੇਂ ਹੋ, ਰਾਜੀ ਹੋ, ਹਾਂਜੀ ਜਾ ਕੇ ਉਹਨਾਂ ਦੇ ਖਾਣੇ 'ਚ ਜ਼ਹਿਰ ਪਾ ਦੇਣੀ। ਹਾਂਜੀ, ਫਿਰ ਇਸ ਦਾ ਕੰਮ ਨਾ ਆਚਾਰੀ ਬੁਰੀਆਂ। ਹਾਂਜੀ, ਆਚਾਰ ਤੋਂ ਬਹੁਤ ਬੁਰੇ ਆ, ਮੂੰਹ ਤੋਂ ਬੜੇ ਮਿੱਠੇ ਹਾਂ। ਮਨੋਂ ਕਸੂਦਾ ਕਾਲੀਆਂ ਬਾਹਰ ਚਟਵੀਆਂ। ਕਹਿੰਦੇ ਮਨੋਂ ਅੰਦਰੋਂ ਜਿਹੜੇ ਹਨ ਕਸੂਦਾ,
ਇੰਪਿਊਰਿਟੀ ਬਹੁਤ ਜ਼ਿਆਦਾ ਹੈ ਅੰਦਰ ਮਨ ਦੇ ਵਿੱਚ, ਕਾਲੀਆਂ ਪਾਪਾਂ ਕਰਕੇ ਅੰਦਰੋਂ ਮਨ ਤਾਂ ਕਾਲਾ ਹੈ ਪੂਰਾ, ਬਾਹਰ ਚਿੱਟਵੀਆਂ, ਬਾਹਰ ਚਿੱਟੇ ਚਿੱਟੇ ਝੱਗੇ ਮੇਰੇ ਵਾਂਗੂ ਪਾਲਿਆ ਕਰੋ। ਰੀਸਾਂ ਕਰੈ ਤੇ ਨਾੜੀਆਂ, ਜੋ ਸੇਵ ਹੈ ਦਰ ਖੜੀਆਂ। ਹਾਂ, ਤੇ ਫਿਰ ਰੀਸਾਂ ਕਿਹਦੀਆਂ ਕਰਨੀਆਂ ਹੈ? ਰੀਸਾਂ ਉਹਨਾਂ ਦੀਆਂ ਕਰਨੀਆਂ ਜਿਹੜੇ ਸੰਤ ਮਹਾਂਪੁਰਸ਼ ਨਾਮ ਜਪਣ ਵਾਲੇ ਨੇ, ਜਿਹੜੇ ਚੰਗੇ ਕਰਮ ਕਰਨ ਵਾਲੇ ਨੇ। ਰੀਸਾਂ ਉਹਨਾਂ ਦੀਆਂ ਕਰਨੀਆਂ ਨੇ, ਕੰਮ ਭੂਤਾਂ ਵਾਲੇ ਕਰਨੇ ਹਨ। ਨਾਲ ਖਸਮੈ ਰਤੀਆ, ਮਾਣੈ ਸੁਖ ਰਲੀਆਂ। ਹਾਂ, ਕਹਿੰਦੇ ਜੇ ਨਾਲ ਖਸਮੇ ਰਤੀਆਂ, ਜਿਹੜਾ ਖਸਮ ਪਰਮਾਤਮਾ ਨਾਲ ਜਿਹਦਾ ਪਿਆਰ ਹੈ, ਜੋ ਪਰਮਾਤਮਾ ਨੂੰ ਆਪਣਾ ਸਮਝਦਾ ਹੈ, ਕਹਿੰਦੇ ਮਾਣੇ ਸੁਖ ਰਲੀਆਂ, ਉਹ ਹਮੇਸ਼ਾ ਹੀ ਸੁਖ ਮੰਨਦੇ ਨੇ, ਉਹਨੂੰ ਹਰ ਪ੍ਰਕਾਰ ਦੇ ਸੁਖ ਹੁੰਦੇ ਨੇ। ਹੁੰਦੈ ਤਾਂ ਤਾਣ ਨਿਤਾਣਿਆ, ਰਹੇ ਨਿਮਾਨਣੀਆਂ। ਦੇਖੋ, ਹੋਏ ਤਾਣ ਨਿਤਾਣਿਆ, ਉਹਨਾਂ ਵਿੱਚ ਬਹੁਤ ਜ਼ੋਰ ਹੁੰਦਾ ਹੈ। ਜੋ ਪਰਮਾਤਮਾ ਦੀ ਭਗਤੀ ਕਰਨ ਵਾਲੇ ਹੁੰਦੇ ਨੇ, ਰਿੱਧੀਆਂ ਸਿੱਧੀਆਂ ਦੇ ਪਾਵਰ ਉਹਨਾਂ 'ਚ ਬਹੁਤ ਹੁੰਦੇ, ਪਰ ਰਹਿੰਦੇ ਆਏ ਹਨ ਜਿਵੇਂ ਉਹਨਾਂ ਕੋਲ ਕੁਝ ਵੀ ਨਹੀਂ ਹੁੰਦਾ। ਉਹ ਕਿਸੇ ਨੂੰ ਦਿਖਾਉਂਦੇ ਨਹੀਂ, ਦਿਖਾਵਾ ਨਹੀਂ ਉਹ ਕਰਾਉਂਦੇ। ਤੇ ਰਹੇ ਨਿਮਾਣੀਆਂ, ਬੜਾ ਮਾਣ ਉਹਨਾਂ ਵਿੱਚ ਹੁੰਦਾ ਹੈ, ਪਰ ਉਹ ਮਾਣ ਕਿਸੇ ਨੂੰ ਦਿਖਾਉਂਦੇ, ਨਿਮਾਣੇ ਹੋ ਕੇ ਰਹਿੰਦੇ ਨੇ। ਸੋ ਐਸਾ ਜਿਹੜਾ ਹੈ ਉਹਨਾਂ ਦਾ ਰਹਿਣੀ ਬਹਿਣੀ ਤੇ ਸਹਿਣੀ ਐਸੀ ਹੈ। ਨਾਨਕ ਜਨਮ ਸਕਾਰਤਾ, ਜੇ ਤਿਨ ਕੈ ਸੰਗ ਮਿਲਾ। ਹਾਂ, ਕਿਉਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨਾਂ ਦਾ ਜਨਮ ਸਕਾਰਤਾ ਸਫਲ ਹੋ ਜਾਂਦਾ ਹੈ ਜਿਹੜੇ ਕਿ ਐਸੇ ਮਹਾਪੁਰਸ਼, ਐਸੇ ਗੁਰਸਿੱਖਾਂ ਦੇ ਨਾਲ ਰਹਿੰਦੇ ਹਨ, ਉਹਨਾਂ ਦਾ ਸੰਗ, ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੀ ਸੰਗਤ ਕਰਦੇ ਹਨ। ਦੋਹਰਾ ਆਪਾ ਖੋਵਨ ਕੇ ਸ਼ਬਦ, ਔਰ ਕਹੇ ਗੁਰ ਤਾਹੀ। ਕਹਿੰਦੇ ਮਹਾਰਾਜ ਨੇ ਐਸੇ ਸ਼ਬਦ ਜਿਹੜਾ ਆਪ ਈਗੋ ਖੋਣ ਦੀ, ਈਗੋ ਗਾਉਣ ਦੀ, ਹਉਮੈ ਨੂੰ ਗਾਉਣ ਦੇ ਬੜੇ ਸਾਰੇ ਸ਼ਬਦ ਪੜੇ ਉਸ ਵੇਲੇ। ਸੁਨ ਕਰ ਔਰ ਬੈਰਾਗ ਭਾ, ਦੀਨ ਭਈ ਬਚ ਪ੍ਰਾਹੇ। ਦੇਖੋ, ਨੂਰ ਸ਼ਾਹ ਨੂੰ ਸੁਣ ਕੇ ਨਾ ਉਹ ਮਹਾਰਾਜ ਦੇ ਜਿਹੜੇ ਸ਼ਬਦ ਸਨ, ਕਹਿੰਦੇ ਦੀਨ ਭਈ ਗਰੀਬਣੀ ਬਣ ਗਈ, ਹੁਣ ਬਿਲਕੁਲ ਧਰਤੀ ਤੇ ਆ ਗਈ, ਬਿਲਕੁਲ ਇੱਕ ਸੇਵਕਣ ਬਣ ਗਈ ਨੂਰ ਸ਼ਾਹ ਹੁਣ। ਸਵਈਆ ਪਛਚਾਤ ਕਰੀ ਅਵਗਿਆ ਬਖਸ਼ੋ। ਕਹਿਣਗੇ ਮੈਨੂੰ ਬੜਾ ਪਛਤਾਵਾ ਹੈ, ਮੈਂ ਬਹੁਤ ਰਿਗਰੈਟ ਕਰਦੀ ਹਾਂ ਮਹਾਰਾਜ ਜੋ ਮੈਂ ਤੁਹਾਡੇ ਨਾਲ ਕੀਤਾ ਹੈ। ਅਬ ਭੂ ਵਿਚਰੋ ਤੁਮ ਜੀ ਪਰ ਸਵਾਰਥ। ਕਹਿਣਗੇ ਮਹਾਰਾਜ ਹੁਣ ਤੁਸੀਂ ਵਿਚਰੋ, ਜਿਵੇਂ ਤੁਸੀਂ ਕਰਨਾ ਚਾਹੁੰਦੇ ਤੁਸੀਂ ਕਰੋ। ਕਹਿਣਗੇ ਪੁਰ ਸਵਾਰਥੀ, ਤੁਸੀਂ ਦੂਜਿਆਂ ਦੇ ਭਲੇ ਵਾਸਤੇ ਕੁਝ ਕਰ ਰਹੇ ਹੋ। ਮਹਾਰਾਜ ਦੂਜਿਆਂ ਦੇ ਭਲੇ ਵਾਸਤੇ ਜੋ ਤੁਸੀਂ ਕਰ ਰਹੇ ਹੋ ਤੁਸੀਂ ਕਰੋ, ਜਿੱਥੇ ਸਾਡੀ ਸੇਵਾ ਦੀ ਲੋੜ ਸਾਨੂੰ ਦੱਸੋ, ਅਸੀਂ ਵੀ ਤੁਹਾਡੇ ਨਾਲ ਹਾਂ। ਜਬ ਲੋ ਨਹਿ ਭੇਵ ਲਖਿਓ, ਤਬ ਲੋ ਦੁਖ। ਕਹਿਣਗੇ ਜਦੋਂ ਤੱਕ ਤੁਹਾਡਾ ਭੇਦ ਨਹੀਂ ਅਸੀਂ ਜਾਣਿਆ ਸੀ, ਉਦੋਂ ਤੱਕ ਸਾਨੂੰ ਦੁੱਖ ਸੀਗਾ। ਅਸੀਂ ਲੋਕਾਂ ਨੂੰ ਟਾਮਣ ਵੀ ਕਰਦੇ, ਮੰਤਰ ਵੀ ਕਰਦੇ, ਲੋਕਾਂ ਨੂੰ ਡਰਾਉਂਦੇ, ਪਰ ਫਿਰ ਵੀ ਅਸੀਂ ਦੁਖੀ ਸਾਂ। ਪਰ ਤੁਹਾਨੂੰ ਮਿਲ ਕੇ ਅੱਜ ਸਾਨੂੰ ਸੁੱਖ ਦਾ ਪਤਾ ਲੱਗਿਆ ਵੀ ਸੁੱਖ ਹੁੰਦਾ ਕੀ ਹੈ। ਭੇਵ ਲਖਿਓ ਕਰੀਏ ਕਿਰਤਾਰਥ। ਮਹਾਰਾਜ ਸਾਨੂੰ ਹੁਣ ਤੁਸੀਂ ਕਿਰਤਾਰਥ ਕਰੋ, ਸਾਨੂੰ ਨਿਹਾਲ ਕਰੋ, ਸਾਨੂੰ ਪਰਮਾਤਮਾ ਦਾ ਭੇਦ ਦੱਸੋ, ਸਾਨੂੰ ਪਰਮਾਤਮਾ ਦਾ ਰੀਅਲਾਈਜੇਸ਼ਨ ਦਿਓ ਤੁਸੀਂ। ਪਦ ਪੈ ਬਲਹਾਰ ਮਹੂਰ ਮਹੂ। ਹਾਂ, ਕਹਿੰਗੇ ਪਦ ਪੈ, ਮੈਂ ਤੁਹਾਡੇ ਚਰਨਾਂ ਵਿੱਚ ਆ ਮਹਾਰਾਜ, ਮੈਨੂੰ ਆਪਣੇ ਪਵਿੱਤਰ ਦਰਸ਼ਨ ਦੇ ਕੇ ਨਿਹਾਲ ਕਰੋ। ਤਬ ਮੂਰਤ ਦ੍ਰਿਸ਼ਟ ਅਗਾਤ ਪਦਾਰਥ। ਕਹਿਣਗੇ ਤੁਹਾਡੀ ਜਿਹੜੀ ਪ੍ਰਤੱਖ ਮੂਰਤ, ਤੁਹਾਡੇ ਪ੍ਰਤੱਖ ਜਿਹੜੇ ਦਰਸ਼ਨ ਹਨ, ਕਹਿਣਗੇ ਇਹਦੇ ਅੱਗੇ ਸਾਰੇ ਦੁਨੀਆ ਦੇ ਪਦਾਰਥ ਫਿੱਕੇ ਹਨ। ਮਹਾਰਾਜ ਇਹ ਦੁਨੀਆ ਜਿਹੜੀ ਹੈ ਤੁਹਾਡੇ ਤੋਂ ਬੇਮਤਲਬੀ ਹੈ, ਕੋਈ ਸਾਡਾ ਮਤਲਬ ਨਹੀਂ ਦੁਨੀਆ ਨਾਲ। ਕਰਨਾ ਕਰ ਲਿਓ ਅਪਾਇਨ ਕੋ। ਕਹਿਣਗੇ ਕਰਨਾ ਕਰ, ਕਿਰਪਾ ਕਰਕੇ ਇਹ ਪਦਾਰਥ ਜਿਹੜੇ ਅਸੀਂ ਲੈ ਕੇ ਆਏ ਇਹਨਾਂ ਨੂੰ ਕਬੂਲ ਕਰੋ, ਪਲੀਜ਼ ਐਕਸੈਪਟ ਆਵਰ ਗਿਫਟ, ਇਹੀ ਕਹਿੰਦੇ ਹਨ। ਸਿੱਖ ਦੇਹੋ ਗਈ ਬੈ ਪਾਂਚ ਅਕਾਰਤ। ਮਹਾਰਾਜ ਸਾਡੀ ਸਾਰੀ ਉਮਰ ਹੁਣ ਤੱਕ ਬੇਅਰਥ ਚਲੀ ਗਈ, ਇਸ ਵੇਸਟ, ਸਾਡੀ ਸਾਰੀ ਉਮਰ ਵੇਸਟ ਹੋ ਗਈ ਜਦੋਂ ਤੱਕ ਜਿਹੜਾ ਹੈ ਅਸੀਂ ਤੁਹਾਡੇ ਦਰਸ਼ਨ ਨਹੀਂ ਕੀਤੇ, ਤੁਹਾਡੀ ਸਿੱਖਿਆ ਨਹੀਂ ਅਸੀਂ ਸੁਣੀ। ਐਵਰੀਥਿੰਗ ਇਜ਼ ਵੇਸਟਡ ਇਨ ਆਵਰ ਲਾਈਫ ਹੁਣ ਤੱਕ। ਕਬਿਤ ਐਸੇ ਜਬ ਭਈ ਦੀਨ, ਪਾਹੁਲ ਪਦਨ ਦੀਨ। ਉਸ ਵੇਲੇ ਜਦੋਂ ਐਸੇ ਦੀਨ ਹੋ ਗਈ ਨਾ, ਮਹਾਰਾਜ ਦੇ ਚਰਨਾਂ ਵਿੱਚ ਆ ਗਈ ਨਾ, ਗੁਰੂ ਨਾਨਕ ਸਾਹਿਬ ਨੇ ਆਪਣਾ ਅੰਗੂਠਾ ਪਾ ਕੇ ਜਲ ਦੇ ਵਿੱਚ ਚਰਨਾਮ੍ਰਿਤ ਜਿਹੜਾ ਹੈ ਉਹਨੂੰ ਬਖਸ਼ਿਆ, ਨੂਰ ਸ਼ਾਹ ਨੂੰ ਸਿੱਖ ਬਣਾਇਆ ਜੀ। ਗੁਰੂ ਸਿੱਖੀ ਰੀਤ ਕੀਨ ਮੁਕਤ ਨਿਧਾਨ ਕੀ। ਕਹਿਣ ਲੱਗੇ ਨਿਧਾਨ ਅਖੀਰ ਤੱਕ ਉਹਦੀ ਮੁਕਤੀ ਕੀਤੀ ਨੂਰ ਸ਼ਾਹ ਦੀ, ਗੁਰੂ ਨਾਨਕ ਸਾਹਿਬ ਜੀ ਨੇ ਗੁਰਸਿੱਖੀ ਬਖਸ਼ਿਸ਼ ਕਰਕੇ। ਬੰਦੀ ਧਰਮਸਾਲ ਉਪਦੇਸ਼ ਦੇ ਕਿਰਪਾਲ ਗੁਰ। ਕਹਿਣ ਲੱਗੇ ਫਿਰ ਮਹਾਰਾਜ ਧਰਮਸਾਲ ਬਣਾ, ਧਰਮਸਾਲ ਬਣਾ ਕੇ ਤੇ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਧਰਮ ਦੇ ਕਾਰਜ ਵਿੱਚ ਲਾਇਆ। ਇੱਥੇ ਇੱਕ ਹੋਰ ਵੀ ਸਾਖੀ ਆਉਂਦੀ ਹੈ ਜੋ ਕਿ ਜਿਹੜਾ ਹੈ ਜਨਮ ਸਾਖੀਆਂ ਵਿੱਚ ਆਉਂਦੀ ਹੈ ਕਿ ਨੂਰ ਸ਼ਾਹ ਫਿਰ ਗੁਰੂ ਨਾਨਕ ਸਾਹਿਬ ਵਾਸਤੇ ਨਾ ਖਾਣਾ ਲੈ ਕੇ ਆਈ, ਭੋਜਨ ਲੈ ਕੇ ਆਈ ਤੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਤੁਸੀਂ ਭੋਜਨ ਛਕੋ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇਹ ਪਾਪਾਂ ਦੀ ਕਮਾਈ ਹੈ, ਅਸੀਂ ਨਹੀਂ ਛਕਣੀ। ਕਹਿੰਦੇ ਨੂਰ ਸ਼ਾਹ ਜੇ ਛਕਾਉਣੀਆਂ ਜਾਂ 10 ਨੋਹਾਂ ਦੀ ਕਿਰਤ ਕਰ, ਉਹ ਜੋ ਤੂੰ ਕਮਾ ਕੇ ਲਿਆਏਂਗੀ ਉਹਦਾ ਪ੍ਰਸ਼ਾਦਾ ਸਾਨੂੰ ਦੇਈਂ। ਤੇ ਕੀ ਹੋਇਆ, ਨੂਰ ਸ਼ਾਹ ਉਹ ਪ੍ਰਸ਼ਾਦਾ ਵਾਪਸ ਲੈ ਗਈ ਤੇ ਜਾ ਕਰਕੇ ਨੂਰ ਸ਼ਾਹ ਨੇ ਜਾ ਕੇ ਕੰਮ ਕੀਤਾ।
ਪਹਿਲੀ ਵਾਰੀ ਜ਼ਿੰਦਗੀ ਵਿੱਚ ਉਹਨੇ ਹੱਥਾਂ ਦੇ ਨਾਲ ਕੰਮ ਕੀਤਾ, ਕਿਸੇ ਦੀ ਜਾ ਕੇ ਨੌਕਰੀ ਕੀਤੀ, ਭਾਵ ਜਿਹੜਾ ਹਨ ਭਾਂਡੇ ਧੋਤੇ, ਜਿਹੜੇ ਹਨ ਫਲੋਰ ਧੋਤੇ, ਜਾ ਕੇ ਕੰਮ ਕਰਕੇ ਉਹਨੂੰ ਜੋ 2 ਆਨੇ 3 ਆਨੇ ਮਿਲੇ ਉਹਦੀ 2 ਰੋਟੀਆਂ ਪਕਾ ਕੇ ਦਾਲ ਬਣਾ ਕੇ ਗੁਰੂ ਨਾਨਕ ਸਾਹਿਬ ਵਾਸਤੇ ਲੈ ਕੇ ਆਏ ਤੇ ਫਿਰ ਮਹਾਰਾਜ ਨੇ ਉਹਨੂੰ ਛਕਿਆ। ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਕਰਕੇ ਨੂਰ ਸ਼ਾਹ ਦਾ ਉਧਾਰ ਕੀਤਾ ਤੇ ਹੁਣ ਨੂਰ ਸ਼ਾਹ ਨੂੰ ਮਹਾਰਾਜ ਨੇ ਧਰਮ ਦੇ ਕਾਰਜ ਵਾਸਤੇ ਲਾਤਾ। ਹੁਣ ਉਹ ਪ੍ਰਚਾਰ ਕਰਨ ਲੱਗੀ, ਪਰਮਾਤਮਾ ਦੇ ਨਾਲ ਆਪ ਵੀ ਜੁੜ ਗਈ, ਲੋਕਾਂ ਨੂੰ ਵੀ ਜੋੜਨ ਲੱਗ ਪਈ। ਕੀਰਤ ਵਿਸਾਲ ਹਰ ਕੀਨੀ ਰੀਤ ਗਾਨ ਕੀ। ਹਾਂ, ਕਹਿੰਦੇ ਹਰ ਕੀਰਤਨ ਨੂੰ ਗਾਇਨ, ਉਹਨੂੰ ਕੀਰਤਨ ਗਾਉਣ ਦੀ ਵੀ ਮਹਾਰਾਜ ਨੇ ਦਾਤ ਦਿੱਤੀ। ਨੂਰ ਸ਼ਾਹ ਕੀਰਤਨ ਕਰਕੇ ਲੋਕਾਂ ਨੂੰ ਨਿਹਾਲ ਕਰਨ ਲੱਗੀ। ਸਿੱਖ ਸੰਤ ਆਏ ਤਾਂ ਪੈ ਮੰਤ ਨਾ ਚਲਾਏ ਨਿਜ। ਹਾਂ, ਕਹਿਣਗੇ ਜਿਹੜੇ ਸਿੱਖ ਸੰਤ ਇੱਥੇ ਆਉਣਗੇ, ਜੋ ਵੀ ਕੋਈ ਇੱਥੇ ਆਏਗਾ, ਕਹਿੰਦੇ ਉਹਦੇ ਤੇ ਮੰਤਰ ਨਾ ਚਲਾਇਓ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਆਦੇਸ਼ ਦਿੱਤਾ। ਟਹਿਲ ਬਣਾਏ ਕੀਜੈ ਛੋਰ ਰੀਤ ਮਾਨ ਕੀ। ਹਾਂ, ਕਹਿਣਗੇ ਉਹਨਾਂ ਦੀ ਟਹਿਲ ਕਰੋ, ਉਹਨਾਂ ਦੀ ਸੇਵਾ ਕਰੋ, ਜਿਹੜਾ ਮਾਣ ਹੰਕਾਰ ਦੀਆਂ ਰੀਤਾਂ ਇਹਨਾਂ ਨੂੰ ਛੱਡੋ। ਵਾਹਿਗੁਰੂ ਜਪੋ ਮੁਖ ਜਾਹੇ ਭਵ ਜਨੈ ਦੁਖ। ਹਾਂ, ਕਹਿਣਗੇ ਸੰਸਾਰ ਦੇ ਜਿੰਨੇ ਦੁੱਖ ਨੇ ਸਾਰੇ ਦੂਰ ਹੋ ਜਾਂਦੇ ਨੇ ਜੇ ਆਪਾਂ ਵਾਹਿਗੁਰੂ ਦਾ ਸਿਮਰਨ ਕਰੀਏ, ਕਿਉਂ ਵਾਹਿਗੁਰੂ ਦਾ ਸਿਮਰਨ ਹੀ ਸਭ ਤੋਂ ਵੱਡਾ। ਹੁਣ ਦੇਖੋ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਖੀ ਦੇ ਵਿੱਚ ਨੂਰ ਸ਼ਾਹ ਦੇ ਸਾਰੇ ਹੀ ਜੰਤਰ ਮੰਤਰ ਤੰਤਰ ਫੇਲ ਕਰਤੇ ਇੱਕ ਵਾਹਿਗੁਰੂ ਦੇ ਨਾਮ ਦੇ ਨਾਲ। ਉੱਥੇ ਮਹਾਰਾਜ ਨੇ ਪ੍ਰਤਾਪ ਦੱਸਿਆ ਵਾਹਿਗੁਰੂ ਦੇ ਨਾਮ ਦੇ ਵਿੱਚ ਕਿੰਨੀ ਸ਼ਕਤੀ ਹੈ, ਕਿੰਨਾ ਪਾਵਰਫੁਲ ਮੰਤਰ ਹੈ ਇਹ, ਜਿਹਦੇ ਅੱਗੇ ਸਾਰੇ ਦੁਨੀਆ ਦੇ ਜੰਤਰ ਮੰਤਰ ਹਾਰ ਜਾਂਦੇ ਨੇ, ਜਿਨ੍ਹਾਂ ਦਾ ਵਸ ਨਹੀਂ ਚੱਲਦਾ ਇਹ ਮੰਤਰ ਦੇ ਅੱਗੇ। ਇਸ ਕਰਕੇ ਕਿਤੇ ਵੀ ਡਾਊਟ ਨਹੀਂ ਰੱਖਣਾ। ਜਦੋਂ ਵੀ ਕੋਈ ਆਪਾਂ ਨੂੰ ਐਸੀ ਗੱਲ ਹੋਵੇ, ਵਾਹਿਗੁਰੂ ਦਾ ਮੰਤਰ ਜਪੋ, ਗਾਰੰਟੀ ਹੈ ਉਹ ਸਭ ਕਾਜ ਠੀਕ ਹੋਣਗੇ, ਕਿਉਂਕਿ ਇਹ ਗੁਰੂ ਨਾਨਕ ਦਾ ਦਿੱਤਾ ਹੋਇਆ ਮੰਤਰ ਹੈ। ਸੋ ਇਹ ਸਾਖੀਆਂ ਆਪਾਂ ਕਿਉਂ ਸੁਣ ਰਹੇ ਹਾਂ? ਕਿਉਂਕਿ ਆਪਣੇ ਮਨ ਦੇ ਵਿੱਚ ਉਹ ਭਰੋਸਾ ਵਧੇ ਕਿ ਵਾਹਿਗੁਰੂ ਦੇ ਮੰਤਰ ਵਿੱਚ ਕਿੰਨੀ ਸ਼ਕਤੀ ਹੈ, ਕਿੰਨਾ ਕੁਝ ਆਪਣਾ ਸਵਾਰਿਆ ਜਾ ਸਕਦਾ ਹੈ, ਕਿੰਨੇ ਵਿਪਤਾ ਤੋਂ, ਕਿੰਨੇ ਦੁੱਖ ਤੋਂ ਆਪਾਂ ਬਚ ਸਕਦੇ ਹਾਂ। ਦੇਤ ਸੁਖ ਰੀਤ ਜਿਉ ਸੰਤੋਖ ਸਿੰਘ ਭਾਨ ਕੀ। ਕਹਿਣ ਲੱਗੇ ਦੇਤ ਸੁਖ ਰੀਤ ਜਿਉ ਸੰਤੋਖ ਸਿੰਘ, ਕਹਿੰਦੇ ਜਿਵੇਂ ਸੂਰਜ ਦੀ ਰੀਤੀ ਹੈ। ਇਹ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਹੈ ਭਾਈ ਸੰਤੋਖ ਸਿੰਘ ਬਾਅਦ ਚ ਤਾਂ ਹੀ ਸੂਰਜ ਪ੍ਰਕਾਸ਼ ਗ੍ਰੰਥ ਰੱਖਿਆ ਨਾ, ਇਹਦਾ ਨਾਂ ਰੱਖਿਆ ਸੀ ਸ੍ਰੀ ਨਾਨਕ ਪ੍ਰਕਾਸ਼। ਕਹਿੰਦੇ ਨਾਨਕ ਦਾ ਪ੍ਰਕਾਸ਼ ਹੈ, ਕਹਿੰਦੇ ਐਸਾ ਹੈ ਦੇਤ ਸੁਖ ਰੀਤ ਜਿਉ, ਜਿਵੇਂ ਸੂਰਜ ਚੜ ਕੇ ਸੰਸਾਰ ਨੂੰ ਸੁਖ ਦਿੰਦਾ ਹੈ, ਇਸੇ ਤਰ੍ਹਾਂ ਹੀ ਸੰਤੋਖ ਸਿੰਘ ਜੀ ਕਹਿੰਦੇ ਹਨ। ਦੋਹਰਾ ਕੇਤਕ ਬਾਸਰ ਰਹਿਤ ਹਾਂ ਧਰਮ ਦ੍ਰਿੜਾਇਓ ਦੇਸ਼। ਹੁਣ ਕੁਝ ਕੁ ਸਮੇਂ ਤੱਕ ਗੁਰੂ ਨਾਨਕ ਸਾਹਿਬ ਜੀ ਉੱਥੇ ਰਹੇ ਤੇ ਉਹਨਾਂ ਨੂੰ ਧਰਮ ਦੀ ਰੀਤੀ ਦ੍ਰਿੜ ਕੀਤੀ, ਪੱਕੀ ਕੀਤੀ ਜੀ ਉੱਥੇ। ਪਰਮ ਪ੍ਰੇਮ ਕਰ ਸਿੱਖ ਭਈ ਭਜਤ ਨਾਮ ਜਗਤੇਸ਼। ਪਰਮ ਪ੍ਰੇਮ, ਸ੍ਰਿਸ਼ਟ ਪ੍ਰੇਮ, ਸੱਚਾ ਪ੍ਰੇਮ, ਬਿਨਾ ਕੋਈ ਕਾਮਨਾ ਤੋਂ ਨਿਸ਼ਕਾਮਤਾ ਵਾਲਾ ਪ੍ਰੇਮ ਉਹਦੇ ਅੰਦਰ ਵਸ ਗਿਆ ਨੂਰ ਸ਼ਾਹ ਦੇ ਪਰਮਾਤਮਾ ਵਾਸਤੇ, ਤੇ ਉਹ ਸਿੱਖ ਬਣ ਗਈ ਗੁਰੂ ਨਾਨਕ ਸਾਹਿਬ ਜੀ ਦੀ। ਕਹਿੰਗੇ ਭਜਤ ਨਾਮ ਜਗਦੇਸ਼, ਜਗਤ ਦੇ ਸਵਾਮੀ ਗੁਰੂ ਪਰਮੇਸ਼ਰ ਦਾ ਨਾਮ ਜਪਣ ਲੱਗ ਪਈ। ਹੁਣ ਵਾਹਿਗੁਰੂ 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 ਦਾ ਸਿਮਰਨ ਕਰਨ ਲੱਗ ਪਈ ਤੇ ਨੂਰ ਸ਼ਾਹ ਦਾ ਉਧਾਰ ਹੋਇਆ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਜਾ ਕੇ ਇਸ ਸਾਰੀ ਜਾਦੂ ਨਗਰੀ ਨੂੰ ਇੱਕ ਨਾਮ ਨਗਰੀ ਬਣਾ ਦਿੱਤਾ। ਮਹਾਰਾਜ ਨੇ ਉੱਥੇ ਨਾਮ ਦਾ ਪ੍ਰਕਾਸ਼ ਕਰ ਦਿੱਤਾ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਐਸੇ ਹਨ ਜਿਨ੍ਹਾਂ ਨੇ ਭੁੱਲੇ ਭਟਕਿਆਂ ਨੂੰ ਇਹ ਰਸਤਾ ਦੱਸਿਆ। ਨਹੀਂ ਤਾਂ ਨੂਰ ਸ਼ਾਹ ਨੇ ਮਰ ਕੇ ਕਿੰਨੇ ਜਨਮਾਂ ਵਿੱਚ ਜਾ ਕੇ ਫਸਣਾ ਸੀਗਾ, ਕਿੰਨੇ ਉਹਨੂੰ ਸਜ਼ਾ ਮਿਲਣੀਆਂ ਸੀ, ਕਿੰਨੇ ਨਰਕ ਉਹਨੂੰ ਭੋਗਣੇ ਪੈਣੇ ਸੀ ਜਿਹੜੇ ਉਹਨੇ ਪਾਪ ਕੀਤੇ। ਗੁਰੂ ਨਾਨਕ ਸਾਹਿਬ ਨੇ ਇੱਕ ਵਾਰ ਉਹਦੇ ਜਿਹੜੇ ਹਨ ਸ਼ਹਿਰ ਵਿੱਚ ਕਦਮ ਰੱਖੇ ਤੇ ਮਹਾਰਾਜ ਨੇ ਉਹਦੇ ਸਾਰੇ ਪਿਛਲੇ ਪਾਪ ਕੱਟ ਕੇ ਤੇ ਅੱਗੇ ਨੂੰ ਮਾਰਗ ਤੇ ਪਾ ਕੇ ਮਹਾਰਾਜ ਨੇ ਉਹਨੂੰ ਐਸਾ ਰਸਤਾ ਦੇ ਦਿੱਤਾ ਜਿਹਦੇ ਕਰਕੇ ਉਹ ਪਰਮਾਤਮਾ ਨਾਲ ਇੱਕ ਹੋ ਗਈ। ਉਹਦੇ ਜੀਵਨ ਦਾ ਜਿਹੜਾ ਹੈ ਲਕਸ਼ ਪੂਰਾ ਹੋ ਗਿਆ। ਦੇਖੋ ਨਾ, ਇਹ ਆ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਮਹਾਰਾਜ ਇੰਨੀ ਕਿਰਪਾ ਕਰਨ ਵਾਲੇ ਨੇ, ਭਾਵੇਂ ਉਹਨਾਂ ਨੂੰ ਪਤਾ ਵੀ ਨਹੀਂ ਸੀ ਸਾਨੂੰ ਲੋੜ ਹੈ ਗੁਰੂ ਨਾਨਕ ਦੀ, ਉਹਨਾਂ ਨੂੰ ਪਤਾ ਵੀ ਨਹੀਂ ਸੀ ਸਾਨੂੰ ਲੋੜ ਆ ਸਿੱਖੀ ਦੀ, ਉਹਨਾਂ ਨੂੰ ਪਤਾ ਵੀ ਨਹੀਂ ਸੀ ਸਾਨੂੰ ਲੋੜ ਆ ਵਾਹਿਗੁਰੂ ਦੀ। ਗੁਰੂ ਨਾਨਕ ਸਾਹਿਬ ਆਪ ਉੱਥੇ ਪਹੁੰਚ ਕੇ ਉਹਨਾਂ ਨੂੰ ਸਾਰੀਆਂ ਦਾਤਾਂ ਦਿੱਤੀਆਂ। ਐਸੇ ਨੇ ਗੁਰੂ ਨਾਨਕ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਸੀ ਲੀਲਾ ਨੂੰ ਆਪਾਂ ਜਿਹੜਾ ਪੜ੍ਹ ਸੁਣ ਕੇ ਨਿਹਾਲ ਹੋਈਏ ਤੇ ਇੱਥੇ ਸਮਾਪਤੀ ਹੈ ਜੀ। ਕੇਤਕ ਬਾਸੁਰ ਰਹਿ ਤਹਾਂ ਧਰਮ ਦ੍ਰਿੜਿਓ ਦੇਸ਼। ਪਰਮ ਪ੍ਰੇਮ ਕਰ ਸਿੱਖ ਭਈ ਭਜਤ ਨਾਮ ਜਗਤੇਸ਼। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੀ ਪੁਰਬਾਰ ਦੇ ਤ੍ਰਿਆ ਰਾਜ ਉਪਦੇਸ਼ ਪ੍ਰਸੰਗ ਵਰਣਨ ਨਾਮ 49ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।